KRPA 1550 AM ਤੇ ਤੁਹਾਡਾ ਸਵਾਗਤ ਹੈ। ਮੈਂ ਤੁਹਾਡਾ ਮੇਜ਼ਬਾਨ ਹਰਜੀਤ ਸਿੰਘ ਗਿੱਲ। 11:10 ਹੋਏ ਹੈ। 6 ਮਈ ਦਾ ਦਿਨ ਹੈ, ਵਰਾ 2020 ਦਾ ਬੁੱਧਵਾਰ ਹੈ ਤੇ 23 ਵਿਸਾਖ ਨਾਨਕ ਸ਼ੇ ਸੰਮਤ 552 ਨਿੱਘਾ ਹਾਰਦਿਕ ਸਵਾਗਤ ਹੈ ਜੀ। ਅੱਜ ਦੀ ਲੋਕ ਸੱਥ ਦੇ ਵਿੱਚ ਅਹਿਮ ਘਟਨਾਵਾਂ, ਗੱਲਾਂ ਬਾਤਾਂ, ਗੀਤ ਸੰਗੀਤ, ਸੁਲਗ ਦੇ ਮਸਲਿਆਂ ਤੇ ਗੱਲਬਾਤ ਹੋਏਗੀ। ਖਬਰਾਂ ਦੇ ਨਾਲ ਨਾਲ ਦੂਸਰੇ ਹਿੱਸੇ 'ਚ 12 ਤੋਂ 1 ਵਜੇ ਤੱਕ ਖੁੱਲੀ ਵਿਚਾਰ ਚਰਚਾ ਹੋਣੀ ਹੈ। ਗੁਰਬਾਣੀ ਨੂੰ ਗਾਇਕ ਆਪਣੇ ਸ਼ਬਦਾਂ ਦੇ ਵਿੱਚ ਉਹਨਾਂ ਨੇ ਗਾਉਣਾ ਸ਼ੁਰੂ ਕੀਤਾ ਹੈ। ਪਿਛਲੇ ਦਿਨੀ ਸਤਿੰਦਰ ਸਰਤਾਜ ਉਹਨਾਂ ਵੱਲੋਂ ਜ਼ਫਰਨਾਮਾ ਜਿਹੜਾ ਹੈ ਉਹ ਗਾਇਆ ਗਿਆ। ਫਾਰਸੀ ਪੜ੍ਹਨੀ ਉਹਨਾਂ ਨੂੰ ਆਉਂਦੀ ਹੈ। ਉਹਨਾਂ ਨੇ ਸੂਫੀ ਸਟੱਡੀਜ਼ ਤੇ ਮੇਰਾ ਖਿਆਲ PhD ਕੀਤੀ ਹੈ, ਪਰਸ਼ੀਅਨ ਪੜ੍ਹਦੇ ਆ ਉਹ। ਜ਼ਫਰਨਾਮਾ ਪਹਿਲਾਂ ਵੀ ਮਹਿਲ ਸਿੰਘ ਕਵੀਸ਼ਰ ਉਹਨਾਂ ਨੇ ਆਪਣੀ ਔਲੱਥਾ ਦੇ ਵਿੱਚ ਉਸਨੂੰ ਕਵੀਸ਼ਰੀ ਗਾਈ ਹੈ। ਤੇ ਸਰਤਾਜ ਉਹਨਾਂ ਦੇ ਬਾਰੇ ਕੁਝ ਜਿਹੜੀਆਂ ਜਦ ਪਹਿਲਾਂ ਆਰਤੀ ਵੀ ਉਹਨਾਂ ਨੇ ਗਾਈ ਸੀ ਤੇ ਉਸ ਦੇ ਬਾਰੇ ਤੇ ਹੁਣ ਇੱਕ ਜਿਹੜੀ ਕੰਪਲੇਂਟ ਹੈ ਜਿਹੜੀ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਕੋਲ ਪਹੁੰਚੀ ਆ, ਉਹਦੇ ਕਾਰਨ ਇਸ ਤੇ ਕੁਝ ਤੁਹਾਡੇ ਨਾਲ ਮੈਂ ਗੱਲਬਾਤ ਕਰਨੀ ਚਾਹੁੰਦਾ ਕਿ ਇਹ ਰੁਝਾਨ ਹੈ ਜਿਹੜਾ, ਕਿਉਂਕਿ ਕੁਝ ਸਮਾਂ ਪੈਣ ਤੇ ਫਿਰ ਸਾਨੂੰ ਪਤਾ ਲੱਗਦਾ। ਇੱਕ ਵਾਰ ਜਦ ਸਾਡੇ ਸਾਹਿਬਜ਼ਾਦਿਆਂ ਦੇ ਕਾਰਟੂਨ ਬਣਾ ਕੇ ਫਿਲਮਾਂ ਲੋਕ ਲੱਗੇ ਬਣਾਉਣ ਤੇ ਅਸੀਂ ਇੱਥੇ ਸਿਨੇਮੇ ਭਰ ਦਿੱਤੇ। ਦੇਖੋ ਜੀ, ਸਮਝ ਨਹੀਂ ਆਉਂਦੀ ਹੁਣ ਬੱਚਿਆਂ ਨੂੰ ਇਹਨਾਂ ਕਾਰਟੂਨਾਂ ਨਾਲ ਸਮਝ ਆਜੂ। ਫਿਰ ਪਤਾ ਲੱਗਿਆ ਕਿ ਨਹੀਂ, ਠੀਕ ਨਹੀਂ ਸੀ ਇਹ ਕਹਾਣੀ। ਸੋ ਇਸ ਤੇ ਤੁਹਾਡੇ ਨਾਲ ਕੁਝ ਗੱਲਬਾਤ ਮੈਂ ਕਰਨੀ ਚਾਹੁੰਦਾ। ਬਰੈਂਪਟਨ ਦੇ ਮੇਅਰ ਵੱਲੋਂ ਅਜ਼ਾਨ ਜਿਹੜਾ ਹੈ, ਅਜ਼ਾਨ ਦੇ ਲਈ ਉਹਨਾਂ ਨੂੰ ਕਿਹਾ ਗਿਆ ਕਿ ਸਪੀਕਰ ਤੁਸੀਂ ਵਰਤ ਲਿਓ, ਪਰ ਉਹਦੇ ਤੇ ਰਵੀ ਹੁੱਡਾ ਨਾਂ ਦੇ ਇੱਕ ਬੰਦੇ ਨੇ ਬਹੁਤ ਤਿੱਖੀ ਟਿੱਪਣੀ ਕੀਤੀ। ਇਹ ਅਸਲ ਅਪ੍ਰੈਲ 30 ਦੀ ਗੱਲ ਆ, ਹੁਣੇ ਗੱਲ ਬਾਹਰ ਨਿਕਲ ਕੇ ਆਈ। ਇਸ ਦੇ ਬਾਰੇ ਮੈਂ ਗੱਲ ਕਰਨੀ ਚਾਹੁੰਦਾ ਕਿ ਇਸਲਾਮ ਫੋਬੀਆ ਜਿਹੜਾ ਹੈ ਇਹਦਾ ਕਾਰਨ ਕੀ ਹੈ। ਇਹ ਲੋਕ ਜਿਹੜੇ ਨੇ, ਚਾਹੇ ਭਾਰਤ ਦੇ ਵਿੱਚ ਇਹ ਗੱਲ ਚੱਲਦੀ ਹੈ ਕਿ ਭਗਵਾਂ ਕਰਨ ਦੀ ਕਹਾਣੀ ਚੱਲਦੀ ਹੈ, ਪਰ ਇਹ ਕੋਈ ਹੋਰ ਇਹ ਉਹੋ ਜਿਹੀ ਫੀਲਿੰਗ ਜਿਹੜੀ ਇਸ ਦੇਸ਼ ਦੇ ਵਿੱਚ ਜਦ ਹੁੰਦੀ ਹੈ, ਉਸ ਦੀ ਕਹਾਣੀ ਉਹ ਪ੍ਰੋਫੈਸ਼ਨਲ ਰੀਅਲਟਰ ਹੈ, ਇਮੀਗ੍ਰੇਸ਼ਨ ਹੈ ਹੁੱਡਾ ਜਿਹੜਾ ਹੈ, ਤੇ ਕਮਿਊਨਿਟੀ ਵਲੰਟੀਅਰ ਆ। ਉਸ ਤੋਂ ਅੱਗੇ ਪੀਲ ਡਿਸਟ੍ਰਿਕਟ ਸਕੂਲ ਬੋਰਡ ਦਾ ਐਗਜ਼ੈਕਟਿਵ ਸਕੂਲ ਕਾਉਂਸਲ ਮੈਂਬਰ ਆ ਮੈਕਵਲ ਪਬਲਿਕ ਸਕੂਲ ਦਾ, ਬੋਲਟਨ ਸ਼ਹਿਰ ਦਾ। ਤੇ ਇਸ ਦੇ ਬਾਰੇ ਮੈਂ ਗੱਲਬਾਤ ਕਰਨੀ ਚਾਹੁੰਦਾ ਤੁਹਾਡੇ ਨਾਲ ਕਿ ਇਸ ਦੇਸ਼ ਦੇ ਵਿੱਚ ਇਹ ਜਿਹੀਆਂ ਟਿੱਪਣੀਆਂ ਦਾ ਕੀ ਕਾਰਨ ਹੈ। ਇਹਨਾਂ ਦੀ ਜਿਹੜੀ ਪਿੱਛੋਂ ਚੂੜੀ ਕਿੱਥੋਂ ਕੱਸੀ ਜਾਂਦੀ ਹੈ, ਇਹ ਪ੍ਰਭਾਵ ਕੀ ਹੈ। ਤੇ ਦੁਨੀਆ ਦੇ ਝਰੋਖੇ 'ਚੋਂ ਕੁਝ ਖਬਰਾਂ, ਇਕੋਨਮੀ ਖੁੱਲਣ ਤੇ ਵਰਕਰ ਡਰ ਰਹੇ ਨੇ ਵਾਪਸ ਜਾਣ ਜਾਂ ਨਾ ਜਾਣ। ਦੁਨੀਆ ਦੇ ਵਿੱਚੋਂ ਭਾਰਤ ਦੇ ਲਈ ਫਲਾਈਟਾਂ ਦੀ ਤਿਆਰੀ ਹੋ ਰਹੀ ਹੈ, ਮਿਡਲ ਈਸਟ ਦੇ ਵਿੱਚੋਂ ਹੋਣੀਆਂ ਤਾਂ ਸਿੰਬੋਲਿਕ ਨੇ ਉਹ। ਤੇ ਅੰਮ੍ਰਿਤਸਰ ਏਅਰਪੋਰਟ ਤੋਂ ਫਲਾਈਟਸ ਜਿਹੜੀਆਂ ਉਹ ਚੜ ਰਹੀਆਂ ਨੇ ਤੇ ਸਿਟੀਜ਼ਨ ਜਦ ਪੂਰੇ ਹੋ ਗਏ ਸ਼ਾਇਦ PR ਦੀ ਗੱਲ ਚੱਲੇ, ਪਰ ਹਲੇ ਤੱਕ PR ਬਾਰੇ ਕੁਛ ਨਹੀਂ ਪਤਾ। ਤੇ ਨਾਲ ਨਾਲ ਕਹਾਣੀਆਂ 'ਚ ਚਿਰਾਂ ਬਾਅਦ ਰਾਮ ਸਰੂਪ ਅਣਖੀ ਜੀ ਦੀ ਤੁਹਾਡੇ ਸਨਮੁਖ ਕਰਨੀ ਹੈ। ਰਾਮ ਸਰੂਪ ਅਣਖੀ ਉਹਨਾਂ ਨੇ ਬਹੁਤ ਵਧੀਆ ਜਿਹੜਾ ਪਿੰਡਾਂ ਦਾ ਜਿਹੜਾ ਸਾਡਾ ਸੱਭਿਆਚਾਰ, ਪਿੰਡਾਂ ਦਾ ਰਹਿਣਾ ਸਹਿਣਾ, ਉਹਨਾਂ ਦੀਆਂ ਜਿਹੜੀਆਂ ਕਹਾਣੀਆਂ ਨੇ ਉਹ ਬੜੀਆਂ ਵਧੀਆ ਨੇ। ਪਿਛਲੇ ਦਿਨੀ ਨਿੱਕਾ ਮਾਸ਼ੀਕੇ ਵਾਲਿਆਂ ਨੇ ਉਹਨਾਂ ਦੀ ਕਹਾਣੀਆਂ ਦਾ ਇੱਕ ਸੰਗ੍ਰਹਿ ਜਿਹੜਾ ਛਾਪਿਆ, ਉਹਨਾਂ ਨੇ ਕਰਵਾਇਆ ਪਬਲਿਸ਼। ਤੇ ਰਾਮ ਸਰੂਪ ਅਣਖੀ ਜੀ ਦੀ ਦੁੱਲੇ ਦੀ ਢਾਬ, ਪ੍ਰਤਾਪੀ ਜ਼ਮੀਨਾਂ ਵਾਲੇ, ਸੁਗੰਧਾ ਵਰਗੇ ਲੋਕ, ਕਿੱਲੇ ਨਾਲ ਬੰਨਿਆ ਆਦਮੀ, ਤੇ ਬੜੀਆਂ ਵਧੀਆ ਉਹਨਾਂ ਦੀਆਂ ਕਹਾਣੀਆਂ। ਅੱਜ ਪ੍ਰਤਾਪੀ ਚੋਂ ਕੁਛ ਸੁਣਾਓ। 1844 247 1550 ਆਉਂਦੇ ਆ ਨੰਬਰ। KRPradio.com ਤੇ ਸਿੱਧਾ ਪ੍ਰਸਾਰਨ ਚੱਲ ਰਿਹਾ ਹੈ। ਪ੍ਰਸਾਰਨ ਰਹਿ ਜਾਏ, ਪ੍ਰੋਗਰਾਮ ਰਹਿ ਜਾਏ ਤਾਂ YouTube ਤੇ ਪਾਇਆ ਹੁੰਦਾ ਲੋਕ ਸੱਥ 6044464 info@krpradio.com ਦਫ਼ਤਰ ਦੀ ਈਮੇਲ ਹੈ। ਹਰਜੀਤ ਸਿੰਘ ਗਿੱਲ ਦੀ ਫੇਸਬੁੱਕ ਦਾ ਪੇਜ ਜਿੱਥੇ ਤੁਸੀਂ ਨਾਲ ਰਹਿੰਦੇ ਹੋ। 604 729 1224 6047291224 WhatsApp ਤੇ ਟੈਕਸਟ ਲਈ harjeet.g@krpradio.com ਇਹ ਈਮੇਲ। ਅੜੀਏ ਫੁੱਲ ਝੜੀਏ ਇੱਕ ਸੋਹਣਾ ਜਿਹਾ ਮਹਾਂਦਰਾ ਨੀ ਰੋਜ਼ ਮੇਰੇ ਸੁਪਨੇ 'ਚ ਆਉਂਦਾ, ਆਪ ਵੀ ਨਾ ਸੌਂਦਾ ਨਾਲੇ ਮੈਨੂੰ ਵੀ ਨਾ ਸੌਣ ਦਿੰਦਾ, ਹਾਏ ਸੁੱਤੀ ਪਈ ਨੂੰ ਜਗਾਮਦਾ।
ਮੀਡੀਆ ਗੁਦਾਵਾ ਕਦੇ ਗੁੱਤ ਨਹੀਂ ਕਰਾਵਾਂ, ਉਹ ਤੋਂ ਉਹ ਜਾਣਦਾ ਰਕਾਨਾ ਵਾਲੇ ਚੱਜ ਨਹੀਂ। ਜਾਪਦਾ ਏ ਮੈਨੂੰ ਮਾਈ ਹੀਰ ਦਾ ਉਹ ਬਚੜਾ ਨਹੀਂ, ਵੇਖ ਵੇਖ ਆਪ ਦਾ ਨਾ ਰੱਜ ਨਹੀਂ। ਕਿਹੜੀਆਂ ਹੀ ਵਾਗਾਂ ਦਾ ਉਹ ਮੋਰ ਹੈ ਸ਼ਬੀਲੜਾ, ਜੋ ਫਿਰਦਾ ਮੱਥੇ 'ਚ ਪਹਿਲਾਂ ਪਾਵਦਾ, ਸੁੱਤੀ ਪਈ ਨੂੰ ਜਗਾਮਦਾ। ਉਹਦੇ ਲਈ ਤਾਂ ਅੜੀਏ ਨਹੀਂ ਕੱਢ ਕੇ ਲੈ ਆਵਾਂ ਹਾਏ, ਤਾਰਿਆਂ 'ਚੋਂ ਤਾਰਿਆਂ ਦਾ ਭਾਰ ਮੈਂ। ਮਿਲ ਜਾਵੇ ਮੈਨੂੰ ਕਿਤੇ ਸਾਵਲਾ, ਜੇ ਸੱਚੀ ਮੁੱਚੀ ਚੁੰਨੀ ਦੀ ਹੀ ਗੰਢ ਲਵਾਂ ਮਾਰ ਮੈਂ। ਮੈਲੇ ਮੈਲੇ ਪੈਰ ਜਿਵੇਂ ਯੁੱਗਾਂ ਦਾ ਉਹ ਯਾਤਰੂ ਨਹੀਂ, ਧੋ ਧੋ ਕੇ ਦਿਲ 'ਚ ਟਿਕਾਮਦਾ, ਸੁੱਤੀ ਪਈ ਨੂੰ ਜਗਾਮਦਾ। ਖੌਰੇ ਮੈਨੂੰ ਹੋਈ ਜਾਂਦਾ ਦਿਨੋਂ ਦਿਨ ਕੀ ਲੱਗੇ, ਨਿੱਕੇ ਨਿੱਕੇ ਕੰਮਾਂ ਵਿੱਚ ਜੀ ਨਹੀਂ। ਤਿੰਨੇ ਡੰਗ ਪਾਉਣੀਆਂ ਮੈਂ ਚੂਰੀਆਂ ਕਾਵਾਂ ਨੂੰ, ਨਾਲੇ ਰੇਸ਼ਮਾਂ ਦੇ ਚੁਗਦੀਆਂ ਵੀ ਨਹੀਂ। ਆਸਾਂ ਦੇ ਕੌਲਿਆਂ ਨੂੰ ਕਲੀਆਂ ਕਰਾ ਕੇ ਨਹੀਂ, ਉਹ ਕੌਲਿਆਂ ਤੋਂ ਘੁੱਗੀਆਂ ਉਡਾਮਦਾ, ਹਜੇ ਸੁੱਤੀ ਪਈ ਨੂੰ ਜਗਾਮਦਾ। ਬੈਠ ਕੇ ਝਲਾਦੀ ਦੀਆਂ ਮੋਰੀਆਂ ਦੇ ਨੇੜੇ ਜਦੋਂ ਕਰਦੀਆਂ ਪੇੜੇ ਮੈਂ ਸੁਲੱਖਣੇ, ਵੱਖੀ ਵਿੱਚ ਸੁੱਤੇ ਪਏ ਮੋਰ ਜਾਗ ਪੈਂਦੇ, ਮੈਨੂੰ ਆਉਂਦੇ ਨਹੀਂ ਇਹ ਸਖੀਏ ਨਹੀਂ ਡੱਕਣੇ। ਪਿੱਪਲਾਂ ਦੇ ਜੜੀ ਫੇਰਾ ਭੁੱਕਦੀ ਸੰਧੂਰ ਖੌਰੇ, ਉਹ ਵੀ ਹੋਵੇ ਸੁਪਨੇ ਰਗਾਮਦਾ, ਸੁੱਤੀ ਪਈ ਨੂੰ ਜਗਾਮਦਾ। ਝੜਦਾ ਵਿਸਾਖ ਵਿੱਚ ਅੰਬੀਆਂ ਦਾ ਬੂਰ, ਜਿਵੇਂ ਇੰਜ ਉਹਦੇ ਪੋਟਿਆਂ 'ਚੋਂ ਸੇਕ ਨਹੀਂ। ਚਿੱਤ ਵਿੱਚ ਮੇਰੇ ਚੰਗਿਆੜੀਆਂ ਜੋ ਉੱਠਦੀਆਂ, ਪਾ ਨਾ ਸਕੀ ਉਹਨਾਂ ਦਾ ਮੈਂ ਭੇਤ ਨਹੀਂ। ਫੇਰ ਮੇਰੇ ਚਾਵਾਂ ਨੂੰ ਝਕਾਨੀ ਦੇ ਕੇ ਰਾਣੀਏ ਨਹੀਂ, ਛਿੜੋ ਛਿਣੀ ਹਵਾ ਹੋ ਜਾਮਦਾ, ਸੁੱਤੀ ਪਈ ਨੂੰ ਜਗਾਮਦਾ। ਅੜੀਏ ਫੁੱਲ ਚੜੀਏ ਇੱਕ ਸੋਹਣਾ ਜਿਹਾ ਮਹਾਂਦਰਾ ਨਹੀਂ, ਰੋਜ਼ ਮੇਰੇ ਸੁਪਨੇ 'ਚ ਆਮਦਾ। ਆਪ ਵੀ ਨਾ ਸੌਂਦਾ, ਨਾਲੇ ਮੈਨੂੰ ਵੀ ਨਾ ਸੌਣ ਦਿੰਦਾ, ਸੁੱਤੀ ਪਈ ਨੂੰ ਜਗਾਮਦਾ। ਰਾਣੀ ਤੱਤ ਹਰਮਨਜੀਤ ਲਿਖਦਾ। ਸਾਰਿਆਂ ਦਾ ਧੰਨਵਾਦ। ਫੇਰ ਇੱਕ ਵਾਰ 11:22 ਹੋਏ ਨੇ। ਜਿੱਥੇ ਵੀ ਬੈਠੇ ਹੋ ਪ੍ਰੋਗਰਾਮ ਦੇ ਵਿੱਚ ਤੁਸੀਂ ਸ਼ਾਮਲ ਹੋਣਾ। ਜਦ ਵੀ ਤੁਹਾਨੂੰ ਖਬਰ ਕੋਈ ਵੀ ਸਾਂਝੀ ਕਰਦੇ ਆ ਤਾਂ ਉਸ ਤੇ ਤੁਸੀਂ ਸ਼ਾਮਲ ਹੋਣਾ। 1844 247 1550 1844247155 ਕਰੋਨਾ ਦੇ ਚਲਦਿਆਂ ਜਿਹੜੀਆਂ ਖਬਰਾਂ ਨੇ, ਕਰੋਨਾ ਕਰਕੇ ਬਹੁਤ ਕੁਝ ਹੈ ਜਿਹੜਾ ਸਾਨੂੰ ਦਿਖਦਾ ਨਹੀਂ, ਪਰ ਫਰਕ ਬਹੁਤ ਪੈ ਗਿਆ। ਇੱਥੇ ਵੀ ਲੁਧਿਆਣੇ ਦੀ ਸਨਅਤ ਹੈ ਜਿਹੜੀ, ਜਿੰਨੀ ਇੰਡਸਟਰੀ ਹੈ ਉਹ ਖੜ ਗਈ ਤੇ ਉਸਨੂੰ ਚਲਾਉਣ ਵਾਲੇ ਜਹਾਜ਼ ਉੱਥੋਂ ਰੇਲਾਂ ਚੜ ਰਹੇ ਨੇ। ਦੁਬਾਰਾ ਉਸਨੂੰ ਚਲਾਉਣਾ, ਖੜੀਆਂ ਮਸ਼ੀਨਾਂ 2 ਮਹੀਨੇ ਦੀਆਂ ਕੰਪਿਊਟਰ ਗਾਈਡਡ ਮਸ਼ੀਨਾਂ ਨੇ ਜਿਹੜੀਆਂ, ਉਹਦੇ ਸੌਫਟਵੇਅਰ, ਉਹਦੇ ਕਾਰਡ ਨੇ ਜਿਹੜੇ ਉਹ ਕਰੁੱਕ ਹੋ ਗਏ। ਹੌਜ਼ਰੀ ਤੇ ਉਸ ਤੋਂ ਬਾਅਦ ਸਾਈਕਲਾਂ ਦੀ ਯੂਨਿਟ ਹੈ ਤੇ ਬਹੁਤ ਕੁਝ ਹੈ ਉਸ ਸ਼ਹਿਰ ਦੇ ਵਿੱਚ। ਕ੍ਰੋਮ ਦੀ ਬਹੁਤ ਵੱਡੀ ਇੰਡਸਟਰੀ ਹੈ। ਇੱਕ ਇੰਡਸਟਰੀਲਿਸਟ ਨਾਲ ਮੈਂ ਗੱਲ ਕਰ ਰਿਹਾ ਸਾਂ, ਉਹ ਕਹਿੰਦਾ ਵੀ ਮਸ਼ੀਨਾਂ ਖੜ ਗਈਆਂ, ਮਸ਼ੀਨਾਂ ਦੁਆਰਾ ਚਲਾਉਣੀਆਂ, ਚਲਦੀ ਮਸ਼ੀਨ ਹਰ ਰੋਜ਼ ਮੇਨਟੇਨੈਂਸ ਹੁੰਦੀ ਹੈ, ਫੈਕਟਰੀ ਬੰਦ ਪਈ ਹੈ, ਕੰਮ ਵਾਲਾ ਬੰਦਾ ਕੋਈ ਨਹੀਂ ਤੇ ਟ੍ਰੇਨਾਂ ਚੜ ਕੇ ਭਰ ਕੇ ਲੋਕ ਜਾ ਰਹੇ ਨੇ। ਕਹਿੰਦੇ 1.5 ਮਹੀਨਾ ਮੈਂ ਸਾਰੀ ਲੇਬਰ ਜਿਹੜੀ ਸਰਵ ਕਰਦਾ ਰਿਹਾ ਆਪਣੀ, ਤੇ 1.5 ਮਹੀਨੇ ਬਾਅਦ ਜਦੋਂ ਉਹਨਾਂ ਦਾ ਸਬਰ ਟੁੱਟ ਗਿਆ ਤੇ ਫ੍ਰੀ ਰੱਖੇ ਹੋਏ ਸੀ ਜਿਹੜੇ ਉਹਨਾਂ ਨੂੰ ਕੁਆਟਰ ਬਣਾ ਕੇ ਦਿੱਤੇ ਸੀ, ਸੜਕ ਤੇ ਆ ਗਏ ਢੰਡਾਰੀ, ਗੱਡੀਆਂ ਗੁੱਡੀਆਂ ਉਹਨਾਂ ਨੇ ਭੰਨੀਆਂ। ਸਰਕਾਰ ਨੇ ਉਹ ਖਬਰ ਨਹੀਂ ਦਿੱਤੀ, ਅਸਲ ਉਹ ਜਾਣਾ ਚਾਹੁੰਦੇ ਸੀ ਤੇ ਉਹ ਟ੍ਰੇਨਾਂ 'ਚ ਚੜ ਕੇ, ਈਵਨ ਟ੍ਰੇਨ ਦੀ ਪਟੜੀ ਵੀ ਉਹਨਾਂ ਨੇ ਪੈਰਲਲ ਜਾਂਦੀ ਹੈ GT ਰੋਡ ਤੇ ਨਾਲ ਰੇਲ ਦੀ ਲਾਈਨ। ਤੇ ਮੈਂ ਕਿਹਾ ਜਦ ਰੋਟੀ ਪਾਣੀ ਮਿਲ ਰਿਹਾ ਸੀ, ਰਹਿ ਰਹੇ ਸੀ, ਭੱਜਣ ਦਾ ਕਾਰਨ? ਕਹਿੰਦੇ ਵੀ ਨਹੀਂ, ਉਹ ਕਹਿੰਦੇ ਵੀ ਹੁਣ ਸਰਦਾਰ ਜੀ ਪਿੰਡ ਜਾਣਾ ਬਸ। ਤੇ ਇੱਕ ਸਵਾਲ ਮੁੜ ਕੇ ਆਉਂਦਾ ਸੀ ਕਿ ਪਿੰਡ ਜੇ ਇੰਨਾ ਚੰਗਾ ਹੁੰਦਾ ਤਾਂ ਅਸੀਂ ਪਿੰਡ ਛੱਡ ਕੇ ਲੁਧਿਆਣੇ ਕਿਉਂ ਆਉਂਦੇ? ਬੰਦੇਲਖੰਡ ਦੇ ਬੰਦੇ ਦਿੱਲੀ ਕਿਉਂ ਆਉਂਦੇ 400 ਕਿਲੋਮੀਟਰ? ਪਰ ਫਿਰ ਵੀ ਇਨਸਾਨੀ ਇੱਕ ਫਿਤਰਤ ਹੈ, ਜਦ ਉਹਨੂੰ ਦੁੱਖ ਆਉਂਦਾ ਤਾਂ ਪਿੰਡ ਯਾਦ ਆਉਂਦਾ, ਘਰ ਯਾਦ ਆਉਂਦਾ। ਜਿਹੜੇ ਇਹ ਸੀਜ਼ਨਲ ਵਰਕਰ ਨੇ ਜਾਂ ਇਹ ਕਾਮੇ ਨੇ ਜਿਹੜੇ ਆਉਂਦੇ ਨੇ ਸਾਲ ਬਾਅਦ ਮੁੜ ਜਾਂਦੇ ਨੇ, ਉਹਨਾਂ ਦਾ ਘਰ ਨਹੀਂ ਬਣਦਾ। ਮਿਡਲ ਈਸਟ ਦੇ ਵਿੱਚ ਵੀ ਇਹੀ ਜਿਹੜੀ ਵੈਰਾਨਗੀ ਹੈ, ਲੋਕ ਜਹਾਜ਼ ਚੜ੍ਹਨਾ ਚਾਹੁੰਦੇ ਨੇ ਕਿਉਂਕਿ 2-2 ਸਾਲ ਦਾ ਵਰਕ ਪਰਮਿਟ ਦੇਈ ਜਾਂਦੇ ਸੀ। ਉਹ ਸਿਟੀਜ਼ਨ ਨਾਲ ਇਮੀਗ੍ਰੇਸ਼ਨ, ਜਿੱਥੇ ਤੁਸੀਂ ਇਮੀਗ੍ਰੈਂਟ ਹੋ ਜਾਂਦੇ ਹੋ, ਸਿਟੀਜ਼ਨ ਹੋ ਜਾਂਦੇ ਹੋ, ਉਹ ਤੁਹਾਡਾ ਦੇਸ਼ ਹੋ ਜਾਂਦਾ ਹੈ। ਰਾਦਰ ਤੁਸੀਂ ਇਮੀਗ੍ਰੈਂਟ ਹੁੰਦੇ ਹੋ ਪਰ ਪਾਸਪੋਰਟ ਜਿਹੜੇ ਦੇਸ਼ ਦਾ ਤਾਂ ਹਲੇ ਉਹੀ ਦੇਸ਼ ਹੁੰਦਾ, ਜਿਵੇਂ PR ਬੈਠਿਆ ਸਾਡੇ ਨਾ ਹੁਣ
ਬਾਹ ਨਹੀਂ ਫੜ ਰਿਹਾ ਕੋਈ। OCI ਦਾ ਵੀ ਇਹੀ ਚੱਕਰ ਪਿਆ ਸੀ, ਚੀਨ ਦੇ ਏਅਰਪੋਰਟ ਤੇ ਹਾਰਟ ਅਟੈਕ ਹੋ ਗਿਆ ਕਿਸੇ ਨੂੰ, ਤੇ ਉਹ ਕਹੇ ਭਾਰਤ ਵਾਲੇ ਲੈ ਜਾਣ। ਹੁਣ ਉਹਨਾਂ ਨੂੰ ਕੌਣ ਸਮਝੇ ਜਿਹੜੇ ਘਾਚੇ ਮਾਚੇ ਕਰਦੇ ਨੇ, ਨਾ ਅੰਗਰੇਜ਼ੀ ਸਮਝਦੇ ਤਾਂ ਆਪਣੀ ਉਹ ਬੋਲਦੇ ਨੇ, ਤੇ ਜਿਹੜੀ ਉਹਨਾਂ ਨੇ ਕਹਿਤੀ ਉਹੀ ਉਹਨਾਂ ਨੇ ਕਰਨੀ ਹੈ। ਤੇ ਉਹ ਕਹਿਣ ਇਹ ਓਵਰਸੀਜ਼ ਸਿਟੀਜ਼ਨ ਆਫ ਇੰਡੀਆ, ਉਹ ਕਹੇ ਮੈਂ ਕਨੇਡੀਅਨ ਆ, ਮੈਨੂੰ ਸਾਂਭੋ। ਕਹਿਣ ਭਾਰਤ ਵਾਲੇ ਕਨੇਡਾ ਨੂੰ ਕਹਿਣ, ਕਨੇਡਾ ਵਾਲੇ ਭਾਰਤ ਨੂੰ ਕਹਿਣ। ਇਹ ਵੀ ਇੱਕ ਕੇਸ ਹੋਇਆ ਸੀ। ਮੇਰੇ ਕਹਿਣ ਦਾ ਮਤਲਬ ਇਹ ਹੈ, ਪਾਸਪੋਰਟ ਤੁਹਾਡੀ ਜਾਨ ਹੈ। ਜਿਹੜੇ ਦੇਸ਼ ਦਾ ਪਾਸਪੋਰਟ ਉਸ ਦੇਸ਼ ਦੇ ਤੁਸੀਂ ਵਸਿੰਦੇ ਹੋ, ਉਹਦੇ ਨਾਲ ਜਿਹੜੀ PR ਵਗੈਰਾ ਜਾਂ ਵਰਕ ਪਰਮਿਟ ਵਗੈਰਾ, ਉਹ ਗੱਲਾਂ ਦੂਨ ਤੇ ਚਲੇ ਜਾਂਦੇ ਨੇ, 2 ਨੰਬਰ ਤੇ। ਹੁਣ ਇਹ ਮਾਰਕੀਟ ਤੁਰੂ ਕਿਵੇਂ? ਮੈਂ ਜੇ ਉੱਥੇ ਦੇ ਨੂੰ ਦੇਸ਼ ਦੀ ਗੱਲ ਕਰਾਂ, ਨੌਕਰੀਆਂ ਪਹਿਲਾਂ ਹੈ ਨਹੀਂ, 70-80 ਲੱਖ ਬੰਦਾ ਮੁੜ ਗਿਆ ਜੇ ਦੁਨੀਆ ਦੇ ਵਿੱਚ, ਜਿਹੜਾ ਮੁੜਨ ਦੀ ਕਗਾਰ ਤੇ ਆ, ਤਿਆਰੀ 'ਚ ਬੈਠੇ ਨੇ ਲੋਕ, ਜਹਾਜ਼ ਚੜ੍ਹਨਾ ਚਾਹੁੰਦੇ ਨੇ। ਤੇ ਫਲਾਈਟਸ ਦੀ ਜਿਹੜੀ ਹੈ ਉਹ ਸੂਚਨਾ ਜਿਹੜੀ ਹੈ ਉਹ ਮਿਲ ਰਹੀ ਹੈ ਸਾਊਦੀ ਅਰਬ ਤੋਂ, ਦੁਬਈ ਤੋਂ। ਹਾਲਾਂਕਿ ਉਹ 'ਚ 200 ਬੰਦੇ ਜਾਣੇ ਨੇ, ਕੁਛ ਨਹੀਂ ਇੰਨੀ ਜਿਹੜੀ ਮਤਲਬ ਇਹ ਨਹੀਂ ਹੈ ਕਿ ਉਹਦੇ ਵਿੱਚ ਬਹੁਤ ਲੋਕ ਜਾ ਸਕਦੇ ਆ। ਪਰ ਫਿਰ ਵੀ ਸਿੰਬੋਲਿਕ ਜਿਹੜਾ ਸ਼ੁਰੂ ਕਰ ਦਿੱਤਾ ਸਾਊਦੀ ਅਰਬ ਤੋਂ, ਦਮਾਮ ਤੋਂ, ਕੋਚੀ ਨੂੰ, ਕਿਉਂਕਿ ਸਾਊਥ ਦੇ ਬਹੁਤ ਲੋਕ ਨੇ, ਮਨਾਮਾ ਤੋਂ, ਬਹਿਰੀਨ ਤੋਂ, ਜਿਹੜਾ ਉਹ ਵੀ ਸਾਊਥ ਵਾਲੇ ਪਾਸੇ, ਕੁਆਲਾਲੰਪੁਰ ਤੋਂ ਚੇਨਈ, ਸਿੰਗਾਪੁਰ ਤੋਂ ਦਿੱਲੀ, ਮਨੀਲਾ ਤੋਂ ਦਿੱਲੀ, ਲੰਡਨ ਤੋਂ ਅਹਿਮਦਾਬਾਦ, ਦੁਬਈ ਤੋਂ ਕੋਚੀ, ਢਾਕਾ ਤੋਂ ਸ਼੍ਰੀਨਗਰ, ਸੈਨ ਫਰਾਂਸਿਸਕੋ, ਦਿੱਲੀ, ਬੈਂਗਲੌਰ, ਇਹ ਉਹ ਨੇ ਜਿਹੜੇ ਵਰਕ ਪਰਮਿਟ ਤੇ ਸਿਲੀਕਨ ਵੈਲੀ ਦੇ ਵਿੱਚ। ਤੇ ਇਹ ਜਿਹੜੀ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਇਹ ਜਿਹੜਾ ਇਸ਼ੂ ਹੈ ਹੁਣ, ਇਹਨੂੰ ਹੁਣ ਤੁਸੀਂ ਇਸੇ ਗੱਲ ਤੇ ਰੱਖ ਸਕਦੇ ਹਾਂ ਆਪਾਂ ਤਾਂ, ਬਈ ਇਹ ਆਪਾਂ ਨੂੰ ਨਹੀਂ ਸੀ ਪਤਾ ਕੀ ਹੋਣਾ, ਪਰ ਇਹ ਕਿਉਂ ਹੋਇਆ ਇਹ ਤਾਂ ਦੁਨੀਆ ਸਾਜਣ ਵਾਲੇ ਨੂੰ ਹੀ ਪਤਾ ਹੈ, ਉਹਨੇ ਕਿਉਂ ਕੀਤਾ। ਰੀਸੈਟ ਵਾਲਾ ਬਟਨ ਦੱਬਤਾ, ਮੁੜ ਗਈਆਂ ਘੜੀਆਂ ਪਿੱਛੇ ਨੂੰ ਤੇ ਅਕਲ ਆ ਗਈ। ਬੰਦਾ ਹੱਥ ਮਿਲਾਉਣੋਂ ਡਰਦਾ ਹੈ, ਦੂਰੋਂ ਫਤਿਹ ਬੁਲਾਉਂਦਾ ਹੈ, ਦੂਰ ਦੀ ਵਲ ਪਾ ਕੇ ਲੰਘਦਾ ਤੁਰੇ ਜਾਂਦੇ ਬੰਦੇ ਤੋਂ ਬੰਦਾ ਡਰਨ ਲੱਗ ਗਿਆ। ਔਰ ਇਹ ਇਸ ਤਰ੍ਹਾਂ ਹੀ ਰਹਿਣਾ। ਹੁਣ ਕੰਮ ਦੀ ਕਹਾਣੀ ਹੈ। ਵਕੀਲ ਜਿਹੜੇ ਨੇ ਉਹ ਇਸ ਜਗ੍ਹਾ ਤੇ ਖੜ ਗਏ ਕਿ ਹੁਣ ਬੰਦੇ ਕੰਮ ਤੇ ਵਾਪਸ ਕਿਵੇਂ ਜਾਣ, ਕੀ ਉੱਥੇ ਸਿਕਿਉਰ ਨੇ, ਤੇ ਉਹ ਜਵਾਬ ਦੇਣ ਤੇ ਫਾਇਰ ਹੋਣ ਤੋਂ ਬਾਅਦ ਉਹਦੇ ਬੈਨੀਫਿਟ ਜਿਹੜੇ ਖਤਮ ਹੋਣੇ ਨੇ। ਇੱਕ ਬਹੁਤ ਸਿਸਟਮ, ਇੱਕ ਬੜਾ ਫਾਈਨ ਲਾਈਨ ਹੈ ਕਿ ਐਮਪਲਾਇਰ ਨੇ ਐਮਪਲਾਈ ਸੱਦ ਲਏ ਤੇ ਅੰਦਰ ਸੇਫ ਨਹੀਂ ਤੁਸੀਂ। ਕੀ ਐਮਪਲਾਈ ਜਵਾਬ ਦੇ ਸਕਦਾ? ਨੋ। ਕੀ ਉਹ ਚੈਲੰਜ ਕਰ ਸਕਦਾ ਮੇਰੀ ਸੇਫਟੀ ਚੈੱਕ ਕਰਾਓ? ਯੈਸ। ਕੀ ਐਮਪਲਾਇਰ ਬੰਦਿਆਂ ਨੂੰ ਸੱਦ ਕੇ ਬਿਨਾਂ ਸੇਫਟੀ ਤੋਂ ਸੱਦ ਸਕਦਾ ਤੇ ਉਹਨੂੰ ਮੁਸ਼ਕਿਲ ਹੋ ਜਾਵੇ, ਐਮਪਲਾਇਰ ਦੀ ਕੋਈ ਮੁਸ਼ਕਿਲ ਹੋ ਸਕਦੀ ਹੈ? ਨੋ, ਕਿਉਂਕਿ ਪ੍ਰੂਵ ਕਰਨਾ ਬਹੁਤ ਔਖਾ ਵੀ ਕੰਮ ਤੋਂ ਹੋਇਆ, ਬਾਹਰੋਂ ਹੋਇਆ, ਸੜਕ ਤੋਂ ਹੋਇਆ, ਗਰੋਸਰੀ ਸ਼ਾਪ ਤੋਂ ਹੋਇਆ, ਕਿੱਥੋਂ ਹੋਇਆ। ਹੁਣ ਇਹ ਆਰਥਿਕਤਾ ਗੱਲ ਤਾਂ ਤੁਰ ਰਹੀ ਹੈ, ਪਰ ਅਸਲ ਕਹਾਣੀ ਇਹ ਹੈ ਵੀ ਕਿਤੇ ਨਾ ਕਿਤੇ ਕੰਮ ਦੇ ਚੱਕਰ ਦੇ ਵਿੱਚ ਕੁਝ ਨਾ ਕੁਝ ਗਲਤੀਆਂ ਹੋਈਆਂ। ਜਿਹੜੀ ਕਾਰਗਿਲ ਮੀਟ ਪੁਆਇੰਟ ਹੈ, ਆਪਣੇ ਪਲਾਂਟ ਹੈ, ਜਿਹਦੇ 'ਚ 2000 ਸਭ ਤੋਂ ਵੱਡਾ ਜਿਹੜਾ ਕਲਸਟਰ ਬਣਿਆ ਕੈਨੇਡਾ ਦੇ ਵਿੱਚ, 2000 ਵਰਕਰ ਉਹ ਜਿਹੜੇ ਨੇ ਉਹਦੇ ਵਿੱਚ ਕੰਮ ਕਰਦੇ ਸੀ। 2000 ਵਰਕਰਾਂ ਦੇ ਵਿੱਚੋਂ 949 ਨੂੰ ਜਿਹੜਾ ਉਹ ਪੋਜ਼ਿਟਿਵ ਹੋਇਆ। 1550 ਟੋਟਲ ਇਹਦੇ ਨਾਲ ਲਿੰਕ ਕੀਤੇ ਗਏ ਤੇ ਇੱਕ ਉਹਦੇ 'ਚ ਮਾਰਿਆ ਗਿਆ ਜਿਹੜਾ 67 ਵਰ੍ਹਿਆਂ ਦੇ ਵਰਕਰ ਸੀ, ਕੀਪ ਬੂਈ। ਅੱਛਾ, ਉਹ ਤੇ ਉਹਦਾ ਘਰ ਵਾਲਾ ਦੋਨੇ ਇਸ ਤੇ ਵਿੱਚ ਕੰਮ ਕਰਦੇ ਸੀ। ਹੁਣ ਇਸ ਨੂੰ ਅਲਬਰਟਾ ਦੀ ਮੀਟ ਦੀ ਜਿਹੜੀ ਪੈਕਿੰਗ ਦੀ ਫੈਸਿਲਿਟੀ ਹੈ, ਬੀਫ ਇੰਡਸਟਰੀ ਬਹੁਤ ਵੱਡੀ ਇੰਡਸਟਰੀ ਹੈ, ਇਹਦਾ ਪਹਿਲਾ ਕੇਸ ਅਲਬਰਟਾ ਦਾ 5 ਮਾਰਚ ਨੂੰ ਹੋਇਆ COVID-19 ਦਾ। ਉਦੋਂ ਬਾਅਦ 23 ਮਾਰਚ ਨੂੰ ਕਾਰਗਿਲ ਵਰਕਰ ਜਿਹੜੇ ਨੇ ਉਹਨਾਂ ਨੂੰ ਕਹਿਤਾ ਕਿ $2 ਵੱਧ ਤੁਹਾਨੂੰ ਮਿਲੇਗਾ। ਦੇਖੋ ਮਤਲਬ ਉਹ ਵੀ ਕੀ ਕਰਨ, ਇਹ ਬੀਫ ਹੋ ਗਿਆ, ਪੋਰਕ ਹੋ ਗਿਆ, ਉਹ $50 ਦਿਹਾੜੀ ਦੇ ਖਾ ਰਹੇ ਨੇ ਜਦੋਂ ਸਲੌਟਰ ਨਹੀਂ ਹੁੰਦੇ। ਬਿਜ਼ਨਸ ਹੈ ਉਹਨਾਂ ਨੂੰ, ਉਹ ਮੀਟ ਦੀ ਸਪਲਾਈ ਹੈ, ਉਹਨਾਂ ਨੂੰ ਵੱਢਣਾ ਪੈਣਾ। ਇਹ ਪਲਾਂਟ ਦੇ ਵਿੱਚ ਜਿਹੜਾ ਬੀਫ ਦਾ ਪਲਾਂਟ ਆ ਉਹ ਤਾਂ ਤੁਸੀਂ ਖੜ ਨਹੀਂ ਸਕਦੇ ਜੇ ਤੁਹਾਡਾ ਜਿਗਰਾ ਕੈੜਾ ਨਹੀਂ ਹੈ। ਤੁਸੀਂ ਉਹ ਜਦ ਉਹਨੂੰ ਵੱਢਦੇ ਆ, ਪਤਾ ਨਹੀਂ ਕੀ ਕੁਛ ਕਰਦੇ ਆ,
इस तरह सूरां नूं ते स्लॉटर हाउस तो स्लॉटर हाउस है, पता ही उस की हुंदा। $2 तनख्वाह वधा दित्ती बई रौला जिहड़ा ना पवे। यूनीयन ने कारगिल मैनेजमेंट दे नाल 30 मार्च नूं लिखिया कि साडे नाल एक मीटिंग करो ते 2 दिनों बाद कारगिल की जिहड़ी मैनेजमेंट आ कहते भी बड़ा लिमिटेड ही अवेलेबल आ मीटिंग अवेलेबिलिटी आ मीटिंग लई ते यूनीयन मई हो गई, कहते हले तक सानू कारगिल की मैनेजमेंट नहीं मिली। ते उहदे बाद 6 अप्रैल नूं कारगिल के मीट पैकिंग दे विच हाई रिवर अल्बर्टा दे विच प्लांट ते पहला केस 6 अप्रैल नूं उहदे विच होया। अप्रैल 11 नूं इस एरिए दे विच गल जिहड़ी बीमार लोग होण लग गए ते अगे तो अगे अगे अल्बर्टा हैल्थ सर्विस ने कन्फर्म किया कि इंस्पैक्टर उत्थे जा रहे ने ते चैक कर रहे ने ते यूनीयन ने कहा 38 वर्कर ने जिहड़े वो पॉजिटिव हो गए। ये अप्रैल 13 की गल है। उसदे बाद अप्रैल 13 नूं अल्बर्टा हेल्थ ने कहा असीं केस नहीं दस सकते कारगिल मीट प्लांट च किन्ने ने ते लोग ना इहदे विचों डर जाण ते फिर गल्लां बाहर चलण लगियां ते मतलब एक एडे वड्डे केस 1500 के करीब एक प्लांट दे विचों ते सरकार एम्पलॉयर बस गल्लां कर रहे हैं। एक केस है हुण जद वापस वर्करां नूं आपां सद रहे हैं, वर्कर आ जाण हुण इस गल ते लोग आके खड़ गए भी वर्कर सेफ होणगे जिथे असीं जाना। कल 2 दिन हो गए मुंडे लो बला दे विच रौला पाउंदे नूं 190 वाली जिहड़ी उन्हां दी फैसिलिटी है कैंबल हाइट बिजनेस पार्क च, उस बंदे 2 पॉजिटिव पाए गए। वो कहंदे इसनूं सैनिटाइज करो, सानू प्रोटैक्टिव गेयर दो, इहनूं बंद करके प्लांट नूं चैक करो, पर कित्थे कोई सुणदा। वो बाहर निकलते हैं, अद्धे काम ते चले जाते हैं, अद्धे रह जिहड़े रह गए जिहड़े मुड़ गए। हुण हर एक दी अपनी मुश्किल है भी काम तो कोई कढ ना दवे, फायर ना कर दवे। फायर कीता की करूंगा मैं अनएम्पलॉयमेंट ते एक बेनीफिट। हुण इहदे ते एंड्रू शीयर ने भी गल कीती है। एंड्रू शीयर कहंदा भी ये हुण मैनूं समझ नहीं आ रही भी काम ते वापस लोग किवें जाणगे जिन्हां नूं $2000 मिल रहा है। जां तक ये करो ते बई लोकां दे बेनीफिट वधाओ काम ते लोग कामां ते वापस आउण। हुण जिहनूं मिलदा जी तनख्वाह 2000 सी कट कटा के उहनूं 2000 मिल रहा है, वो कहंदा भी वो किन्ना चिर जाऊ, पर ये बेनीफिट भी किन्ना चिर मिलने ने। हुण जिहड़े क्रेडिट ते जिहड़े काउंसलर ने ते बैंकरप्सी वाले काउंसलर ने, वो कहंदे जिहड़ा अगस्त दे पहले पता महीने वीक च पता लगना ना, हले तो ठीक है, मई जून जुलाई मिल जाना 2-2 हज़ार। अगस्त जब टैक्स मोड़ना ते उधरों काम ना शुरू होए ते काम बंद हो गए, लोग जाणगे कित्थे नूं। वसों साडी घट है, खैर कैनेडा दे विच सानूं मुश्किल नहीं, असीं 3-3.5 करोड़ के करीब ते बड़ा कुछ दालां ते सब्जियां ते आलू प्रिंस एडवर्ड आइलैंड दे ते कणक सारी प्रेरी दी, सानूं कोई तंगी नहीं है, सैल्फ सस्टेनेबिलिटी है। पर आर्थिकता जब खराब एक देश की होगी, दुनिया की खराब है। हुण ये नहीं कह सकते भी कनेडा की कल्ले की खराब है। मैं तो डिवेलपिंग कंट्रियां नूं सोचदा भी बनू की जिन्हां कोल सिस्टम कोई नहीं, मॉडल कोई नहीं, भारत वर्गे देश दे विच बनूगा की, किवें लोग सरवाइव करनगे, किवें लोग निकलणगे घरां चों, कित्थे हुण दम टुट रहा उन्हां ते सड़कां ते जिस दिन लोग आ गए तो सरकार ते पुलिस 70,000 टोटल पुलिस दे मैंबर ने पंजाब दे विच, की करनगे ओह, किहनूं रोक लैणगे ओह, मिलटरी किहनूं रोक लू। तो एक देश जिन्हां दे विच जद वध हुण 200-300 बंदा दिहाड़ी दा मर रहा, जिहड़ा पुष्टि है जिहड़ी अपुष्ट पता नहीं किन्ने होणगे। ते हुण जद फैलणा वो फैलणा ही आ। हुण कल शराब दे ठेकिਆਂ दे बाहर लाइनां वेखो, एक दूजे की मोढे ते गर्दन मोढे ते ठोडी रखी खड़े सी ते चौंपड़ियां ते जे उत्थे ये चीज़ नहीं, उत्थे तां ढिड नूं झुलका देण दी गल है। उत्थे कौन की करदा ते मास्क की ते सैनिटाइजर की, तां गल्लां ही दूजो।
तो इस कोविड-19 ने एक इंसान ਨੂੰ उस जगह ਤੇ खड़ा ਦਿੱਤਾ कि वो करे की सप ਦੇ ਮੂੰਹ 'ਚ ਕੋੜ ਕਿਹੜੀ आ गई। ਹੁਣ जब ਕੰਮਾਂ ਤੇ वापस आउण ਦੀ ਗੱਲ ਚੱਲਣੀ है ਤਾਂ ਉਹਦੇ ਵਿੱਚ बड़ा औखा ਜਿਹੜਾ ਕੰਮ होना कि ਹੁਣ मुड़े कौन ਤੇ कौन ना मुड़े। इकोनॉमी खुलनी सब ਨੂੰ ਚੰਗੀ ਲੱਗ ਰਹੀ है ਤੇ ਇਹ याद रखियो जिथे बंद ਕੰਮ ਕਿਹਾ ਹੋਇਆ ਨਾ ਵੀ ਬਿਜ਼ਨਸ ਬੰਦ ਨੇ ਇਕੱਠੇ ਨਹੀਂ ਹੋ ਸਕਦੇ, ਤੁਸੀਂ ਜੇ ਬੈਕ ਡੋਰ ਦੇ ਵਿੱਚ ਵੀ ਵਾੜਦੇ ਹੋ ਜੁਰਮਾਨਾ 50-50 ਹਜ਼ਾਰ ਹੈ ਔਰ ਹੋ ਰਿਹਾ ਕਮਿਊਨਿਟੀ ਦੇ ਵਿੱਚ। ਖਾਸ ਖਿਆਲ ਰੱਖਿਓ। ਇਹ ਠੀਕ ਹੈ ਸਾਨੂੰ ਪੈਸੇ ਧੇਲੇ ਚਾਹੀਦੇ ਨੇ। ਸੋ ਹੁਣ ਜਦ ਕੰਮ ਤੇ ਵਾਪਸ ਜਾਣ ਦੀ ਗੱਲ ਚੱਲਣੀ ਹੈ ਤਾਂ ਕੰਮ ਨੂੰ ਮੇਰੇ ਖਿਆਲ ਜਿਹੜਾ ਕੰਮ ਬੰਦ ਪਿਆ ਜਦ ਤੁਸੀਂ ਵਾਪਸ ਜਾਣਾ ਉਹਦੇ ਤੇ ਗੱਲ ਇਹ ਜ਼ਰੂਰ ਕਰਿਓ ਕਿ ਸਫਾਈ ਤੇ ਤੁਹਾਡੀ ਸਿਹਤ ਦੇ ਨਾਲ ਖਿਲਵਾੜ ਨਾ ਹੋਵੇ। ਔਰ ਇਹ ਵੀ ਗੱਲ ਹੁਣ ਸਾਹਮਣੇ ਆ ਗਈ ਕਿ ਨੌਜਵਾਨ ਜਿਹੜੇ ਯੰਗ ਨੇ 50 ਸਾਲ 45 ਸਾਲ ਤੱਕ ਉਹਨਾਂ ਨੂੰ ਬਹੁਤ ਘੱਟ ਇਹ ਜਿਹੜਾ ਵਾਇਰਸ ਹੋਇਆ। ਬਜ਼ੁਰਗਾਂ ਨੂੰ ਬਹੁਤ ਹੋਇਆ। ਬਜ਼ੁਰਗ ਜਿਹੜੇ ਬਣੇ ਬਣਾਏ ਜਿਹੜੇ ਕੇਅਰ ਹੋਮ ਨੇ ਉਹ ਖਾਲੀ ਹੋ ਗਏ। ਬਜ਼ੁਰਗਾਂ ਨੂੰ ਇਹ ਬਹੁਤ ਹੀ ਹੋਇਆ। ਤੇ ਅਮਰੀਕਾ ਦੇ ਵਿੱਚੋਂ ਇੱਕ ਥਿੰਕ ਟੈਂਕ ਨੇ ਅੱਜ ਖਬਰ ਦਿੱਤੀ ਹੈ ਕਿ ਇੱਕ ਗਰੁੱਪ ਨੇ ਖਬਰ ਦਿੱਤੀ ਹੈ ਵਾਸ਼ਿੰਗਟਨ DC ਦਿਆਂ ਨੇ ਬਈ ਜਿਹੜੇ ਇੱਥੇ ਬਣੇ ਬਣਾਏ ਜਿਹੜੇ ਬਜ਼ੁਰਗਾਂ ਦੇ ਇੱਕ ਜਿਹੜੇ ਕੇਅਰ ਹੋਮ ਸੀ ਉਹ ਖਾਲੀ ਹੋ ਗਏ। ਮਤਲਬ ਅਫਰੀਕਨ ਅਮਰੀਕਨ ਤੇ ਲੈਟਨ ਅਮਰੀਕਨ ਜਿਹੜੇ ਨੇ ਉਹ ਇਸ ਤਰ੍ਹਾਂ ਹੋਇਆ। ਸਾਡੇ ਫਿਰ ਵੀ ਅਸੀਂ ਸੁੱਖ ਹੈ ਪਰ ਜਿੱਥੇ ਪਬਲਿਕ ਨਾਲ ਰਿਲੇਟਡ ਕੁਛ ਨੌਕਰੀਆਂ ਨੇ ਉੱਥੇ ਜਿਹੜੀ ਹੈ ਉਹ ਮੁਸ਼ਕਿਲ ਹੋਈ ਹੈ। ਇਹ ਜ਼ਰੂਰੀ ਹੈ। ਜਿੱਥੇ ਹੁਣ ਤਾਂ ਟੈਕਸੀ ਇੰਡਸਟਰੀ ਹੈ, ਟੈਕਸੀ ਵਾਲੇ ਮੁੰਡੇ ਘਰੇ ਬੈਠ ਕੇ ਬਹੁਤ ਤੇ ਪਰ ਫਿਰ ਵੀ ਉਹਨਾਂ ਨੂੰ ਇਹ ਮੁਸ਼ਕਿਲ ਦੇ ਵਿੱਚ ਦੀ ਲੰਘਣਾ ਪੈ ਰਿਹਾ। ਟੋਰਾਂਟੋ ਦੇ ਵਿੱਚ ਜਿਹੜੇ 10 ਦੇ ਕਰੀਬ ਜਿਹੜੇ ਨੇ ਡਰਾਈਵਰ ਜਿਹੜੇ ਨੇ ਉਹ ਮਾਰੇ ਗਏ ਨੇ, ਟੈਕਸੀ ਡਰਾਈਵਰ। ਇੱਥੇ ਵੀ ਮੁੰਡੇ ਗੱਡੀਆਂ ਖੜਾਈ ਖੜੇ ਨੇ। ਇੱਕ ਕਿਸੇ ਵੀ ਆਪਣੀ ਕੰਪਨੀ ਦੇ ਵਿੱਚੋਂ ਘੱਟੋ ਘੱਟ ਜੇ 100 ਟੈਕਸੀ ਹੈ ਤਾਂ 10-15 ਟੈਕਸੀਆਂ ਚੱਲ ਰਹੀਆਂ। ਡਰ ਗਏ ਲੋਕ। ਖੈਰ ਇੱਧਰ ਤਾਂ ਪਹਿਲਾਂ ਹੀ ਜਿਹੜਾ ਜੇ ਆਪਾਂ ਦੇਖੀਏ ਤੇ ਜਿਹੜਾ ਟੈਕਸੀ ਇੰਡਸਟਰੀ ਦਾ ਤਾਂ ਪਹਿਲਾਂ ਹੀ ਊਬਰ ਕਰਕੇ ਹੀ ਮੰਦੇ ਹਾਲ ਦੇ ਵਿੱਚ ਦੀ ਗੁਜ਼ਰ ਰਹੀ ਸੀ ਤੇ ਪਰ ਉਹ ਸੜਕ ਤੇ ਤੁਰੇ ਫਿਰਦੇ ਸੀ, ਕੁਛ ਨਹੀਂ ਸੀ ਤੇ ਹੁਣ ਇਸ ਨੇ ਦੂਰੀ ਮਾਰ ਕਰ ਦਿੱਤੀ। ਵਪਾਰਕ ਸੰਦੇਸ਼ਾਂ ਤੋਂ ਬਾਅਦ ਵਾਪਸ ਆਉਣਾ ਜੀ, ਹੋਰ ਖਬਰਾਂ ਸਾਂਝੀਆਂ ਕਰਦੇ। ਦੁਨੀਆ ਦੀਆਂ ਕੁਝ ਖਬਰਾਂ ਜਿਹੜੀਆਂ ਉਹਦੇ ਵਿੱਚ ਟਰੰਪ ਹੋਰਾਂ ਦੇ ਦੇਸ਼ ਦੇ ਵਿੱਚ ਆਰਥਿਕਤਾ ਦੀ ਗੱਲ ਤੇ ਜੈਰਡ ਕੁਸ਼ਨਰ ਜਿਹੜਾ ਜਵਾਈ ਹੈ ਸਰਪੰਚ ਹੋਰਾਂ ਦਾ ਉਹਦੀ ਨਲਾਇਕੀ ਦੀਆਂ ਗੱਲਾਂ ਬੜੀਆਂ ਹੋ ਰਹੀਆਂ ਨੇ। ਇਹ ਤਾਂ ਮੇਰੇ ਖਿਆਲ ਪਹਿਲੀ ਵਾਰ ਹੋਣਾ ਕਿਸੇ ਪ੍ਰੈਜ਼ੀਡੈਂਟ ਦੇ ਇਤਿਹਾਸ ਦੇ ਵਿੱਚ ਕਿ ਆਪਣੀ ਧੀ ਨੂੰ ਆਪਣੀ ਜਵਾਈ ਨੂੰ ਉਹਨੇ ਨੌਕਰੀ ਦਿੱਤੀ ਹੋਈ ਹੈ। ਤੇ ਜੈਰਡ ਕੁਸ਼ਨਰ ਕੋਲ ਬਹੁਤ ਉੱਚਾ ਅਹੁਦਾ, ਸੀਨੀਅਰ ਐਡਵਾਈਜ਼ਰ ਆ ਉਹ। ਪਰ ਉਸ ਦੇ ਬਾਰੇ ਕਿਉਂਕਿ ਟਾਸਕ ਫੋਰਸ ਦਾ ਉਹ ਮੈਂਬਰ ਹੈ ਤੇ ਉਹ ਟਾਸਕ ਫੋਰਸ ਕਰਕੇ ਉਸ ਦੀਆਂ ਸੁਣਦੇ ਤਾਂ ਹੈ ਗੱਲਾਂ ਲੋਕ ਪਰ ਮਨ ਨਹੀਂ ਉਹਨਾਂ ਦਾ ਹੈ ਵੀ ਇਹ ਗੱਲ ਸਹੀ ਕਰਦਾ। ਤੇ ਪਰ ਹੁਣ ਕਹੇ ਕੌਣ? ਉਹ ਕਹਿਣ ਦਿੰਦਾ ਨਹੀਂ ਕਿਸੇ ਨੂੰ। ਡਾਕਟਰ ਫੌਚੀ ਨਾਲ ਵੀ ਖੜਕ ਗਈ ਤੇ ਆਪਣਾ ਸਟਾਈਲ ਹੈ ਪ੍ਰੈਜ਼ੀਡੈਂਟ ਟਰੰਪ ਹੋਰਾਂ ਦਾ, ਝੱਲਦਾ ਨਹੀਂ ਕਿਸੇ ਦੀ। ਕਹਿੰਦਾ $200 ਮਿਲੀਅਨ ਆਪਣਾ ਖਰਚ ਕੇ ਮੈਂ ਬਣਿਆ ਰਾਸ਼ਟਰਪਤੀ। ਪਰ ਦੁਨੀਆ ਝਾਕਦੀ ਹੈ, ਇੱਕ ਅਹੁਦਾ ਬਹੁਤ ਵੱਡਾ ਤੇ ਹੁਣ ਯੂਰਪੀਅਨ ਯੂਨੀਅਨ ਦੇ ਪਿੱਛੇ ਪਏ ਨੇ ਕਿ ਸਾਡੇ ਨਾਲ ਹੋਵੋ ਤੇ ਅਸੀਂ ਚੀਨ ਨੂੰ ਚੈੱਕ ਕਰਨਾ ਕਿ ਚੀਨ ਨੇ ਇਹ ਜਿਹੜਾ ਵਾਇਰਸ ਹੈ ਇਹ ਭੇਜਿਆ ਜਾਂ ਨਹੀਂ ਭੇਜਿਆ ਤੇ ਕਿਵੇਂ ਭੇਜਿਆ, ਕੀ ਹੋਇਆ ਵੁਹਾਨ ਦੇ ਵਿੱਚ। ਫੌਜੀ ਕਹਿੰਦਾ ਇਹ ਗੱਲ ਸਿੱਧ ਨਹੀਂ ਹੋਈ, ਇਸ ਤਰ੍ਹਾਂ ਨਹੀਂ ਹੈ, ਮੈਨ ਮੇਡ ਨਹੀਂ ਹੈ, ਇਹ ਬਸ ਹੋ ਗਿਆ ਮਤਲਬ ਹੋ ਗਿਆ। ਉਧਰ ਉਹਨਾਂ ਨੇ ਇੱਕ ਵੱਡਾ ਜਿਹੜਾ ਸਪੇਸ ਕ੍ਰਾਫਟ ਇੱਕ ਚਾੜ ਦਿੱਤਾ ਤੇ ਆਪਣਾ ਇੰਟਰਨੈਸ਼ਨਲ ਸਪੇਸ ਸਟੇਸ਼ਨ ਬਣਾਉਣ ਦੀ ਗੱਲ ਚਾਈਨਾ ਕਰ ਰਿਹਾ। ਕੈਪਸੂਲ ਵੀ ਇੱਕ ਚਾੜਿਆ ਤੇ ਕੈਪਸੂਲ ਰਾਹੀਂ ਜਿਹਦੇ ਨਾਲ ਮੁੜ ਕੇ ਆਉਂਦੇ ਸੋਯੂਜ਼ ਦੇ ਨਾਲ ਜਿਵੇਂ ਰਸ਼ੀਆ 'ਚ ਮੁੜ ਕੇ ਆਉਂਦੇ ਨੇ ਇਸ ਤਰ੍ਹਾਂ ਉਹਨਾਂ ਨੇ ਵੀ ਭੇਜੇ।
ਇਹ ਹੁਣ ਸਮਾਂ ਦੱਸੇਗਾ, ਦੁਨੀਆ ਦੱਸੇਗੀ ਕਿ ਚੀਨ ਵੱਲ ਨੂੰ ਕੀ ਇਖਤਿਆਰ ਹੁੰਦਾ ਜੇ ਉੱਥੋਂ ਸਨਅਤ ਹਿੱਲ ਗਈ। ਅਸਲ ਹੁਣ ਜੇ ਦੇਖੀਏ ਇਹ ਬੁਰਜੂਆ ਤਾਣਾ ਬਾਣਾ ਜਿਹੜਾ ਵੀ ਹੈ, ਗਏ ਤਾਂ ਪੈਸੇ ਕਮਾਉਣ ਸੀ, ਉਹਨੇ ਤਾਂ ਆਪਣੀ ਤਰੱਕੀ, ਉਹਨੂੰ ਉਹਦੇ ਕੋਲ ਵਸੋਂ ਬਹੁਤ ਆ, ਉਹਨੇ ਆਪਣੇ ਬੰਦਿਆਂ ਨੂੰ ਨੌਕਰੀ ਦੇਣੀ ਸੀ। ਇੱਥੋਂ ਬਾਹਰਲੇ ਦੇਸ਼ਾਂ ਜਿੱਥੇ ਬ੍ਰਾਂਡ ਬਣੇ ਸੀ, ਉੱਥੋਂ ਜਦ ਉਹ $100 'ਚ ਬਣਦੀ ਚੀਜ਼ $2 'ਚ ਬਣ ਲੱਗ ਗਈ, $5 'ਚ ਬਣ ਲੱਗ ਗਈ, ਇਹ ਤੜੀ ਤੁਪੜੀ ਚੱਕ ਕੇ ਚੀਨ ਜਾ ਵੜੇ। ਤੇ ਹੁਣ ਉਹਦੀ ਮਰਜ਼ੀ ਹੈ, ਉਹਨੇ ਕਿੰਨੇ ਕੁ ਪੈਸੇ ਅਮਰੀਕਨ ਬਾਹਰਲੀਆਂ ਕੰਪਨੀਆਂ ਜਿੰਨੀਆਂ ਨੂੰ ਉਹਦੇ 'ਚ ਸ਼ੇਅਰਾਂ 'ਚ ਪਾਏ ਜਾਂ ਕੀ ਪਾਏ, ਪਰ ਉਹ ਪੈਰੀ ਆਪਣੇ ਫੇਰ ਹੈ। ਤੇ ਗੱਲ ਬਾਹਰ ਆਉਣੀ ਹੈ ਜਾਂ ਨਹੀਂ, ਕਿੰਨੀ ਕੁ ਆਉਣੀ ਉਹ ਤਾਂ ਚੀਨ ਦੀ ਮਰਜ਼ੀ ਹੈ। ਹੁਣ ਵੀਅਤਨਾਮ ਦੇ ਵੱਲ ਨੂੰ ਲੋਕ ਝਾਕ ਰਹੇ ਨੇ। ਹੁਣ ਜਿਹੜੇ ਖੱਬੇ ਪੱਖੀ ਮੁਲਕ ਨੇ, ਵਿਚਾਰਧਾਰਾ ਵੈਸਟਰਨ ਵਰਲਡ ਉੱਥੇ ਕੋਸ਼ਿਸ਼ ਤਾਂ ਕਰਦਾ ਜਾਣ ਦਾ, ਪਰ ਡਰਦਾ ਵੀ ਆ ਵੀ ਇਹਨਾਂ ਦਾ ਕੀ ਪਤਾ, ਕੀ ਕਰ ਲਾਂਗੇ ਇਹਨੂੰ। ਬਰਾਬਰਤਾ ਦੀ ਕਹਾਣੀ, ਇਹ ਗੱਲ ਲੋਕਾਂ ਦੇ ਪੰਜਾਬ ਦੇ ਵਿੱਚ, ਕਿਉਂਕਿ ਅਸੀਂ ਉਸ ਸੂਬੇ ਚੋਂ ਆਏ ਜਿੱਥੇ ਅਸੀਂ ਇਹਨਾਂ ਦੇ ਲੈਕਚਰ, ਇਹਨਾਂ ਦੇ ਜਲਸੇ ਵੇਖਦੇ ਸੀ ਜੀ, ਇਉਂ ਲੱਗਦਾ ਸੀ ਇਹ ਬਰਾਬਰਤਾ ਦੀ ਗੱਲ ਕਮੀਆਂ ਦੇ ਵਿਹੜੇ ਵਾਲੀ ਗੱਲ, ਇਹ ਬਰਾਬਰਤਾ ਵਾਲੀ ਇੱਕ ਜਮਾਤ ਆ। ਪਰ ਜੇ ਤੁਸੀਂ ਇਤਿਹਾਸ ਵੇਖਦੇ ਹੋ, ਜਿਵੇਂ ਮੈਂ ਪਰਸੋਂ ਦੱਸਦਾ ਸੀ ਕਿ 100 ਸਾਲਾਂ ਦੇ ਵਿੱਚ 10 ਕਰੋੜ ਬੰਦਾ ਜਿਹੜਾ ਹੈ, ਚਾਹੇ ਉਹ ਲੈਨਨ ਦੇ ਸਮੇਂ ਦੀ ਗੱਲ ਹੋਵੇ, ਸਟਾਲਿਨ ਦੀ ਗੱਲ ਹੋਵੇ, ਮਾਓ ਦੀ ਗੱਲ ਹੋਵੇ, ਤੇ ਤੁਸੀਂ ਦੇਖੋ ਤਾਂ ਸਹੀ ਵੀ ਕਿਵੇਂ ਚੀਨ ਦੇ ਵਿੱਚ ਵੀ ਬੜਾਂਗਾ ਕਿਵੇਂ ਕੀਤਾ। ਤੇ ਉਹ ਹੁਣ ਪਤਾ ਨਹੀਂ ਲੋਕਾਂ ਨੂੰ ਅੱਜ ਦੀ ਗੱਲ ਇਹ ਬਰਾਬਰਤਾ ਦੀ ਗੱਲ ਹੈ ਜੀ। ਨਾਲੇ ਸਾਡਾ ਅਸਲ ਮਨੁੱਖੀ ਮਨ ਵੀ ਬਣ ਗਿਆ ਕਿ ਜਿੱਥੇ ਜੇ ਤਾਂ ਖੱਬੇ ਪੱਖੀਆਂ ਦੀ ਗੱਲ ਨਾਲ ਸ਼ੋਹਰਤ ਮਿਲ ਜਾਏ, ਖੱਬੇ ਪੱਖੀਆਂ ਵਾਲੀ ਕਰ ਲਓ, ਕੱਲ ਨੂੰ ਸੱਜੇ ਪੱਖੀਆਂ ਵਾਲੇ ਹੋਣਗੇ, ਸੱਜੇ ਪੱਖੀਆਂ ਵਾਲੇ ਮੋਢੇ ਤੇ ਰੱਖ ਕੇ ਸੋਟੀ ਖੜ ਜਾਓ, ਬਸ ਸੌਦਾ ਵੇਚਣਾ 20-50 ਮਿੰਟ ਘੰਟਾ ਤੇ ਗੱਲਾਂ ਜਿਹੜੀਆਂ ਮਰਜ਼ੀ ਕਰ ਲਓ, ਦੇਖੀ ਜੀ ਕਿਹੜਾ ਪੁੱਛਦਾ ਇੱਥੇ। ਔਰ ਵਿਚਾਰਧਾਰਾ ਜਿਹੜੀ ਆ ਕੋਈ ਵੀ ਹੋਵੇ, ਮਨੁੱਖਤਾ ਦੇ ਨੇੜੇ ਹੋਵੇ, ਮਨੁੱਖਤਾ ਦੇ ਕੰਮ ਕਰਦੀ ਹੋਵੇ, ਅਸਲ ਮਨ ਹੈ ਆਪਣੇ ਤਰੀਕੇ ਨਾਲ ਜੋੜਦਾ ਜੀ। ਉਹ ਅਸਲ ਕਹਾਣੀ ਤਾਂ ਇੱਥੇ ਆ ਕੇ ਖੜ ਗਈ ਕਿ ਕਿਸੇ ਚੀਜ਼ ਨੂੰ ਇਨਸਾਨ ਆਪਣੇ ਤਰੀਕੇ ਨਾਲ ਸੋਚਦਾ। ਮੇਰੇ ਖਿਆਲ ਕਿਸੇ ਵੀ ਕਨਫਲਿਕਟ ਚੋਂ ਨਿਕਲਣ ਦੇ ਲਈ ਇੱਕ ਬਹੁਤ ਵਧੀਆ ਸੂਤਰਧਾਰ ਹੋ ਸਕਦਾ ਵੀ ਕਿਸੇ ਚੀਜ਼ ਨੂੰ ਵੇਖਣ ਲਈ ਹਰ ਇੱਕ ਦੀ ਆਪਣੀ ਅੱਖ ਹੈ ਤੇ ਉਸ ਦੇ ਓਪੀਨੀਅਨ ਦਾ ਸਤਿਕਾਰ ਦੇਣਾ ਚਾਹੀਦਾ। ਪਰ ਇਨ ਜਨਰਲ ਜਿੱਥੇ ਦੁਨੀਆ ਜਿਹੜੀ ਇਫੈਕਟ ਹੁੰਦੀ ਆ, ਉਹ ਕੁਛ ਨਿਆਂ ਪ੍ਰਣਾਲੀ, ਕੁਛ ਪਾਲਿਸੀਜ਼ ਅਜਿਹੀਆਂ ਹੋਣੀਆਂ ਚਾਹੀਦੀਆਂ ਨੇ ਜਿਹਦੇ ਤੇ ਲੋਕ ਸਿਰ ਜੋੜ ਕੇ ਬੈਠ ਸਕਣ ਕਿ ਇਹ ਗਲੋਬਲ ਵਿਲੇਜ ਤੇ ਪਿੰਡ, ਇਹਦੇ ਤਾਂ ਗੱਲਾਂ ਗੁੱਲਾਂ ਮੁੱਕ ਗਈਆਂ। ਹੁਣ ਤਾਂ ਆਪਣੀ ਆਪਣੀ ਉਹ ਕਹਾਣੀਆਂ ਵੀ ਮੇਰੇ ਦੇਸ਼ 'ਚ ਕੀ ਹੈ, ਗਲੋਬਲ ਵਿਲੇਜ ਦੇ ਪੀਸ ਕੀਪਿੰਗ ਫੋਰਸ ਜੀ, ਚਲੋ ਜੀ ਏਡਸ ਦੀ ਦਵਾਈ, ਪੋਲੀਓ ਦੀ ਦਵਾਈ ਪਿਲਾਈਏ, ਅਫਰੀਕਾ 'ਚ ਨੂੰ ਚੱਲੀਏ, ਕਿਸੇ ਨੇ ਨਹੀਂ ਜਾਣਾ। ਤੁਸੀਂ ਦੇਖਿਓ ਆਉਣ ਵਾਲੇ ਸਾਲਾਂ 'ਚ ਹੋਣਾ ਹੁਣ ਕੀ ਹੈ। ਬਜਟ ਜਿਹੜੇ ਯੂਨਾਈਟਿਡ ਨੇਸ਼ਨ ਦੇ ਵਿੱਚ ਪੀਸ ਕੀਪਿੰਗ 'ਚ ਜਾਣੇ ਨੇ, ਪੈਸਾ ਧੇਲਾ ਜਾਣਾ ਉਹੀ ਦੇਸ਼ ਦੇਣਗੇ ਜਿਨ੍ਹਾਂ ਕੋਲ ਹੋਊ। ਇੱਥੇ ਤਾਂ ਆਪਣਾ ਲੱਕ ਟੁੱਟ ਗਿਆ, ਪ੍ਰਾਹੁਣੇ ਨੂੰ ਕੀ ਛਕਾਉਂਗੇ ਜਦ ਘਰ ਖਾਣ ਨੂੰ ਕੁਛ ਹੈ ਨਹੀਂ। ਔਰ ਹੋਣਾ ਵੀ ਇਹੀ ਹੈ। ਹੁਣ 200 ਜਣਾ ਕੀਨੀਆ ਦੇ ਵਿੱਚ ਹੜ੍ਹ ਆ ਗਏ, ਹਜ਼ਾਰਾਂ ਹੀ ਉੱਥੋਂ 1000 ਤੇ 200 ਮਰ ਗਏ, ਬਸ ਗੱਲ ਖਤਮ ਹੈ। ਖਬਰਾਂ ਛਪ ਗਈਆਂ ਤੇ ਬਸ ਇੰਨੀ ਉਹ ਹੋਣੀ। ਉਹ ਨੀਲੀ ਟੋਪੀਆਂ ਵਾਲੀਆਂ ਫੌਜਾਂ, ਪੀਸ ਕੀਪਿੰਗ ਫੋਰਸਿਸ। ਔਰ ਦੁੱਖ ਇਹ ਹੁੰਦਾ ਸੀ ਕਿ ਉਹ ਪੀਸ ਕੀਪਿੰਗ ਲਈ ਤਾਂ ਉੱਥੇ ਅਸੀਂ ਚਲੇ ਜਾਂਦੇ ਸੀ, ਭਾਰਤ ਦੇ ਵੀ ਚਲੇ ਗਏ, ਕੈਨੇਡਾ ਦੇ ਵੀ ਚਲੇ ਗਏ। ਉਹਨਾਂ ਦੇ ਆਪਣੇ ਦੇਸ਼ਾਂ ਦੇ ਵਿੱਚ ਜਿੱਥੇ ਮਨੁੱਖੀ ਹੱਕਾਂ ਦਾ ਘਾੜ ਹੁੰਦਾ ਹੈ, ਉੱਥੇ ਪੀਸ ਕੀਪਿੰਗ ਫੋਰਸ ਕਰੂਗੀ। ਤੇ ਹਰ ਲੀਡਰ ਹੁਣ ਦੁਨੀਆ ਦਾ ਇਹ ਸੋਚ ਰਿਹਾ ਕਿ ਮੈਂ ਇਹਦੇ ਵਿੱਚ ਦੀ ਲੰਘ ਕੇ ਦੁਬਾਰਾ ਸਾਰਾ ਕੁਝ COVID-19 ਦੇ ਗਲ 'ਚ ਕਿਵੇਂ ਪਾਉਣਾ, ਘਾਟਾ ਵਾਧਾ, ਬੈਡ ਗੁੱਡ ਪਾਲਿਸੀਜ਼ ਕਿਵੇਂ ਨੇ। ਹੁਣ ਭਾਰਤ ਦੇ ਵਿੱਚ ਮੋਦੀ ਉਹਨਾਂ ਨੇ COVID-19 ਦੇ ਖਾਤੇ ਦੇਖੋ ਕੀ ਕੁਛ ਪਾਉਣਾ, ਸਭ ਕੁਛ ਜਿਹੜਾ 67,000 ਕਰੋੜ ਦੀ ਮਾਫੀ ਦਿੱਤੀ ਹੈ, ਜਿਨ੍ਹਾਂ ਦੇ ਰੈਕਡ ਜਿਹੜੇ ਨੇ ਸੜ ਗਏ ਸਾਰੇ। ਕਮਰੇ ਨੂੰ ਉਹਨੂੰ ਹੀ ਬੰਬੇ 'ਚ ਅੱਗ ਲੱਗਦੀ ਹੈ ਜਿਹਦੇ ਵਿੱਚ ਇਹ ਭਗੌੜਿਆਂ ਦਾ ਸਮਾਨ ਪਿਆ ਹੋਵੇ, ਉਹਨਾਂ ਦੇ ਪੇਪਰ ਪਏ। ਹੁਣ ਅੱਜ ਦੇ ਸਮੇਂ 'ਚ ਹਲੇ ਪੇਪਰਾਂ ਦੇ ਵਿੱਚ ਫਿਰਦਾ ਸਭ ਕੁਛ, ਪਰ ਕਹਿਣਾ ਨਹੀਂ ਕਿਸੇ ਨੇ। ਜ਼ਿਆਦਾਤਰ ਇਹ ਗੱਲ ਹੋ ਗਈ ਨੇਸ਼ਨ ਸਟੇਟ ਬਿਲਡ ਕੀਤੀ ਇਸ ਕਿਸੇ ਤੇ ਵੀ ਬੰਦੇ ਨੂੰ ਉਹਦੀਆਂ ਜ਼ਰੂਰਤਾਂ 'ਚ ਇੰਨਾ ਉਲਝਾ ਦਿਓ ਕਿ ਉਹ ਸਾਡੇ ਮਹਿਲਾਂ ਵੱਲ ਵੇਖੇ ਹੀ ਨਾ। ਇਹੀ ਗੱਲ ਹੈ, ਗੁੱਲੀ ਗੁੱਲੀ ਜੁੱਲੀ 'ਚ ਲੋਕ ਤੁਰੇ ਫਿਰਦੇ ਆ। ਔਰ ਹਰ ਜਗ੍ਹਾ, ਗਰੀਬ ਦੇਸ਼ ਨਹੀਂ, ਅਮੀਰ 'ਚ ਵੀ। ਆਹ ਤਾਂ ਅਮੀਰ 'ਚ ਬੈਠੇ ਹੋ,
ਇੱਥੇ ਸਰਕਾਰ ਕੀ ਕਰਦੀ ਆ, ਪਾਲਿਸੀਆਂ ਕੀ ਨੇ, MLA ਕੀ ਕਰਦਾ, MP ਕੀ ਕਰਦਾ, ਕੌਂਸਲਰ ਕੀ ਕਰਦਾ, ਝਾਕਦੇ ਆ ਨਹੀਂ। 4 ਸਾਲਾਂ ਬਾਅਦ ਜਦ ਵੋਟਾਂ ਪਾਉਣੀਆਂ ਉਹ ਦਿਨਾਂ 'ਚ ਗਰਮ ਹੁੰਦੇ, ਫੋਟੋਆਂ ਦੇਖ ਕੇ ਬਾਹਰ ਲੱਗਿਆ। ਬਾਕੀ ਉਹ ਕੀ ਕਰਦੇ ਨੇ, ਪੰਜਾਬੀਆਂ ਦੇ ਕਹਿਣ ਡਜ਼ ਨਾਟ ਮੈਟਰ, ਬਸ ਉਹ ਸਾਨੂੰ ਮੈਟਰ ਨਹੀਂ ਕਰਦਾ। ਇਸੇ ਤਰ੍ਹਾਂ ਹੀ ਇਹ ਜਿਹੜੀਆਂ ਗਿਰਾਵਟਾਂ ਪੈਂਦੀਆਂ ਨੇ। ਸੋ ਚੀਨ ਦੇ ਵਿੱਚੋਂ ਇੰਡਸਟਰੀ ਮੂਵ ਹੁੰਦੀ ਹੈ, ਇੰਡਸਟਰੀ ਮੂਵ ਹੋਣ ਤੋਂ ਬਾਅਦ ਕਿੰਨਾ ਕੁ ਉਹਨੂੰ ਇਫੈਕਟ ਪੈਂਦਾ। ਇੱਕ ਬਹੁਤ ਵੱਡੀ ਇਨਵੈਸਟਮੈਂਟ ਉਹਦੀ ਜਿਹੜੀ ਦੁਨੀਆ ਨੂੰ ਜੋੜਨ ਲਈ, ਅੱਗੇ ਵੀ ਮੈਂ ਤੁਹਾਨੂੰ ਦੱਸਿਆ, ਵਨ ਰੋਡ ਵਨ ਬੈਲਟ ਵਾਲੀ, ਉਹਨੇ ਵੀ ਸਿਰੇ ਨਹੀਂ ਲੱਗਣਾ। 500 ਬਿਲੀਅਨ ਦੇ ਪ੍ਰੋਜੈਕਟ, ਇੱਕ ਪੂਰਾ ਸ਼ਹਿਰ ਬਣਾਉਣ ਦੇ, ਨਿਊ ਸਿਟੀ ਸਾਊਦੀ ਅਰਬ ਸ਼ੁਰੂ ਕੋਈ ਬੈਠਾ ਰੈਡ ਸੀ ਦੇ ਕੋਲ, ਤੇ ਉਹ ਰੈਡ ਸੀ ਦੇ ਕੋਲ ਹੁਣ 500 ਬਿਲੀਅਨ ਡਾਲਰ ਦੇ ਵੀ ਜਿਹਦੇ ਚੋਂ ਲਾਈ ਬੈਠਾ। ਉਧਰ ਤੇਲ ਹੋ ਗਿਆ $24 ਨੂੰ ਸੈੱਟ ਕੀਤਾ ਸੀ $65 ਦੇ ਹਿਸਾਬ ਨਾਲ। 2008 ਦੇ ਰਿਸੈਸ਼ਨ ਤੋਂ ਬਾਅਦ ਬਾਗੋ ਬਾਗ ਸੀ, ਬਿਲੀਅਨਸ ਆਫ ਡਾਲਰ ਘਾਟੇ ਦਾ ਬਜਟ ਆ, ਉਹਦੇ ਚੋਂ ਨਿਕਲੂ ਕਿਵੇਂ? ਇਹ ਜਿਹੜੇ ਪ੍ਰੋਜੈਕਟ ਵਗੈਰਾ ਨੇ, ਇਹ ਤਾਂ ਸਭ ਕੁਛ ਹੁਣ ਜਿਹੜਾ ਇਨੋਵੇਸ਼ਨ ਦਾ ਇੱਕ ਜਿਹੜਾ ਐਕਸਪੋ ਲੱਗਣਾ ਸੀ ਦੁਬਈ ਦਾ, ਐਕਸਪੋ 2020, ਉਹਦੇ ਤੇ ਬਿਲੀਅਨਸ ਆਫ ਡਾਲਰ ਲੱਗੇ ਹੋਣੇ, ਖਤਮ 2021 ਤੇ ਲੈ ਗਏ। 올림픽ਸ 2021 ਤੇ ਲੈ ਗਏ, 21 'ਚ ਵੀ ਨਹੀਂ ਹੋਣੀ, ਤੁਹਾਡੇ ਸਾਹਮਣੇ। ਔਰ ਵੱਡੀਆਂ, ਮੈਂ ਤੁਹਾਨੂੰ ਕੱਲ ਵੀ ਅੱਜ ਕਰੂਜ਼ ਸ਼ਿਪ ਇੰਡਸਟਰੀ ਦੀ ਗੱਲ ਕਰਦਾ ਸੀ, ਖੜੇ ਨੇ ਸ਼ਿਪ, ਚੜ੍ਹਨਾ ਨਹੀਂ, ਫ੍ਰੀ ਨਹੀਂ ਚੜ੍ਹਨਾ ਕਿਸੇ ਨੇ। ਤੁਸੀਂ ਕਹਿ ਰਹੇ ਹੋ ਵੀ ਤੁਸੀਂ ਡੀਲ ਦੇ ਦਾਂਗੇ, ਉਹ ਦੋਨੇ ਅਲੱਗ-ਅਲੱਗ ਗੱਲ ਕਰਦਾ। ਕਾਰਨੀਵਲ ਕਹਿ ਰਿਹਾ ਅਸੀਂ ਸ਼ੁਰੂ ਕਰਨੀ ਹੈ, ਨਰਵੇਜੀਅਨ ਵਾਲੇ ਕਹਿ ਰਹੇ ਨੇ ਸਾਨੂੰ $500 ਮਿਲੀਅਨ ਦੋ, ਅਸੀਂ ਸਰਵਾਈਵ ਨਹੀਂ ਕਰਦੇ। ਉਸ ਤੋਂ ਬਾਅਦ ਕਾਰਾਂ ਜਾ ਕੇ ਦੇਖਿਓ, ਆਪਣੇ ਲੀਜ਼ ਬਸਟਰ ਤੇ ਜਾ ਕੇ ਕਿੰਨੀਆਂ ਲੀਜ਼ ਤੇ ਗੱਡੀਆਂ ਮਿਲ ਰਹੀਆਂ ਨੇ ਜਿਹੜੀਆਂ ਪਹਿਲੀਆਂ ਲੀਜ਼ਾਂ ਟੁੱਟ ਗਈਆਂ। ਇੱਥੇ ਚੇਨ ਆ, ਇੱਕ ਜਦ ਟਿੰਡ ਟੁੱਟ ਗਈ ਤੇ ਪਾਣੀ ਪਾਸੇ 'ਚ ਨਹੀਂ ਗਿਰਨਾ। ਰਾਜਪਾਲ ਸਿੰਘ ਜੀ ਕੀ ਕਹਿਣਾ ਚਾਹੁੰਦੇ? ਸਿੰਘ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਹਾਂਜੀ ਸਿੰਘ ਸਾਹਿਬ, ਦੇਖੋ ਦੂਜਾ ਕਿੰਨਾ ਗੱਲ ਚੱਲ ਰਹੀ ਹੈ ਇੱਥੇ, ਤੁਸੀਂ ਜਿਹੜੀ ਗੱਲ ਕਰਦੇ ਆ ਕੋਵਿਡ ਦੀ, ਇੱਥੇ ਇਕੋਨਮੀ ਖੋਲਣ ਦੀ ਗੱਲ ਚੱਲ ਰਹੀ ਆ। ਦੂਜਾ ਕਿੰਨਾ ਇਹ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ ਵੀ ਇਕੋਨਮੀ ਖੋਲਿਆਂ ਬਿਨਾਂ ਗੁਜ਼ਾਰਾ ਨਹੀਂ ਹੈਗਾ, ਪਰ ਗੱਲ ਕੁਛ ਮੈਨੂੰ ਜਿਹੜਾ ਇਹਦਾ ਪ੍ਰਭਾਵ ਜਾਂਦਾ ਲੱਗਦਾ ਉਹ ਸਾਡੇ ਨਾਲ ਉਹ ਹੋਣੀ ਆ 100 ਛਿੱਤਰਾਂ ਵਾਲੀ ਤਾਂ 100 ਗੰਢਿਆਂ ਵਾਲੀ। ਪਹਿਲਾਂ ਇਕੋਨਮੀ ਬੰਦ ਕਰ ਲਈ ਤਾਂ ਦੂਜਾ ਸਾਰਾ ਕੰਮ ਠੱਪ ਹੋ ਗਿਆ, ਉਹਦੇ ਵਿੱਚ ਜਿਹੜਾ ਘਾਟਾ ਪਿਆ ਹਾਲੇ ਜਿਹੜਾ ਉਹ ਜਿੱਦਾਂ ਤਾਂ ਚਾਈਨਾ ਦੇ ਵਿੱਚ ਇੱਕਦਮ ਉਹ ਨਹੀਂ ਖਤਮ ਕੀਤਾ ਹੈਗਾ ਨਾ, ਤਾਂ ਉਹ ਗੱਲ ਹੋਈ ਆ। ਕੇਸਿਸ ਜਿਹੜੇ ਆ ਰੋਜ਼ ਨਵੇਂ ਨਿਕਲ ਰਹੇ ਆ ਤੇ ਇੱਧਰ ਇਕੋਨਮੀ ਖੋਲਣ ਦੀਆਂ ਗੱਲਾਂ ਚੱਲ ਰਹੀਆਂ ਹੈਗੀਆਂ। ਇਹ ਮੈਂ ਨਹੀਂ ਕਹਿੰਦਾ ਵੀ ਇਕੋਨਮੀ ਨਹੀਂ ਖੋਲਣੀ ਚਾਹੀਦੀ, ਪਰ ਗੱਲ ਆ ਜਿਹੜੇ ਸਾਡੇ ਜਿਹੜੇ ਪੋਲੀਟੀਸ਼ੀਅਨ ਹੈਗੇ ਆ ਉਹ ਲੋਕਾਂ ਦੇ ਪ੍ਰੈਸ਼ਰ ਥੱਲੇ ਆ ਕੇ ਗੱਲ ਨਾ ਕਰਨ। ਜਿਹੜੇ ਸਾਇੰਟਿਸਟ ਹੈਗੇ ਆ, ਡਾਕਟਰ ਹੈਗੇ ਆ, ਉਹਨਾਂ ਦੀ ਸਲਾਹ ਨਾਲ ਜੇ ਚੱਲਣਗੇ ਤਾਂ ਵਧੀਆ ਗੱਲ ਰਹੂਗੀ। ਹੁਣ ਰਹੀ ਗੱਲ ਟਰੰਪ ਸਾਹਿਬ ਦੀ, ਜਿੱਦਾਂ ਟਰੰਪ ਸਾਹਿਬ ਕਹਿੰਦੇ ਆ ਵੀ ਚਾਈਨਾ ਨੇ ਜਿਹੜਾ ਹੈ ਸਾਰੀ ਦੁਨੀਆ ਤੇ ਕੀਤਾ ਹੈ। ਜਿਹੜਾ ਟਰੰਪ ਸਾਹਿਬ ਇੱਕ ਇਹੋ ਜਿਹੇ ਪੋਲੀਟੀਸ਼ੀਅਨ ਹੈਗੇ ਆ ਜਿਹਨੀ ਸਾਰੇ ਜਿਹੜੇ ਰੂਲਸ ਐਂਡ ਰੈਗੂਲੇਸ਼ਨ ਆ ਉਹਨਾਂ ਦੀਆਂ ਧੱਜੀਆਂ ਹੀ ਉਡਾ ਦਿੱਤੀਆਂ। ਜਿੱਦਾਂ ਤੁਸੀਂ ਗੱਲ ਕੀਤੀ ਸੀ ਵੀ ਉਹਨੀ ਪਹਿਲੀ ਵਾਰੀ ਜਿਹੜਾ ਆ ਆਪਣੇ ਧੀ ਜਵਾਈ ਨੂੰ ਜਿਹੜੇ ਆ ਨੌਕਰੀਆਂ ਦਿੱਤੀਆਂ, ਫਿਰ ਜਿਹੜਾ ਆ ਇਹਨੀ ਜਦੋਂ ਇਲੈਕਸ਼ਨ ਲੜਿਆ ਉਦੋਂ ਆਪਣਾ ਜਿਹੜਾ ਆ ਇਨਕਮ ਟੈਕਸ ਜਿਹੜਾ ਆ ਉਹ ਤੱਕ ਨਹੀਂ ਡਿਕਲੇਅਰ ਕੀਤਾ। ਇਹ ਜਿਹੜਾ ਦੂਜਾ ਇਹਨੀ ਇੱਕ ਉੱਥੇ ਕਾਨੂੰਨ ਹੈਗਾ ਆ, ਤੁਸੀਂ ਆਪਣੇ ਆਪ ਨੂੰ ਜਿਹੜਾ ਆ ਆਪਣੀ ਨਿੱਜੀ ਜਾਇਦਾਦ ਨਾਲੋਂ ਵੱਖ ਕਰਦੇ ਆ ਜਦੋਂ ਪ੍ਰੈਜ਼ੀਡੈਂਟ ਬਣਦੇ, ਇਹਨੀ ਉਹ ਨਹੀਂ ਕੀਤਾ। ਸੋ ਜਿਹੜੀਆਂ ਗੱਲਾਂ ਆ, ਜਿਹੜਾ ਸਾਡੇ ਉੱਥੇ ਦੀ ਭਾਰਤ ਦੀ ਤਾਂ ਗੱਲ ਛੱਡੀਏ, ਇੱਥੇ ਜਿਹੜਾ ਅਮਰੀਕਾ 'ਚ ਵੀ ਵਰਤਾਰਾ ਉਹੀ ਹੋ ਰਿਹਾ ਜਿੱਦਾਂ ਤੁਸੀਂ ਗੱਲ ਕੀਤੀ ਆ। ਉੱਥੇ ਜਿਹੜਾ ਮੋਦੀ ਹੋਣੀ ਆ, ਜਿੰਨੇ ਪੋਲੀਟੀਸ਼ੀਅਨ ਆ, ਈਵਨ ਸਾਡੇ ਕੈਨੇਡਾ ਵਿੱਚ ਵੀ ਇਹੋ ਗੱਲ ਹੋਣੀ ਆ ਜਦੋਂ ਸਾਰੀ ਗੱਲ ਆਉਣੀ ਆ। ਹੁਣ ਜਿੱਦਾਂ ਕਿ ਇੱਥੇ ਛੋਟੀ ਜਿਹੀ ਗੱਲ ਹੁੰਦੀ ਸੀ ICBC ਦੀ, ਵੀ ਉਹ 'ਚੋਂ ਜੀ $1 ਬਿਲੀਅਨ ਚੁੱਕ ਕੇ ਤੇ ਇਹਨੀ ਬਜਟ ਬਰਾਬਰ ਕਰ ਦਿੱਤਾ। ਹੁਣ ਪਤਾ ਨਹੀਂ ਇੱਥੇ ਕਿੰਨੀਆਂ ਕੁ ICBC ਆ ਜਿਹੜੀਆਂ ਨਿਗਲੀਆਂ ਜਾਣੀਆਂ, ਕਿੰਨਿਆਂ ਕੁ ਦੇ ਸਿਰ ਦੋਸ਼ ਦਿੱਤਾ ਜਾਣਾ, ਕਿੰਨਿਆਂ ਕੁ ਜਿਹੜਾ ਆ ਪੋਲੀਟੀਸ਼ੀਅਨਾਂ ਨੇ ਆਪਣਾ ਪੱਲਾ ਝਾੜ ਲੈਣਾ ਵੀ ਜੀ ਇਹ ਤਾਂ ਜੀ ਕੋਵਿਡ ਕਰਕੇ ਹੋ ਗਿਆ। ਬਿਲਕੁਲ ਹੁਣ ਜਿਹੜਾ ਵਰਤਾਰਾ ਆ ਕੋਈ ਨਵਾਂ ਹੀ ਨਿਕਲੂਗਾ, ਜਾਂ ਜੋ ਜਿਹੜਾ ਜਦੋਂ ਇਕੋਨਮੀ ਦੁਬਾਰਾ ਖੁੱਲਣੀ ਆ ਜਾਂ ਜੋ ਵੀ ਹੋਊਗਾ ਅਗਲੇ ਜਿਹੜਾ 6 ਮਹੀਨਿਆਂ ਜਾਂ ਸਾਲ ਨੂੰ, ਦੁਨੀਆ ਦੀ ਇੱਕ ਨਵੀਂ ਦਿੱਖ ਹੋਣੀ ਆ, ਨਵੀਂ ਸੋਚ ਹੋਣੀ ਆ। ਇਹ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ ਹੈਗੀ ਜੀ। ਜਿੱਦਾਂ ਦੇਖੋ ਅੱਗੇ ਹੁੰਦਾ ਕੀ ਆ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਕਈ ਵਾਰ ਇਹ ਗੱਲ ਆਪਾਂ ਨੂੰ ਇਸ ਤਰ੍ਹਾਂ ਲੱਗਦੀ ਹੈ ਵੀ ਯਾਰ ਕੀ ਸੋਚੀ ਜਾਣਾ, ਜਿਵੇਂ ਹੋਊ ਮੇਰੇ ਖਿਆਲ ਕੋਈ ਨਾ ਕੋਈ, ਜਦ ਤੁਸੀਂ ਦੁਨੀਆ ਦੇ ਹਿੱਸੇ ਦੇ ਵਿੱਚ ਆਪ ਰਹੇ ਨੇ ਹੋ ਤਾਂ ਕੁਛ ਨਾ ਕੁਛ ਤੁਹਾਨੂੰ
चिंता तो होनी है। जो तुसी मैं कई बार शो वेखदा जिहड़े पॉडकास्ट वगैरह ने जां कल्ले जिहड़े शो करते ने 5 मिलियन के करीब 7 मिलियन के करीब उन्होंने व्यूअर 24 घंटे च ने। कितनी स्ट्रोंग इंडस्ट्री है। कोई स्टूडियो नहीं, कोई कुछ नहीं, एक टेबल से बैठे ने नोआ वर्गे बंदे ते कॉलबर्ट वर्गे ते लोग जिमी किमल वर्गे हुण वो स्टूडियो चों निकल के घरे चले गए। और देख लो किवें जिहड़ी गल चल रही है ते लोग सुनना चाहुंदे ने। फिर 10-10 हज़ार कमेंट है उन्हां दी थल्ले ਜਿਹੜੇ ਉਹਨੇ ਸ਼ੋਅ ਦੇ ਥੱਲੇ। ਆਪਾਂ ਐਕਟਿਵ ਹੋਈਏ ਕਮਿਊਨਿਟੀ ਦੇ ਤੌਰ ਤੇ, ਸਾਨੂੰ ਹਿੱਸਾ ਇਹਦੇ 'ਚ ਇਹ ਨਾ ਹੋਵੇ ਵੀ 4 ਸਾਲਾਂ ਬਾਅਦ ਮੋਢੇ ਤੇ ਡਾਂਗਾ ਰੱਖ ਲਿਆ ਵੀ ਹੁਣ ਕਿਹਨੂੰ ਬਣਾਉਣਾ ਕਿਹਨੂੰ ਹਰਾਉਣਾ, ਕਿਹਦੇ ਬੋਰਡ ਤੇ ਮਸ਼ੀਨਰੀ ਐਕਟਿਵ ਤੇ ਉਹਦੇ ਬਾਅਦ ਫਿਰ ਸੌਂਗੇ। ਕੰਟੀਨਿਊ ਇੱਕ ਵਿਚਾਰ ਦਾ ਹਿੱਸਾ ਬਣਿਆ ਕਰੀ, ਡਿਸਕਸ਼ਨ ਦਾ ਹਿੱਸਾ ਬਣਿਆ ਕਰੀਏ। ਵਪਾਰਕ ਸੰਦੇਸ਼ ਟਾਂਡੀ ਜੀ ਆ ਕੇ ਗੱਲ ਕਰਦਾ ਹੁਣ, ਅੜੀਕਿਓ ਪਲੀਜ਼। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਦੇਖੋ ਜੀ, ਜਿਹੜੀ ਤੁਸੀਂ ਆਹ ਗੌਰਮੈਂਟ ਨੇ ਪੈਸੇ ਦਿੱਤੇ ਆ ਨਾ, ਹੁਣ NDP ਨੇ ਵੀ $1000 ਦੇ ਦਿੱਤਾ, 2000 ਉਹ ਆਈ ਜਾਂਦਾ, ਤੇ ਜਿਹੜੇ ਕਾਊਂਟਿੰਗ ਜਿਹੜੇ ਕਰਦੇ ਆ ਨਾ ਉਹ ਪੈਸਾ ਬਹੁਤ ਕੈਸ਼ ਬਣਾ ਰਹੇ ਆ। ਉਹ $150-200 ਉਹ ਅਪਲਾਈ ਕਰਦਾ, ਕਿਉਂਕਿ ਸਾਡੇ ਪੰਜਾਬੀਆਂ 'ਚ ਨਪੜਤਾ ਬੜੀ ਆ। ਜਿੱਦਾਂ ਕੱਲ ਉਹ ਆਪ ਅਪਲਾਈ ਨਹੀਂ ਕਰ ਸਕਦੇ, ਨਾ ਨਿਆਣੇ ਕਹਿਣੇ ਲੱਗਦੇ ਆ। ਉਹ ਇਸ ਕਰਕੇ ਉਹ ਆਪਣਾ ਟੈਕਸ ਜਿਹੜੇ ਭਰਦੇ ਆ ਨਾ ਉਹ ਇਸ ਗੱਲੋਂ ਮਨੀ ਬਣਾ ਰਹੇ ਆ। ਦੂਜੀ ਤੇ ਬਾਕੀ ਕੰਮ ਜਿਹੜੇ ਆ ਹੁਣ ਟ੍ਰੈਫਿਕ ਤੋਂ ਹਿਸਾਬ ਲਾ ਲਓ ਬਈ ਤੁਰ ਪਏ ਆ ਕੰਮ, ਤੇ ਜਿਹੜੇ ਹੁਣ ਕੰਮ ਤੇ ਜਾ ਕੇ ਹੁਣ ਉਹ ਕੈਸ਼ ਤੇ ਕੰਮ ਕਰ ਰਿਹਾ। ਜਿਹੜਾ ਬੌਸ ਮੋਹਲਾ ਕਹਿ ਰਿਹਾ ਵੀ ਚੱਲ ਤੂੰ 2000 ਲਈ ਜਾ ਤੇ ਨਾਲ ਕੰਮ ਤੇ ਵੀ ਆਈ ਜਾ, ਤੇ ਉਹ ਕੰਮ ਆ। ਜੇ ਹੁਣ ਦੂਸਰੇ ਬੰਦੇ ਨੂੰ ਸ਼ਿਕਾਇਤ ਕਰਨੀ ਚਾਹੀਦੀ ਆ। ਜੇ ਬੰਦਾ ਨਾ ਕੋਈ ਏਦਾਂ ਕਰਦਾ ਆ ਤੇ ਉਹ ਪਲੈਂਟੀ ਬੜੀ ਉਹਦਾ ਦੱਸ ਦੋ ਮਾੜਾ ਜਿਹਾ। ਸਵੇਰੇ ਕੁਝ ਖਬਰ ਤਾਂ ਲੱਗੀ ਸੀ ਵੀ ਪਤਾ ਨਹੀਂ ਕਿੰਨੇ ਹਜ਼ਾਰ ਦੀ ਪਲੈਂਟੀ ਪੈਣੀ ਆ। ਉਹ ਨਾਲੋਂ ਨਾਲ ਮੀਡੀਆ ਨੂੰ ਦੱਸਣੀ ਚਾਹੀਦੀ ਆ। ਜਿੱਦਾਂ ਕਹ ਲਓ ਵੀ ਬੰਦਾ ਜੇ ਕੰਮ ਤੇ ਜਾਂਦਾ ਤਾਂ ਥੋੜਾ ਡਰੇ ਵੀ, ਮਤਲਬ ਮੈਂ ਆਇਆ ਜਿੱਦਾਂ ਚੋਰਾ ਮੰਗ ਤਾਂ ਕੰਮ ਕਰਨਾ ਆ, ਤੇ ਉਹ ਡਰ ਕੇ ਹੋਲਡ ਕਰਿਓ। ਸ਼ੇਰ ਨੇ ਜੋ ਬਿਆਨ ਦਿੱਤਾ ਉਹ ਜਿੱਦਾਂ ਵੀ ਉਹ ਵਧੀਆ ਬਿਆਨ, ਮੈਂ ਉਹਦੇ ਨਾਲ ਸਹਿਮਤ ਹਾਂ ਵੀ ਇਹ ਕੰਮ ਕਿੱਦਾਂ ਚੱਲਣਗੇ। ਟੂਡੋ ਸਾਹਿਬ ਦੀ ਬਿਲਕੁਲ ਹੀ ਪਾਲਿਸੀ ਇਹ ਗਲਤ ਆ, ਤਾਂ ਖਜ਼ਾਨੇ ਨੂੰ ਖੋਰਾ ਲੱਗੂਗਾ ਤੇ ਆਉਣੇ ਵਾਲੇ ਸਮੇਂ 'ਚ ਆਹ ਬਿਜ਼ਨਸ ਸਾਰਾ ਹੀ ਠੱਪ ਕਰ ਦੇਣਾ। ਜਿੱਦਾਂ ਕਹਿ ਲਓ NDP ਆਪਣੀ ਪਾਲਿਸੀ ਤੇ ਚੱਲੀ ਉਹ ਕਹਿੰਦੀ ਉਹਨੇ ਮਾੜਾ ਜਿਹਾ 1000 ਕਰ ਦਿੱਤਾ। ਉਹ ਹੈਗੀ ਉਹ ਵੀ ਵੋਟਾਂ ਦਾ ਚੱਕਰ ਆ। ਤੇ ਇਹ ਉਹ ਜਿਹੜੀ ਟੋਰੀ ਪਾਰਟੀ ਨੇ ਜਿਹੜਾ ਇਹ ਮੁੱਦਾ ਉਠਾਇਆ, ਕੰਟੀਨਿਊਸ ਜਿੱਦਾਂ ਓਪੋਜੀਸ਼ਨ ਨੂੰ ਮੁੱਦਾ ਉਠਾਉਣਾ ਚਾਹੀਦਾ। ਨਹੀਂ ਤਾਂ ਲੋਕ ਜਿਹੜੇ ਆ ਨਾ, ਜਿੱਦਾਂ ਕਈ ਤਾਂ ਕੰਮ ਕੈਸ਼ ਨਾਲ ਕਰੀ ਜਾਂਦੇ, ਕਈ ਬਹਿ ਗਏ ਆ, ਉਹਨਾਂ ਦਾ ਦਿਲ ਹੀ ਨਹੀਂ ਕਰਨਾ ਮੁੜ ਕੇ। ਉਹ ਕਹਿਣਾ ਆਪਾਂ ਤਾਂ ਐਵੇਂ ਭੁੱਲੇ ਰਹੇ ਤੇ ਐਵੇਂ ਕੰਮਾਂ ਦੇ ਵਿੱਚ ਪਏ ਰਹੇ, ਤੇ ਆਪਾਂ ਤਾਂ ਫੇਰ ਏਦਾਂ ਪੈਸੇ ਮਿਲੀ ਜਾਣੇ ਆ। ਤੇ ਇਹ ਲੰਮਾ ਸਮਾਂ ਚੱਲਣਾ ਕੰਮ। ਇਹ ਦੱਸਦੇ ਆ ਵੀ ਲੰਮਾ ਸਮਾਂ ਚੱਲੇ, ਤੇ ਲੋਕਾਂ ਨੂੰ ਸ਼ਿਕਾਇਤਾਂ ਜ਼ਰੂਰ ਕਰਨੀਆਂ ਚਾਹੀਦੀਆਂ ਇੱਕ ਦੂਜੇ ਦੀਆਂ। ਇਹ ਕੋਈ ਮਾੜੀ ਗੱਲ ਨਹੀਂ। ਗੌਰਮੈਂਟ ਦਾ ਤੁਸੀਂ ਪੈਸਾ ਹੀ ਬਚਾਉਣਾ ਆ। ਜੇ ਕਹੂਗਾ ਵੀ ਇਹ ਇੰਨੇ ਦੱਸਿਆ ਇਹ ਉਹ ਗੱਲ ਨਹੀਂ। ਉਹ ਤਾਂ ਸਮਾਂ 'ਚ ਵਧੀਆ ਉਹਨੂੰ ਨਾਮ ਵੀ ਮਿਲਣਾ ਚਾਹੀਦਾ ਮੀਡੀਆ ਵੱਲੋਂ, ਮੀਡੀਆ ਨਾਮ ਰੱਖ ਦੇਵੇ। ਚੱਲ ਮੈਂ ਵੀ ਦੇ ਦੂੰਗਾ $100 ਜੇ ਉਹ ਕਿਸੇ ਦੀ ਸ਼ਿਕਾਇਤ ਕਰਨਗੇ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਮਨਪ੍ਰੀਤ ਸਿੰਘ ਲਾਈਨ ਨੰਬਰ 3। ਦੇਖੋ ਗਲਤ ਕੁਝ ਵੀ ਹੁੰਦਾ, ਆਪਣੀ ਡਿਊਟੀ ਹੈ ਤੇ ਸੱਚ ਝੂਠ ਇਹੀ ਹੈ। ਜਦ ਤੁਸੀਂ ਗਲਤ ਨੂੰ ਐਕਸੈਪਟ ਕਰ ਗਏ ਵੀ ਚਲੋ ਇਹ ਤਾਂ ਆਪਣਾ ਹੀ ਹੈ, ਇਹਨੂੰ ਆਪਾਂ ਰਹਿਣ ਦਿੰਦੇ ਆ, ਇਹ ਗੱਲ ਕਰ ਲਾਂਗੇ, ਇਹ ਵੀ ਠੀਕ। ਜਿਹੜੀ ਗੱਲ ਸਹੀ ਤਾਂ ਸਹੀ, ਗਲਤ ਤਾਂ ਗਲਤ, ਇਹੀ ਫਿਰ ਫਰਕ ਹੈ। ਤੁਹਾਡਾ ਤੇ ਸੌਖ ਹੈ ਇਹਦੇ 'ਚ। ਮੈਂ ਤਾਂ ਇਹ ਸੋਚਦਾ ਇਹ ਕੰਮ ਦੇ ਵਿੱਚ ਫਿਰ ਸੌਖ ਹੈ ਜਦ ਤੁਸੀਂ ਇਸ ਤਰ੍ਹਾਂ ਕਰ ਲਓ। ਮਨਪ੍ਰੀਤ ਸਿੰਘ ਜੀ ਲਾਈਨ ਨੰਬਰ 4। ਹੈਲੋ ਗਿੱਲ ਸਾਹਿਬ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਭਾਈ ਜੀ ਗੱਲ ਇਹ ਆ, ਜਿਹੜੇ ਤੁਸੀਂ ਪ੍ਰੋਗਰਾਮਾਂ ਦੀ ਗੱਲ ਕਰਦੇ ਹੋ ਨਾ ਕਿ ਉਹਨਾਂ ਦੇ ਵਿਊ ਇੰਨੇ ਵੱਡੇ ਨੇ, ਇੰਨੇ ਲੋਕ ਉਹਨਾਂ ਨੂੰ ਸੁਣਦੇ ਨੇ ਵੀ ਜੀ, ਗੱਲ ਇਹ ਹੈ ਵੀ ਉਹ ਲੋਕ ਕਦੇ ਵੀ ਗੌਰਮੈਂਟ ਦੀ ਗੋਦੀ 'ਚ ਬਹਿ ਕੇ ਪ੍ਰੋਗਰਾਮ ਨਹੀਂ ਕਰਦੇ। ਉਹ ਜੇ ਟੇਬਲ ਤੇ ਬਹਿੰਦੇ ਨੇ ਨਾ, ਉਹ ਕਚਹਿਰੀ ਦੇ ਵਿੱਚ ਸਾਹਮਣੇ ਲੈ ਕੇ ਆਉਂਦੇ ਨੇ, ਚਾਹੇ ਕੋਈ ਲੀਡਰ ਛੋਟਾ ਹੋਵੇ ਵੱਡਾ ਹੋਵੇ, MLA ਹੋਵੇ, MP ਹੋਵੇ, ਉਹ ਕਿਸੇ ਨੂੰ ਨਹੀਂ ਬਖਸ਼ਦੇ। ਉਹਨਾਂ ਨੇ ਗੱਲ ਜਿਹੜੀ ਜਨਤਾ ਦੀ ਆ ਉਹਨਾਂ ਕੋਲੋਂ ਪੁੱਛ ਕੇ ਦੱਸਣੀ ਆ। ਇਸ ਚੀਜ਼ ਦਾ ਬਹੁਤ ਜ਼ਿਆਦਾ ਗਿੱਲ ਸਾਹਿਬ ਫਰਕ ਪੈਂਦਾ। ਹੁਣ ਤੁਸੀਂ ਤੁਹਾਡਾ ਸ਼ੋਅ ਆ, ਇੱਕ ਵਾਰ ਲਾਈਨ ਕੱਟੀ ਜਾਵੇ ਨਾ
ਇਹ ਦੁਬਾਰਾ ਫਿਰ ਮਿਲਦੀ ਨਹੀਂ। ਹੁਣ ਜਿਹੜਾ ਸ਼ੋਅ ਸਵੇਰੇ ਹੁੰਦੇ ਨੇ ਉਹਨਾਂ ਨੂੰ ਤੁਸੀਂ ਉਹ ਆਵਾਜ਼ਾਂ ਮਾਰੀ ਜਾਂਦੇ ਨੇ, ਬੰਦੇ ਆਉਂਦੇ ਨਹੀਂ। ਤੁਹਾਨੂੰ ਆਪ ਦੇਖਣਾ ਪੈਂਦਾ ਨਾ ਕਿ ਸਾਡੀ ਗੱਲ ਕਿਹੜੀ ਹੱਕ 'ਚ ਜਾਂਦੀ ਹੈ, ਕਿਹੜੀ ਉਲਟੇ 'ਚ ਜਾਂਦੀ ਹੈ। ਕਦੇ ਵੀ ਜਦੋਂ ਜਿੰਨੀ ਦੇਰ ਹੋਸਟ ਦੀ ਜੇ ਕਿਸੇ MLA MP ਨਾਲ ਦੋਸਤੀ ਹੈ, ਇਹਦਾ ਅੰਡਰ ਦਾ ਟੇਬਲ ਆ, ਫਿਰ ਨਾ ਕਿਸੇ ਨੂੰ ਪਤਾ ਲੱਗੇ ਗੱਲ ਡਿਫਰੈਂਟ ਹੈ। ਜਦੋਂ ਪਤਾ ਲੱਗ ਜਾਵੇ ਨਾ ਕਿ ਇਹ ਹੁਣ ਗੋਦੀ ਪ੍ਰੋਗਰਾਮ ਹੋ ਚੁੱਕਿਆ, ਅਸੀਂ ਇੰਡੀਆ ਦੇ ਮੀਡੀਆ ਨੂੰ ਤਾਂ ਰੌਲਾ ਪਾਉਂਦੇ ਆ ਕਿ ਉਹ ਗੋਦੀ ਪ੍ਰੋਗਰਾਮ, ਗੋਦੀ ਮੀਡੀਆ, ਪਰ ਅਸੀਂ ਆਪਣੇ ਮੰਜੀ ਥੱਲੇ ਸੋਟਾ ਨਹੀਂ ਫੇਰਦੇ ਕਿ ਅਸੀਂ ਗੋਦੀ ਪ੍ਰੋਗਰਾਮ ਕਰ ਰਹੇ ਹਾਂ। ਕੋਈ ਬੰਦਾ ਆ ਕੇ ਕਹਿ ਜਾਵੇ, ਗੱਲ ਨਹੀਂ ਪੁੱਛ ਕੇ ਦੱਸਣੀ, ਉੱਦਾਂ ਕਹੀ ਜਾਣਾ ਤੁਸੀਂ ਇਹਨਾਂ ਨੂੰ ਕਾਲ ਕਰੋ ਜੀ, ਤੁਹਾਡਾ ਸਾਰਾ ਕੁਛ ਕਰਨਗੇ ਜੀ, ਤੁਸੀਂ ਇਹਨਾਂ ਨੂੰ ਕਾਲ ਕਰੋ। ਜਦੋਂ ਕਿਸੇ ਦੀ ਕਾਲ ਆਉਂਦੀ ਹੈ ਜੀ ਮੇਰਾ ਕੰਮ ਹੈ, ਉਹ ਤੁਸੀਂ ਆਪਣੇ ਏਰੀਏ 'ਚ ਜਾਓ ਜੀ, ਤੁਹਾਨੂੰ ਕਿਹੜਾ MP ਪੈਂਦਾ ਜੀ, ਕਿਹੜਾ MLA ਪੈਂਦਾ, ਤੁਸੀਂ ਉਹਨੂੰ ਕਾਲ ਕਰੋ ਜੀ, ਉਹ ਤੁਹਾਡਾ ਹੱਲ ਕਰੂਗਾ। ਫਿਰ ਫਾਇਦਾ ਕੀ ਆ? ਕਾਲ 1 ਜਾਂ 2 ਹੀ ਖੋਲਣੀਆਂ। ਹੁਣ ਤੁਹਾਡੇ ਪ੍ਰੋਗਰਾਮ 'ਚ ਕੋਈ ਗੱਲ ਕਰੀਏ ਸਭ, ਤੁਸੀਂ ਬੰਦੇ ਦਾ ਇੰਨਾ ਹੌਸਲਾ ਦਿੰਦੇ ਹੋ, ਇੰਨਾ ਤੁਸੀਂ ਲੋਕਾਂ ਨੂੰ ਉਤਸ਼ਾਹ ਕਰਦੇ ਹੋ, ਅਗਲੇ ਦਾ ਦੁੱਖ ਦੂਰ ਹੋ ਜਾਂਦਾ। ਕੱਲ ਦੇਖੋ ਆਏ ਸੀਗੇ, ਇਹਨਾਂ ਦੇ ਘਰ ਬੀਤਦੀ ਆ ਨਾ, ਉਹਨਾਂ ਨੂੰ ਪੁੱਛ ਕੇ ਦੇਖੋ, ਜਦੋਂ ਅਗਲੇ ਦਾ ਹੱਲ ਹੋ ਗਿਆ ਸਾਰੀ ਦੁਨੀਆ ਖੁਸ਼ ਹੋ ਗਈ। ਜਦੋਂ ਅਸੀਂ ਕਿਸੇ ਦਾ ਕੁਛ ਕਰਕੇ ਹੀ ਨਹੀਂ ਦੇਣਾ, ਫਿਰ ਉਹ ਅਸੀਂ ਤਾਂ ਹੁਣ ਸ਼ੋਅ ਦਾ ਨਾਂ ਹੀ ਇਹ ਦਿੱਤਾ ਕਿ ਗੋਦੀ ਸ਼ੋਅ ਆ ਬਾਈ ਜੀ। ਬਸ ਇਹੀ ਕਹਿਣਾ ਚਾਹੁੰਦਾ ਜੀ, ਹੋਰ ਕੋਈ ਨਹੀਂ। ਪਰ ਮਨ ਬੜਾ ਦੁਖਦਾ। ਅੱਛਾ, ਜੇ ਕੋਈ ਪ੍ਰੋਗਰਾਮ ਕਿਸੇ ਦਾ ਬੰਦ ਹੋ ਜਾਵੇ, ਕੋਈ ਗੰਨਾ ਵਾਲਾ, ਕੋਈ ਹੋਰ ਚਾਹ ਚੜ ਜਾਂਦਾ ਬੰਦਿਆਂ ਨੂੰ, ਬੱਲੇ 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 ਫਲਾਣੇ ਕੋਲ 5 ਲੱਖ ਦੀਆਂ ਪਈਆਂ ਹੀ ਰਹਿ ਜਾਣੀਆਂ ਨੇ, ਤਾੜੀਆਂ ਮਾਰਦੇ ਨੇ ਜਾ ਕੇ ਟੋਰਾਂਟੋ ਤੱਕ। ਅੱਛਾ, ਜੇ ਕੋਈ ਟੋਰਾਂਟੋ ਦਾ ਦੁੱਖ ਆ ਕੇ ਦੱਸ ਜਾਵੇ ਸਰੀ 'ਚ, ਤਾਂ ਬੰਦੇ ਕਹਿੰਦੇ ਨੇ ਕਿਉਂ ਬੋਲ ਕੇ ਗਿਆ, ਉਹ ਲੇਡੀ ਕਿਉਂ ਬੋਲ ਕੇ ਗਈ। ਇੱਕ MP ਕਹੇ ਕਿ ਉਹ ਕਿਉਂ ਬੋਲ ਕੇ ਗਈ। ਦੇਖੋ MP ਨੂੰ ਹੋਰ ਕੋਈ ਕੰਮ ਨਹੀਂ, MP ਦਾ ਚੁੰਨੀ ਲੈ ਲਵੇ। ਹੁਣ ਤੁਹਾਡਾ MP ਸ਼ਹਿਰ ਵਾਲਾ ਚੁੰਨੀ ਲਵੇ, ਲੇਡੀਜ਼ ਨਾਲ ਕੋਈ ਫਰਕ ਨਹੀਂ ਤੁਹਾਡੇ MP ਦਾ ਤੇ ਲੇਡੀਆਂ ਦਾ। ਉਹ ਸਾਰਾ ਲੇਡੀਜ਼ ਬਹੁਤ ਵਧੀਆ ਗੱਲ ਕਰਦੇ, ਜਿਹਦੇ ਜਵੇ ਨਾ ਕੰਮ ਗੱਲ ਕਰਕੇ ਜਾਂਦੀਆਂ ਨੇ। ਪਰ ਜੇ ਦੁੱਖ ਹੈ ਸਭ ਅਗਲੇ ਨੇ ਦੱਸਣਾ ਹੀ ਹੈ। ਤੁਸੀਂ ਜਾ ਕੇ ਟੋਰਾਂਟੋ ਦੇ ਸ਼ੋਆਂ 'ਚ ਜਾ ਕੇ ਕਾਲਾਂ ਕਰਦੇ ਹੋ, ਤੁਸੀਂ ਕਾਹਦੇ ਲਈ ਕਰਦੇ ਹੋ? ਵੀ ਤੂੰ ਵੈਨਕੂਵਰ ਰਹਿਣਾ ਹੈ, ਤੂੰ ਸਰੀ ਆ ਕੇ ਪੰਗੇ ਲਈ ਜਾਂਦਾ ਹੈ। ਜਦੋਂ ਗਿਲ ਸਾਹਿਬ ਇੱਕ ਸ਼ੋਅ ਚੱਲਦਾ 11 ਤੋਂ 2 ਵਜੇ ਤੱਕ, ਇਹ ਤੋਂ 3 ਸ਼ੋਅ ਨਿਕਲਦੇ ਨੇ ਗਿਲ ਸਾਹਿਬ, 3 ਸ਼ੋਅ ਹੁੰਦੇ ਨੇ ਤੁਹਾਡੇ ਸ਼ੋਅ ਤੋਂ। ਹੁਣ ਤੋਂ ਤਿਆਰੀਆਂ ਕਰ ਲੱਗੇ ਕਿ ਆਹ ਗੱਲ ਦਾ ਕੀ ਜਵਾਬ ਦੇਣਾ, ਇਹਦਾ ਕੀ ਦੇਣਾ। ਓਕੇ ਭਾਈ, ਸਤਿ ਸ਼੍ਰੀ ਅਕਾਲ। ਕੋਈ ਨਾ ਮਨਪ੍ਰੀਤ, ਕੋਈ ਨਾ ਪਲੀਜ਼ ਆਪਾਂ ਆਪਣੀ ਗੱਲ ਕਰਿਆ ਕਰੀਏ। ਕੋਈ ਨਾ ਤੁਸੀਂ ਛੱਡ ਦਿਓ ਕਿਸੇ ਨੂੰ, ਕੋਈ 3 ਚੋਂ ਕੱਢ ਲਵੇ, 4 ਸ਼ੋਅ ਕੱਢ ਲਵੇ, ਕਰ ਲੈਣ ਦੋ। ਜਿਹੜਾ ਰਾਂਝਾ ਰਾਜੀ ਕਰਦਾ ਕਰ ਲੈਣ ਦਿਓ, ਜਿਹਨੇ ਜਿੱਥੋਂ ਛਕਣਾ ਉੱਥੋਂ ਹੀ ਛਕਣਾ। ਪਰ ਮੈਂ ਕਾਲਰਾਂ ਨੂੰ ਮੈਂ ਦੱਸ ਦਿੰਦਾ, ਕਾਲਰ ਜਿਹੜੇ ਨਾ ਕਮਿਸ਼ਨਾਂ ਦੀ ਗੱਲ ਕਰਦੇ ਆ, ਗੋਇਲ ਸ਼ੋਇਲ ਵਰਗੇ, ਜਿੱਦਣ ਗਿੱਟੇ ਨੂੰ ਹੱਥ ਪੈਣਾ ਤਾਂ ਨਿੱਜੀ ਤੌਰ ਤੇ ਪੈਣਾ, ਹੋਸਟ ਦਾ ਕੁਛ ਨਹੀਂ ਜਾਣਾ। ਇਹ ਯਾਦ ਰੱਖ ਲਿਓ, ਜਿਹੜੇ ਕਾਲਰ ਨੇ ਸਮਝ ਲਿਓ ਥੋੜੀ ਜਿਹੀ ਗੱਲ ਮੇਰੀ। ਰਵਿੰਦਰ ਕੌਰ ਜੀ, ਲਾਈਨ ਨੰਬਰ 5। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਭਾਜੀ ਮੈਂ ਗੱਲ ਕਰਨੀ ਸੀ, ਜਿਹੜੇ ਲੋਕਾਂ ਨੂੰ $2000 ਆਇਆ ਨਾ, ਉਹ ਝੂਠ ਫੋਨ ਬਹੁਤ ਆਉਂਦੇ, ਈਮੇਲ ਆਉਂਦੀਆਂ ਕਿ ਸਾਨੂੰ ਅਕਾਊਂਟ ਨੰਬਰ ਦੇ ਦਿਓ ਤੇ ਅਸੀਂ ਇਸ ਅਕਾਊਂਟ ਤੋਂ ਤੁਹਾਡੇ ਪੈਸੇ ਕਢਾ ਲਾਂਗੇ। ਮੈਂ ਇਹ ਕਹਿਣਾ, ਜਿਹੜੇ ਨਵੇਂ ਸਟੂਡੈਂਟ ਇੰਟਰਨੈਸ਼ਨਲ ਆਉਂਦੇ ਉਹਨਾਂ ਨੂੰ ਬਹੁਤ ਉਹ ਠੱਗਣ ਡਏ ਆ। ਸਾਨੂੰ ਵੀ ਅੱਜ ਭਾਜੀ ਹੁਣ ਇੱਕ ਵੱਡਾ ਇਸ਼ੂ ਪੈ ਗਿਆ ਜੀ। ਕੱਲ ਮੈਨੂੰ ਇੱਕ ਫੋਨ ਆਇਆ ਪਰਿਵਾਰ ਦਾ, ਉਹਨਾਂ ਦੇ ਬੇਸਮੈਂਟ ਦੇ ਵਿੱਚ 2 ਕਪਲ ਰਹਿੰਦੇ ਆ। ਉਹਨਾਂ ਨੂੰ ਕਿਉਂਕਿ ਮੇਲ ਆਉਂਦੀ ਆ ਉੱਪਰ, ਹੁਣ ਮੇਲ ਦੇ ਵਿੱਚ ਉਹਨਾਂ ਨੂੰ ਪਤਾ ਵੀ ਬੈਨੀਫਿਟ ਉਹਨਾਂ ਦੇ ਆ ਰਹੇ ਨੇ, ਨਵੀਂ ਕਿਸਮ ਦੀ ਮੇਲ ਆ ਗਈ, ਤਾਂ ਉਹ ਦੋ ਉਹ ਕਹਿੰਦਾ ਜੀ 2 ਨੇ। ਉਹਨੇ ਫੋਟੋਆਂ ਖਿੱਚ ਲਈਆਂ ਉਹਦੀਆਂ। ਮੈਂ ਕਿਹਾ ਪ੍ਰਾਈਵੇਟ ਆ, ਪ੍ਰਾਈਵੇਸੀ ਆ, ਇਹ ਨਹੀਂ ਕਰ ਸਕਦੇ ਤੁਸੀਂ। ਉਹ ਕਹਿੰਦਾ ਦੇਖੋ ਜੀ $4,000 ਦੋਨੇ ਪਾਸੇ ਆ ਗਏ। ਸੁਣਿਓ ਭੈਣ ਜੀ, ਸੁਣ ਲਿਓ ਪਲੀਜ਼, ਹੁਣ ਸੁਣ ਲਿਓ ਜੀ ਗੱਲ ਮੇਰੀ ਵੀ, ਆਪਣੀ ਵੀ ਕਰ ਲਿਓ, ਸੁਣ ਲਿਓ। ਉਹ $4,000 ਇੱਕ ਪਾਸੇ ਤੇ 4 ਇੱਕ ਪਾਸੇ। ਉਹ ਕਹਿੰਦਾ ਵੀ ਮੇਰਾ $1,000 ਹੈ ਜਿਹੜਾ ਰੈਂਟ, ਉਹਦੇ ਚੋਂ 500 ਫੇਰ ਕੱਟ ਲਿਆ। ਇਸ ਤਰ੍ਹਾਂ ਨਹੀਂ ਨਾ ਹੋਣਾ ਫਿਰ ਇਹ ਵੀ ਤੁਸੀਂ ਗਵਰਨਮੈਂਟ ਵੀ 4,000 ਦੇ ਦੇਵੇ ਤੇ ਤੁਸੀਂ ਰੈਂਟ ਵੀ 500 ਚੋਂ ਕੱਟ ਲਵੋ। ਇਹ ਥੋੜਾ ਜਿਹਾ ਗਲਤ ਹੋ ਰਿਹਾ। ਇਸ ਤੇ ਠੀਕ ਹੋਣਾ ਚਾਹੀਦਾ ਹੈ। ਧੰਨਵਾਦ ਜੀ। ਹਾਂਜੀ ਦੱਸੋ ਜੀ, ਬੋਲੋ ਜੀ, ਬੋਲੋ। ਸੈਮ ਜੀ, ਲਾਈਨ ਨੰਬਰ 2। ਗੱਲ ਸਰ ਸਟਾਰਟ ਤਾਂ ਮੈਂ ਇੱਥੋਂ ਕਰਦਾ ਵੀ ਪਿੰਡਾਂ ਦੇ ਵਿੱਚ ਕਈ ਹੁੰਦੇ ਆ ਵੀ ਉਂਗਲ ਲਾਉਣੀ ਜਾ ਕੇ ਬਿਨਾਂ ਕਿਸੇ ਗੱਲ। ਸੋ ਜ਼ਰੂਰੀ ਨਹੀਂ ਉਹ ਖੈਰ ਖਵਾ ਹੋਣ। ਸੋ ਮੈਨੂੰ ਨਹੀਂ ਲੱਗਦਾ ਕਈ ਲੋਕਾਂ ਨੂੰ ਆਪਾਂ ਨੂੰ ਸੁਣਨ ਦੀ ਲੋੜ ਹੈਗੀ। ਮੈਂ ਇੱਥੇ ਬੰਦ ਕਰਦਾ। ਜਿਹੜੀ ਕਰਨ ਦੇ ਆਇਆ ਮੈਂ ਉਹ ਇਹ ਆ, ਦੇਖੋ ਗੌਰਮੈਂਟਾਂ ਨੇ ਇਸ ਤਰੀਕੇ ਨਾਲ ਇੱਕ ਸਿਰਫ ਮੂੰਹ ਦਿਖਾਵਾ ਸੀ ਵੀ ਸਾਡੇ
ਕੰਟਰੀ ਦੇ ਵਿੱਚ ਵੱਧ ਨਾ ਜਾਣ ਬੰਦੇ, ਜਦ ਕਿ ਚਾਈਨਾ ਦੇ ਵਿੱਚ ਇਹ ਸ਼ੁਰੂਆਤ ਜਦੋਂ ਹੋਈ ਸੀ ਉਦੋਂ ਕਾਫੀ ਚੀਜ਼ਾਂ ਦਾ ਪਤਾ ਲੱਗ ਗਿਆ ਸੀ ਵੀ ਜੇ ਇਸ ਤਰੀਕੇ ਨਾਲ ਤੁਸੀਂ ਇਹਨੂੰ ਬਣਾਓਗੇ ਤੇ ਕੋਈ ਬਾਹਲਾ ਖਾਮਿਆਜਾ ਨਹੀਂ ਹੋਣਾ। ਲੋਕ ਕੰਮ ਕਰ ਰਹੇ, ਅੱਜ ਵੀ ਕਰ ਰਹੇ, ਅਗਰ ਤੁਸੀਂ ਕਰ ਰਹੇ, ਅਸੀਂ ਕਰ ਰਹੇ ਹਾਂ, ਨਹੀਂ ਇੰਨਾ ਉਹ ਮਗਰ ਪੈਂਦਾ। ਪਰ ਉੱਥੇ ਤਾਂ ਧਿਆਨ ਹੀ ਨਹੀਂ ਦਿੱਤਾ। ਬੰਦ ਕਰ ਦਿਓ, ਲੋਕਾਂ ਨੂੰ ਬੈਨੀਫਿਟ ਦੇ ਦਿਓ, ਉੱਕੇ ਬੈਨੀਫਿਟ ਉਹਨਾਂ ਦੀ ਜੇਬ 'ਚੋਂ ਤਾਂ ਜਾਣਾ ਨਹੀਂ, ਜਾਣਾ ਤਾਂ ਟੈਕਸ ਪੇਅਰ ਦੀ ਜੇਬ ਦੇ ਵਿੱਚੋਂ ਹੀ ਆ। ਕੰਮ ਖੜੇ ਕਰ ਦਿਓ, ਠੀਕ ਹੈ। ਜੇ ਤਾਂ ਇੱਥੇ ਫੈਲਦਾ ਤੇ ਵੱਖਰੀ ਗੱਲ ਸੀ ਬਈ ਹਾਂ ਇੱਥੇ ਸਾਨੂੰ ਤਾਂ ਪਤਾ ਹੀ ਨਹੀਂ। ਸਾਨੂੰ 3 ਮਹੀਨੇ ਦਾ 2 ਮਹੀਨੇ ਦਾ ਪਹਿਲਾਂ ਪਤਾ ਲੱਗ ਗਿਆ ਸੀ। ਔਰ ਗੌਰਮੈਂਟ ਇੰਨੀਆਂ ਤਾਂ ਨਹੀਂ ਹੁੰਦੀਆਂ, ਇੰਨੀ ਇੰਟੈਲੀਜੈਂਸੀ ਲੈਸ ਤਾਂ ਨਹੀਂ ਹੁੰਦੀ ਫਿਰ ਉਹਨਾਂ ਨੂੰ ਕੋਈ ਪਤਾ ਨਾ ਲੱਗਿਆ ਹੋਵੇ ਵੀ ਇਹ ਵਾਇਰਸ ਹੈ ਕੀ ਆ। ਸਭ ਕੁਝ ਪਤਾ ਹੋਣ ਦੇ ਬਾਵਜੂਦ ਪਲੇ ਕੀਤਾ ਆ ਸਿਰਫ ਆਪਣੀ ਇੱਜ਼ਤ ਬਚਾਉਣ ਨੂੰ, ਜਾਂ ਆਪਣੇ ਆਪ ਨੂੰ ਥੋੜ੍ਹਾ ਜਿਹਾ ਬਲਵਾਨ ਕਰਨ ਨੂੰ ਵੀ ਅਸੀਂ ਜ਼ਿਆਦਾ ਕੁਛ ਕਰ ਸਕਦੇ ਹਾਂ, ਕੋਈ ਨਹੀਂ ਫੈਲ ਲੈਣ ਦਿਓ, ਇਹਦੇ ਥੱਲੇ ਬਹੁਤ ਚੀਜ਼ਾਂ ਛਿਪ ਜਾਣੀਆਂ ਹੈ। ਅੱਜ ਵੀ ਇਕੋਨਮੀ ਨੂੰ ਖੋਲ੍ਹਣਗੇ ਤੁਸੀਂ ਦੇਖੋ ਕੋਈ ਬੜਾ ਫਰਕ ਨਹੀਂ ਪੈਣਾ। ਪਰ ਜਿਹੜੀ ਚੀਜ਼ ਦੱਸਣੀ ਸੀ ਲੋਕਾਂ ਨੂੰ ਇਹ ਸੀ ਵੀ ਬਾਹਰ ਸ਼ੇਰ ਤੁਰਿਆ ਫਿਰਦਾ, ਬਚ ਕੇ ਰਹਿਣਾ ਇਹਦੇ ਕੋਲ, ਨਾ ਕਿ ਲੋਕਾਂ ਨੂੰ ਕਿ ਅੰਦਰ ਵੜ ਜਾਓ, ਅੰਦਰ ਵੜ ਜਾਓ, ਅਸੀਂ ਤੁਹਾਨੂੰ ਪੈਸੇ ਦੇਵਾਂਗੇ। ਬਾਹਰ ਸ਼ੇਰ ਤੁਰਿਆ ਫਿਰਦਾ, ਸ਼ੇਰ ਤਾਂ ਅੱਜ ਵੀ ਤੁਰਿਆ ਫਿਰਦਾ, ਉਹੀ ਕੰਮ ਹੁਣ ਕਰਨ ਲੱਗੇ ਆ ਜਿਹੜਾ ਪਹਿਲਾਂ ਕਰਨਾ ਸੀ। ਤੇ ਪਹਿਲਾਂ ਕਿਉਂ ਸਟੈਪ ਨਹੀਂ ਲਿਖਿਆ? ਕੋਈ 3 ਮਹੀਨੇ ਪਹਿਲਾਂ ਦੀ ਗੱਲ ਆ, ਅੱਜ ਦੀ ਹੁੰਦੀ ਤਾਂ ਚਲੋ ਵੱਖਰੀ ਗੱਲ ਆ। ਸੋ ਆਈ ਥਿੰਕ ਦੇਰ ਲੋਟਸ ਪੋਲਿਟਿਕਸ ਇਨਵੋਲਵ। ਹੁਣ ਵੀ ਉਹੀ ਕੰਮ ਕਰਨਾ, ਇਹੀ ਕਹਿਣਾ ਸੀ। ਚਲੋ ਜੀ, ਸੰਦੀਪ ਸਿੰਘ ਲਾਈਨ ਨੰਬਰ 3। ਗਿੱਲ ਸਾਹਿਬ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਂ ਤੁਹਾਨੂੰ ਜੀ ਟਰਾਈ ਕੀਤੀ ਸੀ ਰਾਤ ਵੀ ਲਾਉਣ ਦੀ, ਸਵੇਰੇ ਵੀ, ਸ਼ੋਅ ਤੋਂ ਪਹਿਲਾਂ ਮੇਰੇ ਨਾਲ ਜੀ ਸਕੈਮ ਹੋ ਗਿਆ, ਉਹਦੇ ਬਾਰੇ ਮੈਂ ਦੱਸਣਾ ਚਾਹੁੰਦਾ ਸਾਰਿਆਂ ਨੂੰ ਤਾਂ ਕਿ ਦੱਸੋ ਜੀ। 95% ਮੈਨੂੰ ਲੱਗਦਾ ਜੀ ਆਹੀ ਜਗ੍ਹਾ ਜੀ, ਆਹੀ ਜਗ੍ਹਾ ਵਧੀਆ ਦੱਸਣ ਨੂੰ, ਦੱਸੋ ਜੀ। ਹਾਂ ਠੀਕ ਹੈ ਜੀ। ਮੇਰਾ $4000 ਕਿਸੇ ਨੇ ਮੇਰੇ ਸਾਈਨ ਤੋਂ ਬਗੈਰ ਚੈੱਕ ਲਾ ਕੇ ਪੈਸੇ ਕਢਾ ਲਏ। ਕੀ ਤੁਹਾਨੂੰ ਮੈਨੂੰ ਇਹ ਸਵਾਲ ਦਾ ਜਵਾਬ ਦੇ ਦਿਓ ਜੀ, ਮੈਂ ਵੀ ਜਿਹੜਾ ਕਿ ਮੈਨੂੰ ਵੀ ਨਹੀਂ ਪਤਾ ਸੀ ਪਹਿਲਾਂ, ਕੀ ਤੁਹਾਡੇ ਅਕਾਊਂਟ 'ਚੋਂ ਪੈਸੇ ਨਿਕਲ ਸਕਦੇ ਤੁਹਾਡੇ ਸਾਈਨ ਤੋਂ ਬਗੈਰ ਚੈੱਕ ਰਾਹੀਂ? ਤੁਹਾਡੇ ਬਿਨਾਂ ਚੈੱਕ ਦੇ ਦਸਤਖਤ ਕੀਤੇ ਜੀ ਕਿਸ ਤਰ੍ਹਾਂ ਨਿਕਲ ਸਕਦੇ ਆ? ਫਿਰ ਕੀ ਫਾਇਦਾ ਉਹ ਸਪੈਸੀਮਨ ਸਿਗਨੇਚਰਸ ਦਾ? ਮੈਂ ਤੁਹਾਨੂੰ ਦੱਸ ਦਿੰਦਾ ਤੇ ਸਾਰਿਆਂ ਨੂੰ ਮੈਂ ਦੱਸਣਾ ਚਾਹੁੰਦਾ ਕਿ ਚੈੱਕ ਬੁੱਕ ਜਿਹੜੀ ਤੁਹਾਡੀ ਆ ਉਹ ਕ੍ਰੈਡਿਟ ਕਾਰਡ ਨਾਲੋਂ ਵੀ ਖਤਰਨਾਕ ਚੀਜ਼ ਆ। ਕੋਈ ਵੀ ਜਿਹੇ ਜੇ ਮਰਜ਼ੀ ਸਾਈਨ ਕਰਕੇ ਮੇਰੀ ਚੈੱਕ ਬੁੱਕ ਡਿੱਗ ਪਈ ਸੀ, ਸਟੋਲਨ ਹੋ ਗਈ ਸੀਗੀ ਤੇ ਮੈਨੂੰ ਪਤਾ ਨਾ ਲੱਗਿਆ ਬਹੁਤ ਚਿਰ, ਤੇ ਕਿਸੇ ਨੇ 3 ਚੈੱਕ ਲਾ ਕੇ ਜਿਹਦੇ ਨਾਲ ਮੇਰਾ ਸਾਈਨ ਦਾ ਕੋਈ ਵਾਸਤਾ ਨਹੀਂ ਹੈਗਾ ਤੇ ਉਹਨੇ ਪੈਸੇ ਕਢਾ ਲਏ ਤੇ ਮੈਨੂੰ ਪਤਾ ਨਾ ਲੱਗਿਆ। ਮੈਨੂੰ 20-25 ਦਿਨਾਂ ਬਾਅਦ ਪਤਾ ਲੱਗਿਆ ਤੇ ਅਜੇ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਹੈ ਬੈਂਕ ਵਾਲਿਆਂ ਨੇ। ਅਜੇ ਪਤਾ ਨਹੀਂ ਮੇਰੀ ਰਿਕਵਰੀ ਹੋਣੀ ਹੈ ਕਿ ਨਹੀਂ ਹੋਣੀ। ਤੇ ਇੱਥੇ ਮੈਨੂੰ ਬੈਂਕ ਵਾਲੇ ਨੇ ਇੱਥੇ ਤੱਕ ਇਹ ਵੀ ਦੱਸਤਾ ਕਿ ਅਸੀਂ ਸਾਈਨ ਵੈਰੀਫਾਈ ਨਹੀਂ ਕਰਦੇ, ਸਾਨੂੰ ਸਾਈਨ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ, ਜੇ ਚੈੱਕ ਲੱਗ ਗਿਆ ਤਾਂ ਕਲੀਅਰ ਹੋ ਜਾਣਾ ਵਾ ਇੱਥੇ। ਕਿਉਂਕਿ ਮੈਨੂੰ ਇਹ ਵਹਿਮ ਸੀਗਾ ਕਿ ਆਪਾਂ ਇੰਡੀਆ 'ਚ ਮੈਂ ਬੈਂਕਿੰਗ ਕੀਤੀ ਸੀਗੀ, ਮੈਂ ਦੇਖਿਆ ਸੀ ਉੱਥੇ ਤਾਂ ਬਿਨਾਂ ਸਾਈਨ ਜਦ ਤਾਈਂ ਦੇਖਦੇ ਨਹੀਂ, ਚੈੱਕ ਨਹੀਂ ਕਰਦੇ, ਉਹ ਨਹੀਂ ਕਲੀਅਰ ਕਰਦੇ। ਪਰ ਇੱਥੇ ਕੈਨੇਡਾ 'ਚ ਕੋਈ ਵੀ ਬੈਂਕ ਸਾਈਨ ਚੈੱਕ ਨਹੀਂ ਕਰਦਾ, ਕੋਈ ਵੀ ਬੈਂਕ। ਇੱਕ ਬੈਂਕ ਦੀ ਨਹੀਂ ਗੱਲ ਹੈਗੀ ਜਿਹੜਾ ਮੈਂ ਉਹਦਾ ਨਾਂ ਵੀ ਲੱਗਦਾ ਜਿਹਦੇ ਮੇਰਾ ਅਕਾਊਂਟ ਹੈ ਜਿਹਦੇ ਮੇਰੇ ਤੋਂ ਠੱਗੀ ਹੋਈ ਆ, ਪਰ ਇਹ ਸਿਰਫ ਮੇਰੇ ਬੈਂਕ ਦੀ ਨਹੀਂ ਗੱਲ, ਸਾਰੇ ਬੈਂਕ ਇੱਥੇ ਸਿਗਨੇਚਰ ਜੀ ਚੈੱਕ ਨਹੀਂ ਕਰਦੇ। ਆਪਦੀ ਚੈੱਕ ਬੁੱਕ ਜੇ ਤੁਹਾਡੀ ਕਿਤੇ ਇੱਧਰ ਤੋਂ ਪਈ ਆ ਆਪਦੀ ਸਿਕਿਉਰ ਕਰ ਲਓ ਜੀ। ਬਹੁਤ ਖਤਰਨਾਕ ਚੀਜ਼ ਹੈ ਚੈੱਕ ਬੁੱਕ, ਬਹੁਤ ਜ਼ਿਆਦਾ। ਤੇ ਹੋਰ ਮੈਂ ਡਿਟੇਲ ਦੱਸ ਸਕਦਾ ਜੀ ਜੇ ਤੁਸੀਂ ਫ੍ਰੀ ਹੋ ਕੇ ਫੋਨ ਕਰਦੇ ਹੋ, ਮੈਂ ਤੁਹਾਨੂੰ WhatsApp ਜੀ। ਤੁਸੀਂ ਦੱਸਤੀ ਆਪਣੀ ਗੱਲ ਜੀ, ਲੋਕਾਂ ਨੂੰ ਦੱਸਤੀ ਤੇ ਤੁਸੀਂ ਆਪਣਾ ਹੁਣ ਸਿੰਪਲ ਆਪਣਾ ਪ੍ਰੋਸੈਸ ਕਰਿਓ, ਲੋਕਾਂ ਨੂੰ ਤੁਸੀਂ ਸਮਝਾਤਾ। ਥੈਂਕ ਯੂ। ਥੈਂਕ ਯੂ। ਮਨਿੰਦਰ ਸਿੰਘ ਜੀ ਲਾਈਨ ਨੰਬਰ 4। ਹੈਲੋ, ਸਤਿ ਸ਼੍ਰੀ ਅਕਾਲ ਗਿੱਲ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਭਾਜੀ ਹੁਣ ਦੇਖੋ ਜੀ, ਜਦੋਂ ਆਪਾਂ ਕੋਈ ਵੀ ਇਲੈਕਸ਼ਨ ਦੇ ਵਿੱਚ ਖੜਦੇ ਆ, ਪਹਿਲੀ ਵਾਰੀ ਤਾਂ ਕੋਈ ਜਿੱਤ ਨਹੀਂ ਜਾਂਦਾ ਹੁੰਦਾ ਨਾ, ਪਤਾ ਨਹੀਂ ਲੋਕਾਂ ਨੂੰ ਕੀ ਪ੍ਰੋਬਲਮ ਆ। ਨਿਊਟਨ ਤੋਂ MP ਹਾਰ ਗਿਆ, ਨਿਊਟਨ ਤੋਂ MP ਹਾਰ ਗਿਆ, ਉਹ ਕੀ, ਮੈਨੂੰ ਨਹੀਂ ਇਹਦੇ ਬਾਰੇ ਕੋਈ ਸਮਝ ਆਈ ਹਾਲੇ ਤੱਕ ਜੀ। 15 ਕੁ ਦਿਨ ਹੋ ਗਏ ਢਟੋਰਾ ਪੜਦਿਆਂ ਨੂੰ, ਕੋਈ ਗਾਂਹ ਜਿੱਤ ਹੋ ਜਾਊਗਾ ਜ਼ਰੂਰੀ ਥੋੜੀ ਵੀ ਪਹਿਲੀ ਵਾਰੀ ਸਾਰੀ ਬਾਜੀ ਮਾਰ ਲੈਂਦੇ ਹੁੰਦੇ ਬੰਦੇ। ਖਾਣੇ ਦੀ ਹਿੰਮਤ ਵੀ ਚਾਹੀਦੀ ਹੁੰਦੀ ਆ। ਥੈਂਕ ਯੂ ਭਾਜੀ, ਮੈਂ ਤਾਂ ਇਹ ਕਹਿਣਾ ਚਾਹੁੰਦਾ ਹੈਗਾ ਜੀ। ਕੋਈ ਨਾ ਵੀਰ ਜੀ, ਕੋਈ ਨਾ। ਤੁਸੀਂ ਪਲੀਜ਼ ਇੱਕ ਕੰਮ ਕਰਿਆ ਕਰੋ, ਜਿਹੜੇ ਤੁਸੀਂ ਮੈਨੂੰ ਕਹਿੰਦੇ ਹੋ ਨਾ, ਤੁਸੀਂ ਸੁਣਿਆ ਨਾ ਕਰੋ। ਜੇ ਤੁਹਾਡਾ ਪ੍ਰੋਗਰਾਮ ਕੋਈ ਮਨ ਕਰਦਾ ਨਹੀਂ ਸੁਣਨ ਨੂੰ ਵੀ ਜਿਹਦੇ 'ਚ ਗਲਤ ਬੋਲਿਆ ਜਾਂਦਾ, ਉਹਨੂੰ ਸੁਣੋ ਨਾ ਬਸ। ਕਾਹਨੂੰ ਆਪਾਂ ਆਪਣੀ ਸ਼ਾਂਤੀ ਭੰਗ ਕਰਨੀ ਹੈ? ਜਿਹਦਾ ਆਪਣਾ ਸਮਾਂ ਜਿਹਦੇ ਮਾਈਕ ਤੇ ਮੂੰਹ ਤੇ ਹੈ, ਉਹ ਜਿਹੜਾ ਕੋਈ ਮਰਜ਼ੀ ਬੋਲ ਸਕਦਾ, ਉਹਨੂੰ ਕੋਈ ਚੈਲੰਜ ਨਹੀਂ ਕਰ ਸਕਦਾ। ਕੋਈ ਕਾਇਦਾ ਕਾਨੂੰਨ ਹੈ ਜਿਹੜਾ ਉਹ ਜਿੱਥੇ ਲਾਗੂ ਹੁੰਦਾ ਉਹ ਖਿਆਲ ਨਾਲ ਬੋਲਣਗੇ।
ਤੇ ਬਾਕੀ ਮੈਂ ਕਿਸੇ ਨੂੰ ਨਹੀਂ ਆਪਾਂ ਕੰਟਰੋਲ ਕਰ ਸਕਦੇ, ਆਪਾਂ ਆਪਣੀ ਗੱਲ ਕਰਨੀ। ਸਰ ਜਤਿੰਦਰਪਾਲ ਸਿੰਘ ਜੀ, ਲਾਈਨ ਨੰਬਰ 2। ਹਾਂਜੀ, ਸਤਿ ਸ਼੍ਰੀ ਅਕਾਲ ਗਿੱਲ ਸਾਹਿਬ। ਸਤਿ ਸ਼੍ਰੀ ਅਕਾਲ ਵੀਰ ਜੀ। ਗਿੱਲ ਸਾਹਿਬ, ਮੈਂ ਆਪਣੇ ਫਰੈਂਡ ਦੀ ਇੱਕ ਦੱਸਣੀ ਸੀ, ਉਹਨੇ ਅਪਲਾਈ ਕਰਿਆ ਸੀਗਾ ਲੋਨ ਦੇ ਲਈ, ਓਨਰ ਆਪਰੇਟਰ ਆ ਜੀ ਉਹ, ਤੇ ਉਹਨੂੰ ਸਿਰਫ ਇਹ ਕਹਿ ਕੇ ਰਿਜੈਕਟ ਕਰਤਾ ਕਿ ਤੇਰੇ ਕੋਲੇ ਬਿਜ਼ਨਸ ਅਕਾਊਂਟ ਨਹੀਂ ਹੈਗਾ, ਤੇ ਪਿਛਲੇ ਸਾਲ ਦਾ ਉਹਨੇ 45,000 ਤਾਂ ਪੇਰੋਲ ਤੇ ਸੀਗਾ ਡਰਾਈਵਰ, ਤੇ ਉਹਦਾ ਤਕਰੀਬਨ ਟਰੱਕ ਖਰਾਬ ਹੋ ਗਿਆ, 32,000 ਉਹਦੇ ਤੇ ਲੱਗ ਗਿਆ ਜੀ। ਤੇ ਹੁਣ ਇਕੱਲਾ ਟਰੱਕ ਚਲਾ ਰਿਹਾ ਤੇ ਉਹਦੀ 5,000 ਦੀ ਚੈੱਕ ਆਈ ਆ, ਤੇ ਉਹਨੇ ਅਪਲਾਈ ਕਰਿਆ ਸੀਗਾ ਲੋਨ ਦੇ ਲਈ, ਤੇ ਉਹਨੂੰ ਇਹ ਸਿਰਫ ਇਹੀ ਰੀਜ਼ਨ ਕਿ ਤੇਰੇ ਕੋਲ ਬਿਜ਼ਨਸ ਅਕਾਊਂਟ ਨਹੀਂ ਹੈਗਾ, GST ਨੰਬਰ ਹੈਗਾ, ਸਾਰੇ ਖਰਚੇ ਵਗੈਰਾ ਪਾਉਣੇ ਆ ਅਸੀਂ। ਤੇ ਹੁਣ ਜੇ ਪਲੀਜ਼ ਜੇ ਤੁਸੀਂ ਕੋਈ ਇਸ ਤਰ੍ਹਾਂ ਦਾ ਹੱਲ ਕਰ ਸਕਦੇ ਹੋ ਕਿ ਇਹ ਕੋਈ ਬੜੀ ਵੱਡੀ ਕੰਡੀਸ਼ਨ ਨਹੀਂ, ਕਿਉਂਕਿ ਸਮਾਲ ਬਿਜ਼ਨਸ ਦੇ ਵਿੱਚ ਤਾਂ ਹੋਣੇ ਹੀ ਆ ਅਸੀਂ ਓਨਰ ਆਪਰੇਟਰ ਜਿਹੜਾ GST ਨੰਬਰ ਲਿਆ ਹੋਇਆ, ਤੇ ਸਾਰਾ ਉਹਨੇ ਤਕਰੀਬਨ 14,000 ਦਾ ਪਿਛਲੇ ਸਾਲ ਟੈਕਸ ਵੀ ਭਰਿਆ ਜੀ। ਪਲੀਜ਼ ਇਹਦਾ ਕੁਝ ਹੋ ਸਕਦਾ ਜੀ, ਜੇ ਤੁਸੀਂ ਪਲੀਜ਼ ਹੈਲਪ ਕਰ ਸਕਦੇ ਹੋ, ਕਿਉਂਕਿ ਸਿਰਫ ਬਿਜ਼ਨਸ ਅਕਾਊਂਟ ਦੇ ਬੇਸਿਸ ਤੇ ਰਿਜੈਕਟ ਕਰ ਦੇਣਾ ਕਿ ਉਹਨੇ ਕਦੇ ਵੀ ਲਾਈਫ ਦੇ ਵਿੱਚ ਹਜੇ ਤੱਕ EI ਨਹੀਂ ਲਿਆ ਜੀ, ਤੇ ਜਦੋਂ ਹੁਣ ਜ਼ਰੂਰਤ ਪਈ ਆ ਤੇ ਹੁਣ ਸਾਨੂੰ ਕੀ ਕਹਿੰਦੇ ਨੇ ਕਹਿਤਾ ਵੀ ਤੇਰਾ ਮਿਲਣਾ ਨਹੀਂ ਹੈਗਾ, ਤੇ ਉਹ ਬਹੁਤ ਅਪਸੈਟ ਆ ਜੀ। ਪਲੀਜ਼, ਥੈਂਕ ਯੂ ਜੀ। ਧੰਨਵਾਦ ਜੀ। ਇੱਕ ਮੈਂ ਖਬਰ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ ਤੇ ਫਿਰ ਆਪਾਂ ਇਸਲਾਮੋਫੋਬੀਆ ਵੱਲ ਨੂੰ ਚੱਲਾਂਗੇ। ਇਹ ਹੈ ਕਿ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਅਜਾਇਬ ਸਿੰਘ ਅਭਿਆਸੀ, ਮੈਂਬਰ ਧਰਮ ਪ੍ਰਚਾਰ ਕਮੇਟੀ, ਸ਼੍ਰੋਮਣੀ ਕਮੇਟੀ ਅੰਮ੍ਰਿਤਸਰ, ਤੇ ਪ੍ਰੋਫੈਸਰ ਸਰਚਾਂਦ ਸਿੰਘ ਸਾਬਕਾ ਫੈਡਰੇਸ਼ਨ ਆਗੂ ਨੇ ਇੱਕ ਚਿੱਠੀ ਲਿਖੀ ਹੈ, ਜਿਹਦੇ ਚ ਉਹਨਾਂ ਨੇ ਸਤਿੰਦਰ ਸਰਤਾਜ ਵੱਲੋਂ ਜ਼ਫਰਨਾਮਾ ਜਿਹੜਾ ਫਾਰਸੀ ਜ਼ੁਬਾਨ ਦੇ ਵਿੱਚ ਉਹਨਾਂ ਨੇ ਗਾਇਆ, ਜਿਹਦੇ ਵਿੱਚ ਉਹਨਾਂ ਨੇ ਲਿਖਿਆ ਵੀ ਸੀ ਕਿ ਹੋ ਸਕਦਾ ਮੇਰੇ ਤੋਂ ਉਚਾਰਨ ਦਾ ਸਹੀ ਨਾ ਹੋਵੇ। ਉਹਨਾਂ ਨੇ ਇੱਕ ਤਾਂ ਕਿਹਾ ਕਿ ਜ਼ਫਰਨਾਮਾ 22 ਜਿਹੜਾ ਸਤਿੰਦਰ ਸਰਤਾਜ ਉਹ ਠੀਕ ਨਹੀਂ, ਗੁਰੂ ਸਾਹਿਬ ਦੀ ਚਾਹੇ ਗੁਰਬਾਣੀ ਨਹੀਂ ਪਰ ਇੱਕ ਜਿੱਤ ਦੀ ਚਿੱਠੀ ਔਰੰਗਜ਼ੇਬ ਨੂੰ ਲਿਖੀ ਹੋਈ। ਮਹਿਲ ਸਿੰਘ ਹੋਣਾ ਨੇ ਵੀ ਜ਼ਫਰਨਾਮੇ ਦੀ ਪੰਜਾਬੀ ਚ ਲੱਥਾ ਕਰਕੇ ਜਿਹੜਾ ਉਹਨੂੰ ਕਵੀਸ਼ਰੀ ਚ ਗਾਇਆ। ਸੋ ਇਸ ਤੇ ਉਹਨਾਂ ਨੇ ਕਿਹਾ ਕਿ ਇਸ ਦੀ ਇੱਕ ਤਾਂ ਜਿਹੜੀ ਭਾਸ਼ਾ ਹੈ ਤੇ ਉਸ ਨੂੰ ਠੀਕ ਕੀਤਾ ਜਾਵੇ, ਤਰੁੱਟੀਆਂ ਨੇ ਇਹਦੇ ਵਿੱਚ, ਭਾਸ਼ਾ ਪਰਸ਼ੀਅਨ ਪੂਰੀ ਠੀਕ ਨਹੀਂ ਇਹ ਚ ਬੋਲੀ ਗਈ, ਜਿਹੜੇ ਮਾਹਿਰ ਕਹਿ ਰਹੇ ਨੇ ਠੀਕ ਨਹੀਂ, ਤੇ ਇਹਦੇ ਨਾਲ ਇਹ ਜਿਹੜੀ ਚਿੱਠੀ ਆ ਜਾਂ ਗੁਰਾਂ ਦੇ ਵੱਲੋਂ ਕੁਝ ਵੀ ਗੁਰਬਾਣੀ ਤਾਂ ਇਹਨੂੰ ਕਹਿ ਨਹੀਂ ਸਕਦਾ ਮੈਂ, ਇੱਕ ਚਿੱਠੀ ਲਿਖੀ ਪਰ ਗੁਰੂ ਸਾਹਿਬ ਨੇ ਲਿਖੀ ਹੈ। ਗੁਰੂ ਸਾਹਿਬ ਦੀ ਉਚਾਰਨ ਬਾਣੀ ਕੋਈ ਗੁਰੂ ਗ੍ਰੰਥ ਸਾਹਿਬ ਚ ਹੋਵੇ ਜਾਂ ਗੁਰੂ ਸਾਹਿਬ ਵੈਸੇ ਬਾਣੀ ਉਚਾਰਨ ਸਾਡੇ ਲਈ ਸਤਿਕਾਰ, ਕਿਉਂਕਿ ਉਹਨਾਂ ਨੂੰ ਇੱਕ ਇਨਸਾਨੀ ਰੁਤਬੇ ਤੋਂ ਉੱਪਰ ਰੱਖ ਕੇ ਰੂਹਾਨੀਅਤ ਦੇ ਰਾਹੀਂ ਵੇਖਣ ਦੀ ਲੋੜ ਹੈ ਕਿ ਉਹ ਕਲਾ ਧਾਰ ਕੇ ਇਹ ਜਗ ਦੇ ਵਿੱਚ ਆਏ ਨੇ, ਉਹ ਪ੍ਰਗਟਦੇ ਨੇ, ਪ੍ਰਗਟ ਦੇ ਨਾਲ ਹੀ ਅੱਗੇ ਤੋਂ ਅੱਗੇ ਟਰਾਂਸਫਰ ਜਿਹੜੀ ਜੋਤ ਹੋਈ ਹੈ ਦਸਾਂ ਦੇ ਵਿੱਚ, ਫਿਰ ਸੰਪੂਰਨਤਾ ਗੁਰੂ ਗ੍ਰੰਥ ਸਾਹਿਬ ਦੇ ਰੂਪ ਦੇ ਵਿੱਚ ਜਿਨ੍ਹਾਂ ਨੂੰ ਅਸੀਂ ਆਪਣਾ ਗੁਰੂ ਮੰਨਦੇ। ਸੋ ਇਸ ਤੇ ਹੁਣ ਇਹ ਕੋਈ ਮੈਂ ਇਸ ਨੂੰ ਇਹ ਨਹੀਂ ਇਸ ਤਰੀਕੇ ਨਾਲ ਵੀ ਇਹ ਬਹਿਸ ਦਾ ਮੁੱਦਾ ਬਣ ਕੇ ਦੋ ਗਰੁੱਪ ਤੇ ਇਸ ਤੇ ਆਪਾਂ ਸੋਚੀਏ, ਪਰ ਮੇਰੇ ਖਿਆਲ ਪ੍ਰਚਾਰ ਇਹ ਹੋਣਾ ਚਾਹੀਦਾ ਗੁਰੂ ਸਾਹਿਬ ਦੀਆਂ, ਨਹੀਂ ਜ਼ਫਰਨਾਮੇ ਅਸੀਂ ਕਿਸੇ ਨੇ ਕਿਹਨੇ ਪੜ੍ਹਨੇ ਨੇ, ਤੇ ਹਾਂ ਉਹਦਾ ਉਚਾਰਨ ਤਾਂ ਵੈਸੇ ਹੀ ਸਾਨੂੰ ਜ਼ਿੰਦਗੀ ਦੇ ਵਿੱਚ ਬਹੁਤ ਸ਼ਬਦ ਨੇ ਜਿਹੜੇ ਤੁਸੀਂ ਹਰ ਰੋਜ਼ ਬੋਲ ਜਾਂਦੇ ਹੋ। ਮੈਨੂੰ ਕਿਸੇ ਦਿਨ ਇੱਕ ਦਿਨ ਸਤਿਕਾਰਯੋਗ ਕਿਸੇ ਲਿਸਨਰ ਨੇ ਕਿਹਾ ਕਿ ਤੁਸੀਂ ਬੇਫਜ਼ੂਲ ਸ਼ਬਦ ਨਹੀਂ ਹੈ ਕੋਈ, ਬੇਫਜ਼ੂਲ ਥੋੜਾ ਹੁੰਦਾ ਹੋਊਗਾ ਯਾਰ ਫਜ਼ੂਲ ਦੀਆਂ ਗੱਲਾਂ ਕਰਦਾ, ਫਜ਼ੂਲ ਹੀ ਮਤਲਬ ਬਿਨਾਂ ਮਤਲਬ ਵਾਲੀ ਗੱਲ ਹੈ, ਤੇ ਉਹ ਪੰਜਾਬੀ ਦਾ ਕੋਈ ਸ਼ਬਦ ਵੀ ਹੈ ਨਹੀਂ, ਪਰ ਇਲਾਕਾਈ ਕੁਛ ਭਾਸ਼ਾ ਕਰਕੇ ਅਸੀਂ ਬਹੁਤ ਚੀਜ਼ਾਂ ਜਿਹੜੀ ਤੜੀ ਤੁੱਪੜੀ ਮੈਂ ਕਹਿ ਕੇ ਗਿਆ, ਤੜੀ ਤੁੱਪੜੀ ਉਹ ਕਿਹਨੂੰ ਤੱਪੜ ਤੋਂ ਕਹਾਣੀ ਹੈ ਵੀ ਤੜੀ ਤੁੱਪੜੀ ਚੱਕੀ ਗਾਹਾਂ ਹੋ ਗਏ। ਮੇਰੇ ਏਰੀਏ 'ਚ ਬੋਲਦੇ ਨੇ ਬਹੁਤ ਸ਼ਬਦ ਨੇ ਜਿਹੜੇ ਇਲਾਕਾਈ ਭਾਸ਼ਾ ਨੇ, ਉਹਦਾ ਮਤਲਬ ਕੋਈ ਨਹੀਂ ਹੁੰਦਾ, ਤੇ ਉਹ ਜਿਹੜੇ ਪਰ ਮੈਂ ਨਿੱਜੀ ਤੌਰ ਤੇ ਇਹਦੇ 'ਚ ਮੈਂ ਬਹਿਸ ਨਹੀਂ ਚਮਾਉਣਾ ਚਾਹੁੰਦਾ, ਕਿਉਂਕਿ ਸਤਿੰਦਰ ਸਰਤਾਜ ਉਹਨਾਂ ਦੀ ਜਿਹੜੀ ਗਾਇਕੀ ਹੈ, ਜਿਹੜੀ ਉਹਨਾਂ ਦੀ ਲਿਖਤ ਹੈ, ਜਿਹੜੇ ਉਹਨਾਂ ਦੇ ਗੀਤ ਨੇ, ਸਰਦਾਰ ਜੀ ਹੈ, ਬੰਦੇ ਆਮ ਨਹੀਂ ਹੁੰਦੇ, ਜਿੱਤ ਦੇ ਨਿਸ਼ਾਨ ਜਿਹੜੇ ਨੇ ਉਹ ਕਿਹਨੇ ਲਿਖ ਲੈਣੇ ਨੇ ਤੇ ਕਿਹਨੇ ਗਾ ਲੈਣੇ। ਸਰਦਾਰ ਜੀ ਇੱਕ ਗੀਤ ਅਜਿਹਾ, ਹਮਜ਼ਾ ਇੱਕ ਗੀਤ ਅਜਿਹਾ ਜਿਹੜਾ ਤੁਹਾਨੂੰ ਦੱਸਦਾ ਸਰਦਾਰ ਜੀ ਦੇ ਵਿੱਚ, ਜੇ ਜ਼ਫਰਨਾਮੇ ਦੀ ਅਸੀਂ ਗੱਲ ਕਰਦੇ ਹਾਂ, ਸਰਦਾਰ ਜੀ ਜਿਹੜੀ ਉਹਨੇ ਠੋਕਰ ਸਾਨੂੰ ਮਾਰੀ ਆ ਵੀ ਤੁਸੀਂ ਕਰਦੇ ਕੀ ਹੋ, ਤੁਹਾਨੂੰ ਪਤਾ ਵੀ ਕੀ ਹੋ ਤੁਸੀਂ, ਤੁਹਾਨੂੰ ਪਤਾ। ਤੇ ਗਰਾਊਂਡਡ ਜਿਹੜਾ ਰਹਿਣਾ ਬੰਦੇ ਦਾ, ਬਈ ਲੱਖਾਂ ਹੀ ਲੋਕ ਸੁਣਦੇ ਨੇ ਤੇ ਨਿਮਰਤਾ 'ਚ ਰਹਿਣਾ,
ਮੈਂ ਆਸ ਕਰਦਾ ਕਿ ਜਿਸ ਤਰ੍ਹਾਂ ਨਿਮਰਤਾ 'ਚ ਰਹਿੰਦੇ ਨੇ ਜ਼ਿੰਦਗੀ ਦੇ ਵਿੱਚ ਵੀ ਉਸ ਤਰ੍ਹਾਂ ਹੋਣ। ਮੈਨੂੰ ਯਾਦ ਹੈ ਇੱਕ ਵਾਰ ਦਲਜੀਤ ਦੋਸਾਂਝ ਦੀ ਇੰਟਰਵਿਊ ਕੀਤੀ ਮੈਂ 13 ਦੇ ਵਿੱਚ, ਸਟੂਡੀਓ ਦੇ ਵਿੱਚ ਬੈਠਾ ਜਿਵੇਂ ਨਾ ਧੱਫਾ ਮਾਰ ਕੇ ਬੁਲਵਾਉਣਾ ਹੁੰਦਾ, ਇਉਂ ਬੁਲਵਾਇਆ ਜਾਵੇ, ਹਾਂਜੀ ਤੁਸੀਂ ਜੀ, ਆਪ ਜੀ, ਇਸ ਤਰ੍ਹਾਂ। ਇੱਕ ਹੋਰ ਆ ਕੇ ਲੋਕਾਂ ਨੂੰ ਜਿਵੇਂ ਮਹਾਂਪੁਰਸ਼ ਹੁੰਦਾ ਭਾਈ ਕਹਿ ਕੇ ਬੁਲਾਉਂਦਾ ਲੋਕਾਂ ਨੂੰ, ਹਾਂ ਭਾਈ। ਬੜੀਆਂ ਇਹ ਜਿਹੜਾ ਨਾ ਡਬਲ ਫੇਸ ਹੈ, ਇਹ ਨਹੀਂ ਚਾਹੀਦਾ। ਤੇ ਉਹ ਜ਼ਿੰਦਗੀ ਜੇ ਤੁਸੀਂ ਦੇਖਦੇ ਹੋ ਤੇ ਉਹ ਫਿਰ ਕਿਉਂਕਿ ਸਾਊ ਬਣਨਾ ਬਹੁਤ ਤੇ ਸਾਊ ਦੇ ਰੂਪ ਦੇ ਵਿੱਚ ਬਹਿਣਾ, ਪਰ ਉਹ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਫੇਸ ਜਿਹੜਾ ਤੁਹਾਡੇ ਤੁਸੀਂ ਜਿਸ ਤਰ੍ਹਾਂ ਵਿਚਰਦੇ ਹੋ ਉਸ ਤਰ੍ਹਾਂ ਹੀ ਵਿਚਰਨਾ ਚਾਹੀਦਾ। ਕੋਸ਼ਿਸ਼ ਕਰਨੀ ਚਾਹੀਦੀ ਹੈ, ਇਨਸਾਨ ਕਿਤੇ ਨਾ ਕਿਤੇ ਗਲਤੀ ਕੋਈ ਕਰ ਵੀ ਸਕਦਾ, ਪਰ ਜ਼ਿਆਦਾਤਰ ਕੋਸ਼ਿਸ਼ ਕਰੀਏ ਕਿ ਅਸੀਂ ਬਾਹਰੋਂ ਅੰਦਰੋਂ ਇੱਕ ਹੀ ਰਹੀਏ। ਸਿੰਦਰ ਸਰਤਾਜ ਉਹਨਾਂ ਬਾਰੇ ਇਹ, ਕਿਉਂਕਿ ਮੈਂ ਜਦ ਉੱਥੇ ਇਹ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਚਿੱਠੀਆਂ ਲਿਖਦੀਆਂ ਨੇ, ਉਹਦੇ ਵਿੱਚ ਮੈਂ ਕਿਤੇ ਨਾ ਕਿਤੇ ਰਾਜਨੀਤੀ ਕੁਛ ਨਾ ਕੁਛ ਚੱਲਦੀ ਰਹਿੰਦੀ ਹੈ। ਮਹਿਲ ਸਿੰਘ ਉਹਨਾਂ ਦੀ ਜ਼ਫਰਨਾਮਾ ਜਿਹੜਾ ਉਹਨਾਂ ਨੇ ਗਾਇਆ ਤੇ ਉਹ ਪੰਜਾਬੀ 'ਚ ਅਲੱਥਾ ਉਹਨਾਂ ਨੇ ਕਰ ਦਿੱਤੀ। ਮੈਨੂੰ ਉਹਦੇ 'ਚ ਕੁਛ ਗਲਤ ਨਹੀਂ ਲੱਗਦਾ। ਉਹਨੇ ਅੰਤਰੀਬ ਜਿਹੜਾ ਸੰਤ ਜ਼ਫਰਨਾਮੇ ਦੀ ਅਲੱਥਾ ਬਹੁਤਾਂ ਨੇ ਕੀਤੀ ਆ, ਇੱਕ ਸਰਦਾਰ ਸੁਖਦੀਪ ਸਿੰਘ ਬਰਨਾਲਾ ਨੇ ਸ਼ਾਇਦ ਉਹਨਾਂ ਨੇ ਕੀਤੀ ਆ ਜ਼ਫਰਨਾਮੇ ਦੀ ਅਲੱਥਾ, ਜਿਨ੍ਹਾਂ ਨੇ ਉਹਨਾਂ 'ਚ ਆਪਣੇ ਲੋਪੋਂ ਵਾਲੇ ਸੰਤਾਂ ਦੀਆਂ ਫੋਟੋਆਂ ਲਾ ਕੇ ਜੀ ਇਹ ਸਾਡੇ ਸਾਰਾ ਕੁਛ ਨੇ, ਰੱਬ ਦਾ ਰੂਪ ਨੇ, ਇਹਨੇ ਮੈਨੂੰ ਇਹਨਾਂ ਕਰਕੇ ਮੈਂ ਵਰੋਸਾਇਆ ਹੋਇਆ। ਉਹਨੇ ਇੱਕ ਜ਼ਫਰਨਾਮਾ ਦਾ ਪੰਜਾਬੀ ਰੂਪ ਜਿਹੜਾ ਛਾਪਿਆ, ਮੈਂ ਤੁਹਾਨੂੰ ਸੁਣਾਉਣ ਵੀ ਲੱਗਿਆ ਸੀ ਇੱਕ ਵਾਰ, ਉਹ ਪੰਜਾਬੀ ਅਲੱਥਾ ਹੈ। ਹੁਣ ਪਰਸ਼ੀਅਨ ਸਾਨੂੰ ਆਉਂਦੀ ਨਹੀਂ, ਉਹਨੂੰ ਪੰਜਾਬੀ 'ਚ ਅਲੱਥਾ ਕਰਕੇ ਜੇ ਮਹਿਲ ਸਿੰਘ ਉਹਨਾਂ ਨੇ ਕਵੀਸ਼ਰੀ ਗਾਤੀ, ਮੈਨੂੰ ਉਹਦੇ 'ਚ ਕੁਛ ਗਲਤ ਨਹੀਂ ਲੱਗਦਾ। ਹਾਂ, ਜਦ ਗੁਰੂ ਸਾਹਿਬ ਦੀ ਉਚਾਰਤ ਕੋਈ ਵੀ ਲਿਖਤ ਹੈ ਉਹ ਬੋਲਣੀ ਆ, ਫਿਰ ਉਹ ਹੂ ਬਹੂ ਬੋਲੀ ਜਾਵੇ। ਜਿਸ ਤਰ੍ਹਾਂ ਬਾਣੀ ਪੜ੍ਹਨ ਤੋਂ ਬਾਅਦ ਅਸੀਂ ਕਹਿੰਦੇ ਅੱਖਰ ਭੁੱਲ ਚੁੱਕ ਮਾਫ਼ ਕਰਿਓ ਸੱਚੇ ਪਾਤਸ਼ਾਹ, ਗਾਹਾਂ ਨੂੰ ਸਿੱਧ ਤੇ ਸਪਸ਼ਟ ਤਾਂ ਹੀ ਸੰਥਿਆ। ਉਹ ਲਾਮਾ ਤੇ ਦਲਾਮਾ ਦਾ ਅਨਰਥ ਜਿਹੜਾ ਅਨਰਥ ਹੁੰਦਾ, ਅਰਥ ਦਾ ਅਨਰਥ ਹੁੰਦਾ, ਉਹ ਤਾਂ ਹੀ ਸੰਥਿਆ ਜਿਹੜੀ ਹੈ, ਤਾਂ ਹੀ ਟਕਸਾਲ ਦੇ ਵਿੱਚ ਸੰਥਿਆ ਦੀ ਹੁੰਦੀ ਸੀ, ਜਿਨ੍ਹਾਂ ਨੂੰ ਆਉਂਦੀ ਸੀ। ਤੇ ਕਿਤੇ ਫਿਰਦੇ ਬਾਣੀ ਪੜ੍ਹਦੇ ਇੱਕ ਮਿੰਟ ਕਹਿੰਦਾ ਮੁੜ ਇੱਥੋਂ ਮੁੜ ਇਹ ਗਲਤ ਬੋਲ ਗਿਆ। ਸੋ ਇਹ ਜਿਹੜੀ ਸੰਤ ਗੁਰਬਚਨ ਸਿੰਘ ਖਾਲਸਾ ਪਿੰਡਾਂ ਵਾਲੇ ਜਦ ਕਥਾ ਕਰਦੇ ਹੁੰਦੇ ਕਿਉਂ ਜਾਨਵਰ ਚੁੱਪ ਕਰ ਜਾਂਦੇ ਸੀ, ਇਹ ਜਿਹੜੀਆਂ ਇਹ ਗੱਲਾਂ ਨੇ, ਇਹ ਵਰੋਸਾਈਆਂ ਚੀਜ਼ਾਂ। ਤੇ ਇਸ ਨੂੰ ਉਹ ਚਿੱਠੀ ਉਹਨਾਂ ਨੇ ਲਿਖੀ ਹੈ, ਪਰ ਮੈਂ ਨਿੱਜੀ ਤੌਰ ਤੇ ਹੁਣ ਬਹੁਤ, ਜੇ ਤੁਸੀਂ ਦੇਖਦੇ ਹੋ ਡਾਕਟਰ ਉਦੋਂ ਕੇ ਪਰਸ਼ੀਅਨ ਬੋਲਦੇ ਆ ਕਿੰਨੀ, ਜੇ ਹੁਣ ਉਹ ਪਰਸ਼ੀਅਨ ਨਾ ਸਿੱਖਣ, ਉਹ ਸਾਨੂੰ ਤਾਂ ਪਤਾ ਹੀ ਨਹੀਂ ਲੱਗ ਸਕਦਾ ਜਿਹੜੇ ਜੰਗ ਨਾਮੇ ਕਾਜ਼ੀ ਨੂਰ ਮੁਹੰਮਦ ਦੇ ਨੇ ਜਾਂ ਜ਼ਫਰਨਾਮਾ ਹੈ, ਤੇ ਸਾਨੂੰ ਅਸੀਂ ਕਿੱਥੋਂ ਪੜ੍ਹ ਲੈਣਾ ਇਹ। ਮੈਂ ਉੱਥੇ 5-7 ਸਾਲ ਰਹਿਣ ਕਰਕੇ ਅਰਬੀ ਬੋਲ ਦਿੰਦਾ, ਪਰ ਮੈਂ ਜੇ ਮੈਂ ਕਹਾਂ ਵੀ ਮੈਂ ਅਰਬੀ 100% ਬੋਲਦਾ, ਨਹੀਂ। ਓਮਾਨ ਦੀ ਅਰਬੀ ਹੋਰ ਹੈ, ਮਸਕਟ ਦੀ ਦੁਬਈ 'ਚ ਹੋਰ ਬੋਲਦੇ ਨੇ, ਸਾਊਦੀ ਅਰਬ 'ਚ ਹੋਰ ਬੋਲਦੇ ਨੇ, ਬੜਾ ਫਰਕ ਹੈ। ਜਿਵੇਂ ਮਾਝੇ ਮਾਲਵੇ ਤੇ ਦੁਆਬੇ ਦੀਆਂ ਸਾਡਾ ਫਰਕ ਹੈ। ਤੋ ਇਹ ਜਿਹੜਾ ਇਸ ਦੀ ਜਿਹੜੀ ਗੱਲ ਹੈ ਉਹ ਕਰਨੀ ਚਾਹੀਦੀ ਹੈ ਕਿ ਅਸੀਂ ਇਸ ਨੂੰ ਕਿਵੇਂ ਸਮਝੀਏ, ਕਿ ਅਸੀਂ ਕਿਵੇਂ ਇਸ ਨੂੰ ਕਰਨਾ। ਤੇ ਇਸ ਤੋਂ ਮੈਂ ਇਸ ਨੂੰ ਨਿੱਜੀ ਤੌਰ ਤੇ ਇਸ ਤਰ੍ਹਾਂ ਸੋਚਦਾ ਕਿ ਇਹਦੇ ਵਿੱਚ ਮਾੜਾ ਕੋਈ ਨਹੀਂ, ਪਰ ਸ਼ਬਦ ਉਹਦੇ ਉਚਾਰਨ ਸਾਡਾ ਠੀਕ ਰਹੇ ਬਸ। ਜਦ ਪਹਿਲੇ ਹਿੱਸੇ 'ਚ ਕਾਲਰ ਗੱਲਬਾਤ ਕਰ ਰਹੇ ਸੀ, ਇੱਕ ਭੈਣ ਜੀ ਉਹਨਾਂ ਨੇ ਫੋਨ ਕੀਤਾ, ਧੰਨਵਾਦ ਮੈਂ ਫੇਰ ਕਰਨਾ ਚਾਹੁੰਦਾ। ਬਹੁਤ ਘੱਟ ਬੀਬੀਆਂ ਫੋਨ ਕਰਦੀਆਂ ਨੇ, ਉਹ ਮੈਂ ਉਹਨਾਂ ਦੀ ਗੱਲ ਕਰਦੇ ਆਪਣੀ ਗੱਲ ਤੋੜ ਲਈ ਤੇ ਉਹ ਗੱਲ ਉਹਨਾਂ ਦੀ ਪੂਰੀ ਨਾ ਮੈਂ ਕਰ ਸਕਿਆ, ਤੇ ਮੈਂ ਮਾਫੀ ਚਾਹੁੰਦਾ, ਕਿਉਂਕਿ ਜ਼ਿਆਦਾਤਰ ਲੇਡੀਜ਼ ਫੋਨ ਕਰਦੀਆਂ ਨਹੀਂ, ਜਦ ਉਹ ਕਰਦੀਆਂ ਨੇ ਤਾਂ ਉਹਦੇ ਵਿੱਚ ਉਹ ਦੁਬਾਰਾ ਉਹਨਾਂ ਨੇ ਗੱਲ ਥਰੂ ਨਹੀਂ ਕੀਤੀ। ਸੋ ਸੌਰੀ, ਮੈਂ ਫੇਰ ਕਿਉਂਕਿ ਮੈਂ ਮਹਿਸੂਸ ਹੁਣ ਕੀਤਾ ਉਹ ਗੱਲ ਕਰਨੀ ਚਾਹੁੰਦੇ ਸੀ, ਕੁਛ ਵਿੱਚ ਮੈਂ ਟੋਕਤਾ ਉਹਨਾਂ ਨੂੰ। ਤੇ ਸਾਰਿਆਂ ਨੂੰ ਬੇਨਤੀ ਹੈ, ਜਿਹੜੇ ਕੋਈ ਵੀ, ਜਿਵੇਂ ਕੱਲ ਫਿਊਨਰਲ ਹਾਲ ਦੇ ਬਾਰੇ ਬੋਲ ਕੇ ਗਈ ਹੈ ਆਪਣੇ 2 ਲੇਡੀਜ਼ ਆ ਕੇ, ਜਦ ਉਹਨਾਂ ਨੇ ਬਹੁਤ ਡੀਟੇਲ ਗੱਲ ਕੀਤੀ, ਇਸ ਤਰ੍ਹਾਂ ਹੀ ਮੈਂ ਬੇਨਤੀ ਕਰਦਾ ਜਦ ਵੀ ਤੁਸੀਂ ਕੋਈ, ਕਿਉਂਕਿ ਅਸੀਂ ਮੋਸਟਲੀ ਬੰਦੇ ਹੀ ਹਿੱਸਾ ਪਾਉਂਦੇ ਆ, ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਜਦ ਕਿਸੇ ਵੀ ਚੀਜ਼ ਦੇ ਵਿੱਚ ਤੁਹਾਡੀ ਪਕੜ ਹੋਵੇ, ਪਲੀਜ਼ ਫੋਨ ਕਰਿਆ ਕਰੋ 1844 247 1550। ਤੁਸੀਂ ਘਰ ਵਾਂਗੂ ਹੀ ਗੱਲ ਕਰਨੀ ਹੈ, ਜਿਵੇਂ ਘਰ 'ਚ ਬੈਠੇ ਪਰਿਵਾਰ 'ਚ ਭੈਣ ਭਾਈ ਆਪਸ ਵਿੱਚ ਗੱਲ ਕਰਦੇ, ਇਸ ਤਰ੍ਹਾਂ ਹੀ ਤੁਸੀਂ ਗੱਲ ਕਰ ਲਓ।
ਜਿਹੜੀ ਮੈਂ ਗੱਲ ਹੁਣ ਇਸ ਹਿੱਸੇ 'ਚ ਕਰਨੀ ਚਾਹੁੰਦਾ ਉਹ ਇਹ ਹੈ ਕਿ ਬਰੈਂਪਟਨ ਦੇ ਮੇਅਰ ਨੇ ਇਹਨਾਂ ਦਿਨਾਂ ਦੇ ਵਿੱਚ, ਕਿਉਂਕਿ ਇਕੱਠੇ ਨਹੀਂ ਤੁਸੀਂ ਹੋ ਸਕਦੇ ਮਸਜਿਦ ਦੇ ਵਿੱਚ, ਹੋਲੀ ਮੰਥ ਜਿਹੜਾ ਹੈ ਮਹੀਨਾ ਚੱਲ ਰਿਹਾ ਹੈ ਰਮਾਦਾਨ ਦਾ, ਤਾਂ ਉਸਨੇ ਇਹ ਕਿਹਾ ਕਿ ਮਿਊਨਿਸਪੈਲਿਟੀ ਦੇ ਵਿੱਚ, ਮੇਰੀ ਬਰੈਂਪਟਨ ਦੇ ਵਿੱਚ ਜਿਹੜੇ ਮੁਸਲਿਮ ਨੇ ਉਹ ਅਜ਼ਾਨ ਜਿਹੜੀ ਆਪਣੇ ਰਮਾਦਾਨ ਲਈ ਉਹ ਦੇ ਸਕਦੇ ਆ ਸਪੀਕਰਾਂ ਦੇ ਰਾਹੀਂ। ਤੇ ਬਾਈਲਾ ਜਿਹੜਾ 1984 ਦੇ ਵਿੱਚ ਇਹ ਪਾਸ ਹੋਇਆ, ਜਿਹਦੇ 'ਚ ਚਰਚ ਬੈਲ ਹੈ ਜਿਹੜੀ ਖੜਕਦਾ ਘੜਿਆਲ, ਉਹ ਵੀ ਅਲਾਉ ਕੀਤਾ ਹੀ ਹੋਇਆ। ਸੋ ਜਦੋਂ ਉਹ ਅਲਾਉ ਕੀਤਾ ਹੋਇਆ ਤਾਂ ਇਹ ਵੀ ਜਿਹੜਾ ਇਹ ਅਜ਼ਾਨ ਸਪੀਕਰਾਂ ਤੋਂ ਦੇ ਦਿਆ ਕਰ। ਲਓ ਜੀ, ਉਸਨੇ ਜਾਂ ਪੈਟਰਿਕ ਬਰਾਊਨ ਨੇ ਇਹ 30 ਅਪ੍ਰੈਲ ਨੂੰ 8:55 ਤੇ ਲਿਖਿਆ ਕਿ ਅਸੀਂ ਸਾਰਾ ਫੇਥ ਸਾਰੇ ਅਸੀਂ ਇਕੁਅਲੀ ਰਨ ਕਰਨਾ ਚਾਹੁੰਦੇ ਹਾਂ ਤੇ ਅਸੀਂ ਸਤਿਕਾਰ ਕਰਨਾ ਚਾਹੁੰਦੇ ਹਾਂ। ਪੈਟਰਿਕ ਬਰਾਊਨ ਸਿੱਖਾਂ ਦੇ ਵਿੱਚ ਵੀ ਬੜੇ ਹਰਮਨ ਪਿਆਰੇ ਨੇ ਉੱਥੇ। ਉਹਦੇ ਬਾਅਦ ਜੀ ਜਿਹੜਾ ਰਵੀ ਹੁੱਡਾ ਜੀ, ਉਹਨਾਂ ਨੇ ਫਿਰ ਲਿਖਿਆ ਪੈਟਰਿਕ ਬਰਾਊਨ ਨੂੰ, ਹੁੱਡਾ ਸਾਹਿਬ ਨੇ, ਕਹਿੰਦਾ ਅਗਲਾ ਕੀ ਆ, ਵਟ ਇਜ਼ ਨੈਕਸਟ, ਬਈ ਸੈਪਰੇਟ ਲੇਨਸ ਹੋਇਆ ਕਰਨਗੀਆਂ ਕੈਮਲ ਤੇ ਗੋਟ ਰਾਈਡਰ ਲਈ, ਬਈ ਅਲੱਗ-ਅਲੱਗ ਲੇਨਾਂ ਬਣਾਓਗੇ ਜਿਨ੍ਹਾਂ 'ਚ ਊਠ ਤੇ ਬੱਕਰੀਆਂ ਤੇ ਚੜ੍ਹ ਕੇ ਲੋਕ ਜਾਇਆ ਕਰਨਗੇ। ਤੇ ਉਹਦੇ ਬਾਅਦ ਜਿਹੜੀ ਜਾਨਵਰਾਂ ਦੀ ਬਲੀ ਦਿੱਤੀ ਜਾਇਆ ਕਰੇਗੀ ਘਰ ਦੇ ਵਿੱਚ। ਤੇ ਫਿਰ ਬਾਈਲਾ ਇਹ ਜਿਹੜਾ ਕਹੇਗਾ ਕਿ ਇਸਤਰੀਆਂ ਸਾਰਾ ਆਪਣੇ ਆਪ ਨੂੰ ਢੱਕ ਲੈਣ ਸਿਰ ਤੋਂ ਪੈਰਾਂ ਤੱਕ ਟੈਂਟ ਦੇ ਵਾਂਗੂ। ਇਹ ਜਿਹੜਾ ਤੁਸੀਂ ਵੋਟਾਂ ਖਾਤਰ ਕਰ ਰਹੇ ਹੋ। ਸੋ ਇਹ ਜਦ ਰਵੀ ਹੁੱਡੇ ਨੇ ਲਿਖਿਆ ਤਾਂ ਲੋਕ ਇਸ ਗੱਲ ਤੇ ਗੁੱਸੇ ਹੋ ਗਏ। ਲੋਕਾਂ ਨੇ ਉਹਦੇ ਤੇ ਜਦ ਗੱਲ ਕੀਤੀ ਡਿਸਟਰਬਿੰਗ ਇਸਲਾਮੋਫੋਬਿਕ ਤੇ ਲਿਖ ਕੇ ਜਦ ਬੰਦਾ ਲੱਭਿਆ ਵੀ ਹੈ ਕੌਣ, ਤਾਂ ਉਹਦੇ ਬਾਅਦ ਉਸਨੇ ਲਿਖਿਆ ਹੋਇਆ ਮੈਂ ਰੀਅਲਟਰ ਹਾਂ, ਮੈਂ ਇਮੀਗ੍ਰੇਸ਼ਨ ਕੰਸਲਟੈਂਟ ਹਾਂ। ਤੇ ਫਰਦਰ ਇਹ ਬੰਦਾ ਜਿਹੜਾ ਹੈ ਇਹ ਉੱਥੇ ਟਵਿੱਟਰ ਦੇ ਪ੍ਰੋਫਾਈਲ ਤੇ ਉਹਨੇ ਲਿਖਿਆ ਪ੍ਰੋਫੈਸ਼ਨਲ ਰੀਅਲਟਰ, ਇਮੀਗ੍ਰੇਸ਼ਨ ਕੰਸਲਟੈਂਟ, ਕਮਿਊਨਿਟੀ ਵਲੰਟੀਅਰ। ਪਰ ਪੀਲ ਡਿਸਟ੍ਰਿਕਟ ਜਿਹੜਾ ਸਕੂਲ ਬੋਰਡ ਹੈ ਉਸਨੇ ਇਸ ਨੂੰ ਲੱਭ ਲਿਆ ਕਿ ਨੋ, ਇਹ ਤਾਂ ਐਗਜ਼ੈਕਟਿਵ ਹੈ ਸਕੂਲ ਕੌਂਸਲ ਮੈਂਬਰ ਦਾ, ਮੈਕਵਿਲ ਪਬਲਿਕ ਸਕੂਲ ਸਿਟੀ ਆਫ ਬੋਲਟਨ ਦੇ ਵਿੱਚ। ਉਹਦੇ ਬਾਅਦ ਉੱਥੇ ਉਸ ਨੂੰ ਜਦੇ ਲਾਹਿਆ ਗਿਆ। ਲਾਉਣ ਤੋਂ ਬਾਅਦ ਤੇ ਉਹਦੇ ਬਾਅਦ ਪੀਲ ਸਕੂਲ ਨੇ ਲਿਖਿਆ ਕਿ ਇਨਵੈਸਟੀਗੇਸ਼ਨ ਅਸੀਂ ਸ਼ੁਰੂ ਕਰ ਦਿੱਤੀ ਇਸ ਦੇ ਬਾਰੇ। ਮਤਲਬ ਤੁਸੀਂ ਇੱਕ ਇਹ ਲਿਖਣ ਤੇ ਉਹਦੇ ਬਾਅਦ ਫੇਰ ਲਿਖਤਾ ਪਾਇਆ ਹੋਇਆ ਆਪਣਾ ਬਿਆਨ ਤੇ ਗਲ ਦੇ ਵਿੱਚ ਲਾਲ ਜਿਹੜਾ ਗਮਛਾ ਪਾਇਆ ਹੋਇਆ। ਮੇਰੇ ਜਿਹੜੇ ਪਹਿਲੇ ਟਵੀਟ ਸੀ ਉਹ ਮਿਸ ਇੰਟਰਪ੍ਰੀਟਡ ਕੀਤੇ ਗਏ ਨੇ, ਉਹ ਕਮਿਊਨਿਟੀ 'ਚ ਹਰਟ ਹੋ ਸਕਦੇ ਨੇ। ਮੈਂ ਅਪੋਲੋਜਾਈਜ਼ ਕਰਦਾ ਜਿਨ੍ਹਾਂ ਨੂੰ ਹਰਟ ਹੋਇਆ ਹੋਵੇ। ਅਸੀਂ ਇੱਕੋ ਹੀ, ਵੀ ਆਰ ਵਨ ਫੈਮਿਲੀ, ਵਾਸੁਦੇਵ ਕੁਟੁੰਬਕਮ, ਉਹਨੇ ਅਖੀਰ 'ਚ ਇਹ ਲਿਖਿਆ। ਚਲੋ, ਮਤਲਬ ਮੇਰੇ ਕਹਿਣ ਦਾ ਵੀ ਪਹਿਲਾਂ ਤੁਸੀਂ ਕਹਿ ਰਹੋ, ਉਹਦੇ ਬਾਅਦ ਫਿਰ ਲਿਖ ਦਿਓ ਕਿ ਮੈਂ ਇਹ ਸ਼ਬਦ ਆਪਣੇ ਵਾਪਸ ਲੈਣਾ। ਤੇ ਇਹ ਜਿਹੜੀ ਮਤਲਬ ਕਿੱਡਾ ਇੱਕ, ਜੇ ਤੁਸੀਂ ਕਹਿਤਾ ਵੀ ਚਲੋ ਤੁਸੀਂ ਇਕੱਠੇ ਨਹੀਂ ਹੋ ਸਕਦੇ, ਤੁਸੀਂ ਅਜ਼ਾਨ ਜਿਹੜੀ ਹੈ ਉਹ ਸਪੀਕਰ ਤੋਂ ਦੇ ਦਿਓ ਕਿ ਲੋਕਾਂ ਦੇ ਪ੍ਰੇਅਰ ਦਾ ਸਮਾਂ ਹੋ ਗਿਆ ਤੇ ਲੋਕ ਇਸ ਨੂੰ ਕਰ ਲੈਣ। ਤੇ ਉਹਦੇ ਬਾਅਦ ਕਰਨ ਤੋਂ ਬਾਅਦ ਉਹਨਾਂ ਨੂੰ ਸਮਿਆਂ ਦਾ ਪਤਾ ਲੱਗ ਜਾਵੇ, ਕਿਉਂਕਿ ਬਹੁਤ ਮੁਕੱਦਸ ਮਹੀਨਾ ਹੈ ਇਹ ਇਸਲਾਮ ਦਾ। ਤੇ ਰਵੀ ਹੁੱਡਾ ਨੇ ਜਿਹੜਾ ਇਹ ਲਿਖਿਆ ਉਹਦੇ ਕਰਕੇ ਬੜੀ ਇਹ ਭਾਈਚਾਰੇ 'ਚ ਉੱਥੇ ਗੱਲ ਚਲੇ ਹੋਈ। ਤਾਂ 30 ਅਪ੍ਰੈਲ ਦੀ ਗੱਲ ਹੈ ਤੇ ਅੱਜ ਇਹਨੂੰ CBC ਨੇ ਰਾਦਰ ਕੱਲ ਕਵਰ ਕੀਤਾ। ਤੋ ਇਹ ਜਿਹੜੀ ਖਬਰ ਹੈ ਇਹ ਉਸ ਏਰੀਏ ਦੇ ਵਿੱਚ ਇਸ ਨੂੰ ਬੜਾ ਮਾੜਾ ਮੰਨਿਆ ਗਿਆ, ਕਿਉਂਕਿ ਬੜੀ ਮਲਟੀ ਕਲਚਰਲਿਜ਼ਮ ਹੈ ਉੱਥੇ। ਜੇ ਦੇਖਿਆ ਜਾਵੇ ਤਾਂ ਬਰੈਂਪਟਨ ਜਾਂ ਸਰੀ ਦੇ ਵਿੱਚ ਸਾਰੇ ਧਰਮਾਂ ਦੇ ਜਿਹੜੇ ਸਤਿਕਾਰਤ ਨੇ ਉਹ ਆਪਣੇ ਆਪਣੇ ਹਿਸਾਬ ਨਾਲ। ਈਵਨ ਚਾਹੇ ਮੈਂ ਜੇ ਉਹਦੀ ਗੱਲ ਕਰਾਂ ਆਪਣੀ, ਕੱਲ ਇੱਕ ਗੀਤ ਦੇ ਬਾਰੇ ਕੇਸ ਰਜਿਸਟਰਡ ਹੋਇਆ ਹੈ ਆਪਣੇ ਤੇ ਬਾਵੇ ਤੇ,
ਉਹ ਠੀਕ ਆਪਣੇ ਵੱਲੋਂ ਉਸਨੇ ਕਟਾਖਸ਼ ਕੀਤਾ ਕਿ ਇਹ ਜੀ ਦੇਖੋ ਜੀ ਗਊ ਮੂਤਰ ਦੇ ਬਾਰੇ, ਪਰ ਜਦ ਹੁਣ ਅਸੀਂ ਆਪਣੀ ਗੱਲ ਮੈਂ ਪ੍ਰਚਾਰਨੀ ਹੈ ਜਿਹੜੀ ਮੈਨੂੰ ਚੰਗੀ ਲੱਗਦੀ ਹੈ ਕਿ ਇਹ ਮੈਨੂੰ ਚੰਗੀ ਲੱਗਦੀ ਹੈ, ਉਹ ਦੂਜਾ ਜੇ ਕੋਈ ਉਹਨੂੰ ਮੈਨੂੰ ਰੋਕਦਾ ਤਾਂ ਮੈਨੂੰ ਉਹ ਬੁਰਾ ਲੱਗਦਾ। ਮੇਰੇ ਖਿਆਲ ਸਿਸਟਮ ਜਿਹੜਾ ਪੂਰਾ ਇਨ ਜਨਰਲ ਕੋਈ ਚੀਜ਼ ਨੂੰ ਆਪਰੇਟ ਕਰ ਰਿਹਾ, ਸਿਸਟਮ ਤੇ ਤੁਸੀਂ ਜਿਹੜਾ ਕਟਾਖਸ਼ ਕਰ ਦੋ, ਪਰ ਵਿਅਕਤੀ ਵਿਸ਼ੇਸ਼ ਨੂੰ ਜਦ ਤੁਸੀਂ ਲਾਈਨ ਅਪ ਕਰਦੇ ਹੋ ਫਿਰ ਜਦ ਕਿਉਂਕਿ ਆਪਣੇ ਧਰਮ ਤੇ ਆਪਣੀ ਸੱਭਿਅਤਾ ਤੇ ਆਪਣੀ ਬਲੀਫਸ ਤੇ ਜਦ ਗੱਲ ਹੁੰਦੀ ਹੈ ਤਾਂ ਫਿਰ ਦਿਲ ਨੂੰ ਬਹੁਤ ਦੁੱਖ ਲੱਗਦਾ। ਹਾਲਾਂਕਿ ਉਸਨੇ ਸੱਚ ਬੋਲਣ ਦੀ ਕੋਸ਼ਿਸ਼ ਕੀਤੀ ਹੈ, ਮੈਂ ਇਸ ਗੱਲ ਦਾ ਉਦੋਂ ਧੰਨਵਾਦੀ ਵੀ ਕਹਾਂ ਤੇ ਉਹਦੇ ਹੱਕ 'ਚ ਕੁਲਵੀਰ ਸਿੰਘ ਸੋਤਾ ਡਾਂਸੀਵਾਲ ਨੇ ਇੱਕ ਬਹੁਤ ਵਧੀਆ ਕਵਿਤਾ ਵੀ ਲਿਖੀ ਹੈ। ਸੱਚ ਬੋਲਣਾ ਉਸ ਧਰਤੀ ਤੇ ਲਿਖਣਾ ਬੋਲਣਾ ਬੜਾ ਔਖਾ, ਇੱਥੇ ਬੋਲਣਾ ਔਖਾ ਹੈ, ਉੱਥੇ ਤੁਸੀਂ ਛੱਡ ਦਿਓ ਗੱਲ। ਦੇਖੋ ਸਹੀ ਦੂਰ ਦੂਰ ਕਰਕੇ ਕਿਵੇਂ ਇਕੱਠੇ ਤੁਹਾਡੇ ਆਲੇ ਦੁਆਲੇ ਤੁਸੀਂ ਬੜੀ ਗੱਲ ਤਾਂ ਕਰਕੇ ਵੇਖੋ, ਕਿਉਂਕਿ ਇਨਸਾਨ ਹੀ ਆ। ਉੱਥੇ ਵੀ ਅਸੀਂ ਜਿਹੜਾ ਹਰਜੀਤ ਸਿੰਘ ਉੱਥੇ ਸੀ, ਜਿਹੜਾ ਨਿਹਾਲ ਸਿੰਘ ਉੱਥੇ ਸੀ, ਉਹ ਕਿਤੇ ਉਹਨੂੰ ਵੈਨਕੂਵਰ ਬਦਲ ਦੂ, ਜਿਹੜਾ ਬਲੱਡ ਲਾਈਨ ਜਿਹੜੀ ਚੱਲਦੀ ਹੈ ਉਹਨੂੰ ਇਹ ਦੇਸ਼ ਕਿਤੇ ਚੇਂਜ ਕਰ ਦੂ। ਨੋ, ਉਹ ਪੀੜ੍ਹੀਆਂ ਦਰ ਪੀੜ੍ਹੀਆਂ ਜਿਹੜੀਆਂ ਚੱਲਦੀ ਹੈ ਕਹਾਣੀ ਉਹ ਆਪਾਂ ਕਰ ਸਕਦੇ। ਇਹ ਜਿਹੜੀ ਪਰ ਕਿਉਂਕਿ ਵਾਰਿਸ ਸ਼ਾਹ ਕਿੱਥੇ ਆਦਤਾਂ ਜਾਂਦੀਆਂ ਹੁੰਦੀਆਂ ਨੇ, ਕਦੇ ਨਹੀਂ ਚੇਂਜ ਹੁੰਦੀਆਂ। ਤੁਸੀਂ ਕਈ ਵਾਰ ਕੋਈ ਸਿਆਣੇ ਬੰਦੇ ਦੋ ਬੰਦਿਆਂ ਦਾ ਸਮਝੌਤਾ ਵੀ ਕਰਾ ਲੈਣ ਬਿਠਾ ਕੇ ਬਈ ਲੈ ਯਾਰ ਤੁਸੀਂ ਸਤਿਕਾਰ ਤੋਂ ਤੁਸੀਂ ਐ ਨਾ ਕਰਿਓ, ਤੇ ਤੁਸੀਂ ਮੰਨ ਵੀ ਜਾਓ ਨਹੀਂ ਮੈਂ ਨਹੀਂ ਕਰਦਾ, ਉਹਦੇ ਬਾਅਦ ਫਿਰ ਜਦ ਰੱਸਾ ਚੱਬਣ ਦੀ ਆਦਤ ਤਾਂ ਕਿਤੇ ਹਟਦੀ ਹੁੰਦੀ ਆ ਬੰਦੇ ਦੀ, ਕਦੇ ਨਹੀਂ ਹਟਦੀ। ਉਹ ਇਹ ਜ਼ਿੰਦਗੀ ਦੇ ਵਿੱਚ ਨਾਲ ਹੀ ਜਾਂਦੀਆਂ ਹੁੰਦੀਆਂ ਨੇ। ਇਹ ਜਿਹੜੀ ਉਸਨੇ ਹੁੱਡਾ ਨੇ ਇਹਦੇ ਤੇ ਅਟੈਕ ਕੀਤਾ ਤੇ ਉਹ ਬੜਾ ਇਹ ਸ਼ਬਦ ਬੜੇ ਮਾੜੇ, ਕੱਲ ਨੂੰ ਊਠਾਂ ਵਾਲੀ ਲੈਣ ਨਾ ਅਲੱਗ ਬਣਾ ਦਿਓ, ਬੱਕਰੀਆਂ ਵਾਲੀ ਲੈਣ ਅਲੱਗ ਬਣਾ ਦਿਓ, ਤੇ ਜਾਨਵਰ ਦਾ ਵਧਾਉਣ ਲੱਗ ਜਾਓ ਤੁਸੀਂ, ਤੇ ਉਹਦੇ ਬਾਅਦ ਕਹਿਣਾ ਵੀ ਮੈਂ ਕਿਸੇ ਨੂੰ ਹਰਟ ਕਰਨ ਲਈ ਕਿਹਾ, ਤੇ ਸੈਕਰੀਫਾਈਸ ਤੁਸੀਂ ਜਾਨਵਰਾਂ ਦਾ ਨੇਮ ਆਫ ਸੈਕਰੀਫਾਈਸ ਮਤਲਬ ਬਲੀ ਜਿਹੜੀ ਦਿੰਦੇ ਨੇ, ਬਕਰੀਦ ਦੀ ਗੱਲ ਉਹਨਾਂ ਨੇ ਕੀਤੀ ਸੀ। ਕਿੱਡਾ ਤੁਸੀਂ ਕੈਮਲ ਆ ਜਿਹੜਾ ਉਹ ਤੁਸੀਂ ਅਰਬ ਵਰਲਡ ਦੇ ਵਿੱਚ ਸਭ ਤੋਂ ਉੱਤਮ ਉਹਨੂੰ ਜਾਨਵਰ ਮੰਨਿਆ ਜਾਂਦਾ। What is next? Separate lanes for camel and goat riders, allowing the slaughter of animals at homes in name of sacrifice. While requiring all women to cover themselves from head to toe in tent to appease the peacefuls of votes. So ਉਹਦੇ ਬਾਅਦ ਫਿਰ ਤੁਸੀਂ ਕਹਿਣਾ ਵੀ ਮੈਂ ਇਹਦਾ ਮੇਰਾ ਮਤਲਬ ਨਹੀਂ, ਮਿਸਇੰਟਰਪ੍ਰੇਟ ਕੀਤਾ ਗਿਆ। ਮਿਸਇੰਟਰਪ੍ਰੇਟ ਨਹੀਂ ਹੈ। ਰਜਤਪਾਲ ਸਿੰਘ, ਲਾਈਨ ਨੰਬਰ 3। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਸਾਹਿਬ, ਪਹਿਲਾਂ ਤਾਂ ਮੈਂ ਗੱਲ ਜਿੱਦਾਂ ਬਾਵੇ ਹੁਣਾਂ ਵਾਲੇ ਗਾਣੇ ਤੋਂ ਹੀ ਸ਼ੁਰੂ ਕਰਨੀ ਚਾਹੁੰਦਾ ਆ। ਜਿੱਦਾਂ ਦੇਖੋ ਉਹਦੇ ਵਿੱਚ ਉਹ ਗਾਣੇ 'ਚ ਮੈਨੂੰ ਵੀ ਗੱਲ ਕਹੀ ਆ ਵੀ ਅੰਮ੍ਰਿਤ ਜਿਹੜਾ ਕਿਰਪਾਨ ਪਾ ਕੇ ਤੇ ਜਿਹੜਾ ਬਾਣਾ ਪਾ ਕੇ, ਉਹ 'ਚ ਕੋਈ ਮਾੜੀ ਗੱਲ ਨਹੀਂ ਕੀਤੀ। ਇੱਕ ਦੂਜਾ ਸਵਾਲ ਆ ਵਧੀਆ ਆ ਉਹ ਮੇਰੇ ਹਿਸਾਬ ਨਾਲ ਤਾਂ ਉਹ ਜਿੱਦਾਂ ਹੁਣ ਅਸੀਂ ਕਿਸੇ ਦੀ ਗੱਲ ਕਹੀ ਜਰਦੇ ਹੀ ਨਹੀਂ, ਆਪਣਾ ਦੋਸ਼ ਮੰਨਦੇ ਹੀ ਨਹੀਂ। ਹਾਲਾਂਕਿ ਜਦੋਂ ਉਹ ਜਿਹੜਾ ਹਿੰਦੂ ਧਰਮ ਬਾਰੇ ਕਿਹਾ ਉਹਦੇ ਵਿੱਚ ਉਹ ਜਦੋਂ ਇਸ ਤਰ੍ਹਾਂ ਦਾ ਉੱਥੇ ਕਰੋਨਾ ਦਾ ਵਰਤਾਰਾ ਵਾਪਰਿਆ ਹੈਗਾ ਤਾਂ ਉੱਥੇ ਬਹੁਤ ਸਾਰੇ ਦੁਨੀਆ ਜਿਹੜੀ ਆ ਬਿਮਾਰ ਵੀ ਹੋਈ ਹੈ ਇਸ ਵਰਤਾਰੇ 'ਚ। ਪਰ ਸਾਨੂੰ ਆਦਤ ਪੈ ਗਈ ਆ ਵੀ ਬਸ ਅਸੀਂ ਦੂਜਾ ਕਿੰਨਾ ਜਰਦੇ ਨਹੀਂ, ਕਿਸੇ ਦੀ ਗੱਲ ਕਹਿਣ ਨੂੰ ਸੋਚਦੇ ਨਹੀਂ ਹੈਗੇ। ਤੇ ਇਸੇ ਗੱਲ 'ਚੋਂ ਆ ਜਿਹੜਾ ਦੂਜਾ ਜਿਹੜਾ ਹੈਗਾ ਆ ਇਸਲਾਮੋਫੋਬੀਆ ਵੀ ਨਿਕਲਦਾ ਹੈਗਾ ਆ। ਜਿਹੜੇ ਅੱਜ ਦੇ ਪੋਲੀਟੀਸ਼ੀਅਨ ਹੈਗੇ ਆ ਉਹ ਆਪਣੇ ਆਪ ਵਧੀਆ ਕੰਮ ਕਰਨ ਦੀ ਬਜਾਏ, ਜੇ ਕਿਸੇ ਦਾ ਕੋਈ ਕੰਮ ਕੀਤਾ ਆ ਉਹਨੂੰ ਉਹਦੇ ਬਰਾਬਰ ਜਾਂ ਉਹ ਤੋਂ ਵਧੀਆ ਕੰਮ ਕਰਨ ਦੀ ਬਜਾਏ ਸਿਰਫ ਦੂਜਿਆਂ 'ਚ ਨੁਕਸ ਕੱਢ ਕੇ ਤਾਂ ਆਪਣੇ ਆਪ ਨੂੰ ਅੱਗੇ ਵਧਾਉਣ ਵਾਲੀ ਗੱਲ ਇਹ ਪਿਰਤ ਤੁਰ ਪਈ ਹੈਗੀ। ਉਸੇ 'ਚੋਂ ਇਸਲਾਮੋਫੋਬੀਆ ਨਿਕਲਦਾ ਆ। ਜੇ ਕਿਤੇ ਸਾਡੇ ਰਾਜਨੀਤਿਕ ਇਸ ਤਰ੍ਹਾਂ ਹੋ ਜਾਣ ਵੀ ਉਹ ਜੇ ਕੋਈ ਉਦਮ ਕਰ ਰਿਹਾ ਉਹ ਨਾਲੋਂ ਅੱਗੇ ਜਾ ਕੇ ਕੋਈ ਕੰਮ ਕਰੀਏ, ਜੇ ਕਿਤੇ ਕਿਸੇ ਧਰਮ 'ਚ ਕੋਈ ਮਾੜਾ ਕੰਮ ਕਰ ਰਿਹਾ ਆ ਉਹਨਾਂ ਨੂੰ ਸਾਰੇ ਭਾਈਚਾਰੇ ਨੂੰ ਨਿੰਦਣ, ਉਹ ਜਿਹੜੇ 2-4 ਹੈਗੇ ਆ ਉਹਨਾਂ ਨੂੰ ਸਿੱਧੇ ਕਰ ਲਈਏ। ਇਸ ਤਰ੍ਹਾਂ ਦੀ ਗੱਲ ਕਰਨ ਨਾਲੋਂ ਹੁਣ ਜਿੱਦਾਂ ਸਪੈਸ਼ਲੀ ਸਾਡੇ ਮੋਦੀ ਸਾਹਿਬ ਤੇ ਟਰੰਪ ਸਾਹਿਬ ਜਿਹੜੇ ਆ ਉਹਨੀ ਤਾਂ ਇਹੋ ਗੱਲ ਹੀ ਫੜ ਲਈ ਹੈਗੀ ਆ ਨਾ। ਹੁਣ ਚਾਈਨਾ ਵਾਲਾ ਵੀ ਜਿਹੜਾ ਹੈਗਾ ਜਿੱਦਾਂ ਕਰੋਨਾ ਵਾਇਰਸ ਦੀ ਉਹ ਵੀ ਇਹਦੇ ਨਾਲ ਹੀ ਮਿਲਦੀ ਹੈਗੀ ਆ। ਜਦੋਂ ਕਰੋਨਾ ਵਾਇਰਸ ਚਾਈਨਾ 'ਚ ਹਾਲੇ ਸੀਗਾ ਟਰੰਪ ਸਾਹਿਬ ਨੂੰ ਪਤਾ ਸੀ ਉਸ ਵੇਲੇ ਇੱਥੇ ਪ੍ਰਬੰਧ ਕਰ ਲੈਣੇ ਚਾਹੀਦੇ ਸੀ, ਠੀਕ। ਉਹ ਹੁਣ ਉਹ ਬਲੇਮ ਜਿੱਦਾਂ ਦੂਸਰੇ ਨੂੰ ਦੇ ਕੇ ਆਪਣੀ ਜ਼ਿੰਦਗੀ ਸੌਖੀ ਹੁੰਦੀ ਆ। ਤੇ ਏਦਾਂ ਹੀ ਇਸਲਾਮੋਫੋਬੀਆ ਵੀ ਜੇ ਦੂਜਾ ਕਿ ਨਾ ਹੁਣ ਮੁਸਲਮਾਨਾਂ ਨੂੰ ਮਾੜੇ ਕਹਿ ਕੇ ਬਾਕੀ ਦੁਨੀਆ ਨੂੰ ਜਿਹੜੀ ਗੱਲ ਭੁਲਾਉਣ ਵਾਲੀ ਗੱਲ ਹੀ ਹੋਈ ਉਹ ਆ, ਹੋਰ ਤਾਂ ਕੋਈ ਗੱਲ ਨਹੀਂ ਹੈਗੀ ਜੀ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ ਜੀ।
ਵਾਹਿਗੁਰੂ ਜੀ ਫਤਿਹ। ਸੈਮ ਜੀ ਲਾਈਨ ਨੰਬਰ 4। ਸਾਹਿਬ ਮੈਨੂੰ ਤਾਂ ਏਦਾਂ ਲੱਗਦਾ ਵੀ ਇੱਕ ਲੀਨੀਅਰ ਵਿਚਾਰ ਜਿਹੜੇ ਹੁੰਦੇ ਆ, ਚੱਲ ਯਾਰ ਕੋਈ ਨਹੀਂ ਫਿਰ ਕੀ ਹੋਇਆ, ਇੱਕ ਕੱਟੜ ਵਿਚਾਰ ਆ। ਕੱਟੜ ਵਿਚਾਰਾਂ ਦੀ ਲੜਾਈ ਪੈਂਦੀ ਆ। ਹੁਣ ਹਿੰਦੂ ਮੁਸਲਮਾਨ ਨੂੰ ਨਹੀਂ ਪਸੰਦ ਕਰਦਾ, ਮੁਸਲਮਾਨ ਸਿੱਖ ਨੂੰ ਕਰਦਾ, ਸਿੱਖ ਹਿੰਦੂ ਨੂੰ ਨਹੀਂ ਕਰਦਾ। ਇਹ ਕੱਟੜ ਨਾਲ ਹੀ ਫਸਦੇ ਆ। ਹੁਣ ਤੁਸੀਂ ਦੇਖੋ, ਇੱਕ ਬੰਦਾ ਕਹਿ ਗਿਆ ਬੜਾ ਵਧੀਆ ਵੀ ਤੁਸੀਂ ਯਾਰ ਕਰ ਲਓ, ਫੇਰ ਕੀ ਹੋਇਆ। ਕੱਟੜ ਵਿਚਾਰ ਖੜ ਕੇ ਆਣ ਕੇ, ਚਾਹੇ ਉਹ ਹਿੰਦੂ ਸੀ ਉਸ ਤਰ੍ਹਾਂ, ਉਹ ਨਹੀਂ ਆ ਤਾਂ ਬਈ ਬੱਕਰੀਆਂ ਵਾਲੀ ਗੱਲ ਕਹਿ ਗਿਆ, ਉਹਦੀ ਜਗ੍ਹਾ ਹੋਰ ਕੋਈ ਕੱਟੜ ਆ ਜਾਣਾ ਸੀ। ਜੇ ਉਹ ਲੀਨੀਅਰ ਗੱਲ ਕਰ ਦਿੰਦਾ, ਇੱਕ ਹੋਰ ਕੱਟੜ ਆ। ਕੱਟੜਾਂ ਦੀ ਲੜਾਈ ਕੱਟੜਾਂ ਨਾਲ ਹੀ ਆ, ਹੋਰ ਕਿਸੇ ਦਾ ਕੋਈ ਇਸ਼ੂ ਨਹੀਂ ਹੈਗਾ। ਤੁਸੀਂ ਦੇਖਿਓ YouTube ਤੇ ਵੀ ਵਿੱਚ ਕੌਣ ਇੱਕ ਦੋ ਨਾਲ ਫਸੇ ਆ, ਕੱਟੜ ਨਾਲ ਫਸਿਆ। ਅਨਲੈਸ ਜਿੰਨਾ ਚਿਰ ਉਹ ਸਹੀ ਨਹੀਂ ਹੁੰਦੇ ਉਹਨਾਂ ਚਿਰ ਜ਼ਿੰਦਗੀ ਜਿਹੀ ਚੱਲ ਜਾਂਦੀ। ਧੰਨਵਾਦ ਜੀ। ਪਰ ਜੇ ਤੁਸੀਂ ਇਸ ਨੂੰ ਇਹ ਕਹਿੰਦੇ ਆ ਕਿ ਲੇਨਜ਼ ਕੈਮਲ ਤੇ ਗੋਟ ਜਿਹੜੀ ਅਲੱਗ ਹੋਣੂ, ਤੇ ਤੁਸੀਂ ਮੇਅਰ ਦੇ ਅਖੀਰ 'ਚ ਕਹਿੰਦੇ ਹੋ ਤੇ ਤੁਸੀਂ ਜਾਨਵਰ ਘਰੇ ਵੱਢ ਦਿਓ ਸੈਕਰੀਫਾਈਸ ਦੇ ਨਾਂ ਤੇ 22 ਲੱਖ ਕਰ ਦਿਓ, ਸਿਰ ਤੋਂ ਪੈਰ ਨੂੰ ਢੱਕ ਦਿਓ। ਇਹ ਵਿਚਾਰ ਕਿਹੜੇ ਨੇ? ਇਹ ਲੀਨੀਅਰ ਵਿਚਾਰ ਤਾਂ ਹੈ ਨਹੀਂ। ਸੈਮ ਜੀ। ਬਲਦੇਵ ਸਿੰਘ ਜੀ ਲਾਈਨ ਨੰਬਰ 2। ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰ ਜੀ। ਬਹੁਤ ਸੋਹਣਾ ਪ੍ਰੋਗਰਾਮ ਹੁੰਦਾ ਵੀਰ ਜੀ ਤੁਹਾਡਾ। ਫੇਸਬੁੱਕ 'ਚ ਵੀ ਤੁਹਾਡੇ ਦਰਸ਼ਨ ਹੋ ਜਾਂਦੇ ਅੱਜ ਕੱਲ੍ਹ, ਬਹੁਤ ਵਧੀਆ ਵੀਰ ਜੀ। ਗੱਲ ਏਦਾਂ ਹੈਗੀ ਆ, ਜਿਹੜੇ ਆ ਨਾ ਏਦਾਂ ਦੇ ਜਿਹੜੇ ਬੰਦੇ ਹੈਗੇ ਇਹਨਾਂ ਨੂੰ ਨਾ ਰਿਪੋਰਟ ਕਰ ਦੇਣਾ ਚਾਹੀਦਾ। ਭਾਵੇਂ ਏਦਾਂ ਦੇ ਬੰਦੇ ਮੈਂ ਦੇਖਿਆ ਰੇਡੀਓ 'ਚ ਵੀ ਅੱਜ ਕੱਲ੍ਹ ਹੋਸਟ ਵੀ ਹੈਗੇ ਕਈ ਵਿੱਚ, ਬਹੁਤ ਐਵੇਂ ਗੁਣ ਗਾਈ ਜਾਂਦੇ ਬਹਿ ਕੇ ਸਿਸਟਮ, ਗੰਦੇ ਸਿਸਟਮ ਦਾ ਇੰਨਾ ਗੁਣ ਗਾਉਂਦੇ ਆ, ਝੂਠ ਬੋਲੀ ਜਾਂਦੇ ਇੱਥੇ ਬੈਠੇ। ਠੀਕ ਹੈ ਨਾ, ਇੰਨੇ ਚੰਗੇ ਮੁਲਕ 'ਚ ਆ ਕੇ ਵੀ ਝੂਠ ਬੋਲਦੇ ਲੋਕ। ਮੈਨੂੰ ਕੋਈ ਸਮਝ ਨਹੀਂ ਆ ਰਹੀ ਚੱਕਰ ਕੀ ਹੈਗਾ ਹੈ। ਰੇਡੀਓ ਸਟੇਸ਼ਨ ਮਤ ਤੁਸੀਂ ਸੱਚ ਬੋਲਦੇ ਹੋ, ਬਹੁਤ ਜ਼ਿਆਦਾ ਲੋਕ ਜਿਹੜੇ ਆ ਇਹਨਾਂ ਦੀ ਝੋਲੀ ਚੱਕ ਨੇ, ਇਹਨਾਂ ਦੀ ਗੱਲਾਂ ਕਰੀ ਜਾਂਦੇ, ਇਹਨਾਂ ਦੇ ਸਿਸਟਮ ਨੂੰ ਵਧੀਆ ਬੋਲਦੇ ਆ, ਰਹਿੰਦੇ ਇੱਥੇ ਆ, ਖਾਂਦੇ ਇੱਥੇ ਆ, ਸਾਰਾ ਕੁਝ ਇੱਥੇ ਕਰਦੇ ਆ। ਉਹ ਮੁਲਕ ਛੱਡ ਕੇ ਆਏ ਆ, ਇੱਥੇ ਆ ਕੇ ਜਰਨਲਿਸਟ ਬਣੇ ਫਿਰਦੇ ਨੇ। ਇੰਨਾ ਚੰਗਾ ਹੈ ਸਾਰੇ ਉੱਥੇ ਚੱਲ ਜਾਣ, ਉੱਥੇ ਜਾ ਕੇ ਰੇਡੀਓ ਸ਼ੋਅ ਕਰਨ, ਸਾਰਾ ਕੁਝ ਉੱਥੋਂ ਕਰਨ। ਇੱਥੇ ਕਾਹਤੋਂ ਆਏ ਨੇ? ਇਹਨਾਂ ਨੂੰ ਸਾਰਿਆਂ ਨੂੰ ਪੈਕ ਕਰਕੇ ਨਾ ਮੁੜ ਕੇ ਭੇਜਣਾ ਚਾਹੀਦਾ, ਮੁਲਕ ਵਧੀਆ ਰਹੂਗਾ ਥੋੜਾ ਜਿਹਾ। ਥੈਂਕ ਯੂ। ਗੁਰਦੀਪ ਸਿੰਘ ਨੰਬਰ 3। ਹੈਲੋ ਭਾਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਵੀਰ ਜੀ। ਭਾਜੀ ਦੇਖੋ, ਜਿਹੜੀ ਕੋਈ ਗਲਤ ਪਰੰਪਰਾ ਆ ਨਾ, ਉਹ ਭਾਵੇਂ ਸਿੱਖਾਂ 'ਚ ਆ, ਚਾਹੇ ਹਿੰਦੂਆਂ 'ਚ ਆ, ਚਾਹੇ ਮੁਸਲਮਾਨਾਂ 'ਚ ਆ, ਜੇ ਉਹਦੇ ਤੇ ਕੋਈ ਟਿੱਪਣੀ ਕਰਦਾ ਉਹ ਠੀਕ ਹੀ ਆ। ਗਲਤ ਨੂੰ ਤਾਂ ਗਲਤ ਹੀ ਕਹਿਣਾ ਪੈਣਾ, ਜਿਹੜੀ ਕਾਮਨ ਸੈਂਸ ਦੇ ਆਧਾਰ ਤੇ ਨਹੀਂ ਉਤਰਦੀ। ਹੁਣ ਦੇਖੋ, ਬਾਬੇ ਨਾਨਕ ਨੇ ਵੀ ਜਨੇਊ ਤੋਂ ਨਾ ਕੀਤੀ ਸੀ ਕਿ ਮੈਂ ਨਹੀਂ ਪਾਉਂਦਾ। ਉਹ ਵੀ ਤਾਂ ਲੱਖਾਂ ਲੋਕਾਂ ਦੀਆਂ ਆਸਥਾ ਜੁੜੀ ਹੋਈ ਸੀ ਉਹਦੇ ਨਾਲ, ਭਾਵਨਾਵਾਂ। ਫਿਰ ਕਬੀਰ ਮਹਾਰਾਜ ਨੇ ਸਿੱਧਾ ਕਿਹਾ, ਕਹਿੰਦਾ ਅੱਲਾ ਇੱਕ ਮਸੀਤ ਵਸਤ ਹੈ ਅਬਰ ਮੁਲਕ ਕਿਸ ਕੇਰਾ। ਉੱਥੇ ਉਹਨਾਂ ਨੇ ਮਸੀਤ ਨੂੰ ਰਿਜੈਕਟ ਕਰਤਾ। ਹੁਣ ਉੱਥੇ ਵੀ ਤਾਂ ਲੱਖਾਂ ਲੋਕ ਜਾਂਦੇ ਸੀਗੇ ਮਸੀਤ ਤੇ। ਜਿਹੜੀ ਗੱਲ ਗਲਤ ਆ ਨਾ, ਅਗਰ ਉਹਨੂੰ ਗਲਤ ਨੂੰ ਗਲਤ ਕੋਈ ਕਹਿੰਦਾ ਤਾਂ ਮੇਰੇ ਹਿਸਾਬ ਨਾਲ ਉਹ ਤਾਂ ਹੁਣ ਉਹਨੇ ਡਰਦਾ ਮਾਰਾ, ਹੋ ਸਕਦਾ ਪੋਲੀਟੀਸ਼ੀਅਨ ਹੋਵੇ ਜਾਂ ਕਿੱਦਾਂ ਵੀ, ਡਰਦੇ ਮਾਰੇ ਜ਼ਰਾ ਮਾਫੀ ਮੰਗ ਲਈ। ਪਰ ਮੇਰੇ ਹਿਸਾਬ ਨਾਲ ਗਲਤ ਗੁਲਤ ਤਾਂ ਕੁਛ ਨਹੀਂ ਹੈ ਜੀ। ਧੰਨਵਾਦ ਭਾਜੀ। ਧੰਨਵਾਦ ਜੀ। ਗੁਰੂ ਨਾਨਕ ਪਾਤਸ਼ਾਹ ਨੇ ਕਿਸੇ ਨੂੰ ਜਨੇਊ ਪਹਿਨਣ ਤੋਂ ਮਨਾ ਨਹੀਂ ਸੀ ਕੀਤਾ, ਉਹਨਾਂ ਨੇ ਆਪ ਮਨਾ ਕੀਤਾ ਸੀ। ਹੁੱਡਾ ਕਹਿ ਦੇਵੇ ਵੀ ਮੈਂ ਨਹੀਂ ਮੀਟ ਖਾਣਾ, ਨਾ ਖਾਵੇ, ਉਹ ਕਿਸੇ ਦੇ ਸਿਸਟਮ ਤੇ ਟਾਂਚ ਨਹੀਂ ਕਰ ਸਕਦਾ। ਉਹ ਗੁਰੂ ਸਾਹਿਬ ਨੇ ਆਪ ਕਿਹਾ ਸੀ ਵੀ ਮੈਂ ਨਹੀਂ ਪਾਉਣਾ ਕੱਲਾ। ਉਹਨੇ ਇਹ ਨਹੀਂ ਕਿਹਾ ਜਿਹਦੇ ਪਾਏ ਹੋਏ ਨੇ ਉਹ ਨਾ ਪਾਓ। ਇਹ ਟਾਂਚ ਕਰ ਰਿਹਾ ਕਿਸੇ ਦੀ ਬਕਰੀਦ ਤੇ, ਇਹ ਟਾਂਚ ਕਰ ਰਿਹਾ ਕਿਸੇ ਦੇ ਸਿਰ ਤੋਂ ਪੈਰਾਂ ਤੱਕ ਸਿਰ ਢੱਕਣ ਦੇ। ਸਾਡੀਆਂ ਇਸਤਰੀਆਂ ਸਿਰ ਢੱਕ ਕੇ ਬਾਹਰ ਜਾਂਦੀਆਂ ਨੇ, ਕੋਈ ਕਹੇ ਤੁਸੀਂ ਸਿਰ ਢੱਕ ਕੇ ਤੁਰੇ ਫਿਰਦੇ ਹੋ, ਅਸੀਂ ਡਾਂਗਾਂ ਕੱਢ ਲੈਣੀਆਂ ਵੀ ਤੂੰ ਸਾਡੀਆਂ ਜਨਾਨੀਆਂ ਦੇ ਸਿਰ ਢਕਾਉਣੋਂ ਹਟਾਉਣ ਵਾਲਾ ਕੌਣ ਆ ਓਏ? ਇਹ ਨਹੀਂ ਗੱਲ ਹੈ। ਗੱਲ ਸਹੀ ਜਿਹੜੀ ਆ ਸਹੀ ਕਰੋ। ਉਦੋਂ ਕੀ ਮਤਲਬ ਕਿਸੇ ਦੇ ਧਰਮ ਦੇ ਵਿੱਚ ਇੰਟਰਫੇਅਰ ਕਰਨ ਦਾ? ਮੈਂ ਪਹਿਲਾਂ ਕਹਿ ਕੇ ਹਟਿਆ, ਬਾਵੇ ਨੇ ਗੱਲ ਕੀਤੀ ਗੋ ਮੂਤਰ ਦੀ। ਕੋਈ ਗੋ ਮੂਤਰ ਪੀਵੇ, ਕੋਈ ਗੋ ਮੂਤਰ ਨਾਲ ਨਹਾਵੇ, ਜਿਹਦੀ ਜਿਹੜੀ ਆਸਥਾ ਉਹ ਪੂਰੀ ਕਰੇ। ਜੇ ਮੈਂ ਆਪਣੇ ਧਰਮ ਦੀ ਲਿਬਰਟੀ ਮੰਗਦਾ ਤਾਂ ਮੈਂ ਕਿਸੇ ਨੂੰ ਵੀ ਦਵਾਂ ਨਾ। ਜੇ ਮੈਂ ਕਹਾਂ ਵੀ ਮੈਂ ਤਾਂ ਮਰਜ਼ੀ ਕਰਨੀ ਹੈ ਤੇ ਦੂਜਾ ਗੋ ਮੂਤਰ ਪੀਵੇ ਨਾ, ਮੈਂ ਗੱਲ ਉਹ ਵੀ ਨਾਲ। ਅਸਲ ਕਹਾਣੀ ਇਹ। ਸੁਖ ਜੀ ਲਾਈਨ ਨੰਬਰ 5। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਉਹ ਭਾਵੇਂ ਤਾਂ ਹੁਣ ਇਹੀ ਕਿਹਾ ਵੀ ਗਊ ਪੁੱਤਰ ਸ਼ੁੱਧ ਹੈ, ਉਹ ਤਾਂ ਉਹਨੂੰ ਕਿਹਾ ਹੀ ਨਹੀਂ। ਤੇ ਬਾਕੀ ਜਿਹੜਾ ਬਾਵੇ ਦਾ ਗੀਤ ਹੈ, ਤੇ ਇੱਕ ਗੀਤ ਨਾ ਹੋਰ ਵੀਡੀਓ ਦੇਖੋ ਤੁਸੀਂ, ਛੋਟੇ ਬਾਬਾ ਰੇ। ਇਹਨਾਂ ਦੋਨਾਂ ਦਾ ਕਿੰਨਾ ਕੁ ਫਰਕ ਹੈ ਗੀਤਾਂ ਦਾ? ਥੈਂਕ ਯੂ ਜੀ। ਮਨਪ੍ਰੀਤ ਸਿੰਘ ਜੀ ਲਾਈਨ ਨੰਬਰ 2। ਹਾਂਜੀ ਗਿੱਲ ਸਾਹਿਬ, ਸਤਿ ਸ਼੍ਰੀ ਅਕਾਲ ਜੀ।
ਹੁਣ ਨਾ ਅੱਗੇ ਤਾਂ ਗੱਲਾਂ ਹੁੰਦੀਆਂ ਸੀ ਰੇਡੀਓ ਜਾਂ ਟੀਵੀ ਤੇ, ਹੁਣ ਗਿਲ ਸਾਹਿਬ ਬਹੁਤ ਕੁਝ ਚੱਲ ਰਿਹਾ ਹੈ ਅੰਡਰ ਦਾ ਟੇਬਲ। ਇਹ ਜਿਵੇਂ ਬੁੱਢਾ ਸਾਹਿਬ ਨੇ ਇੱਕ ਫਰੇਮ ਲੈਣ ਲਈ ਉਹ ਗੱਲ ਕੀਤੀ ਹੈ, ਉਹ ਕਿਹੜੀ ਗੱਲ ਹੈ ਗਿਲ ਸਾਹਿਬ? 1 ਮਿੰਟ 'ਚ ਤੁਸੀਂ ਸਟੈਂਡ ਲੈ ਲਿਆ, 1 ਮਿੰਟ 'ਚ ਤੁਸੀਂ ਪੈਰਾਂ ਥੱਲੇ ਬਹਿ ਗਏ, ਉਹ ਕਿਹੜੀ ਇਨਸਾਨੀਅਤ ਆ? ਜੇ ਤੂੰ ਕੋਈ ਗੱਲ ਕਹੀ ਸੀ ਉਹਦੇ ਤੇ ਸਟੈਂਡ ਤਾਂ ਲੈ, ਗੱਲ ਤਾਂ ਕਰੇ, ਪਰ ਨਹੀਂ, ਜਦੇ ਪੈਰਾਂ 'ਚ ਬਹਿ ਗਿਆ। ਇਹ ਸਿਰਫ ਉਹਨੇ ਮਸ਼ਹੂਰੀ ਲੈਣ ਲਈ ਗਿਲ ਸਾਹਿਬ ਕੀਤਾ ਇਹ, ਹੋਰ ਇਹਦੇ ਉੱਤੇ ਉਹਨੂੰ ਹੋਰ ਕੁਛ ਨਹੀਂ ਹੈ, ਕਿਉਂ ਘੱਟ ਗਿਣਤੀਆਂ ਨਾਲ ਅਕਸਰ ਕੀਤਾ ਜਾਂਦਾ। ਮਾੜਾ ਜਿਹਾ ਕਹਿ ਦੋ, ਮੀਡੀਆ ਵਾਲਿਆਂ ਨੇ ਕਵਰ ਕਰ ਲੈਣਾ, ਜਦੇ ਝੋਲੀ ਛਾਪ ਪਹੁੰਚ ਜਾਂਦੇ ਨੇ ਹੋਸਟ। ਤੁਸੀਂ ਦੇਖੋ ਕੋਈ ਵੀ ਟਿਕਟੌਕ ਤੇ ਅੱਜ ਕੱਲ੍ਹ ਤੁਸੀਂ ਫਨੀ ਮੂਵੀ ਪਾ ਦਿਓ, ਜਿੰਨੇ ਆਨਲਾਈਨ ਰੇਡੀਓ ਚੱਲਦੇ ਨੇ ਜਾਂ ਛੋਟੇ ਪੱਤਰਕਾਰ ਨੇ ਬਣੇ ਹੋਏ ਨੇ ਆਪਣੇ ਆਪ ਨੂੰ ਹੋਸਟ, ਉਹ ਜਦੇ ਗਿਲ ਸਾਹਿਬ ਝੋਲਾ ਲੈ ਕੇ ਉੱਥੇ ਪਹੁੰਚ ਜਾਂਦੇ ਨੇ। ਤੁਸੀਂ ਹੈਰਾਨ ਹੋ ਜਾਏਗੇ ਕਿ ਯਾਰ ਇਹ ਆਨਲਾਈਨ ਜਿਹੜਾ ਰੇਡੀਓ ਚੱਲਦਾ ਇਹਨੂੰ ਇਹ ਗੱਲ ਕਹਿਣੀ ਚਾਹੀਦੀ ਸੀ ਕਿ ਨਹੀਂ? ਬੰਦਾ ਘਰ 'ਚ ਵੀ ਉਹ ਦੇਖ ਨਹੀਂ ਸਕਦਾ ਜਿਹੜਾ ਚੱਕ ਕੇ ਉਹ ਕਵਰੇਜ ਦੇ ਦਿੰਦੇ ਨੇ। ਬਹੁਤ ਸਾਰਾ ਏਦਾਂ ਹੀ ਗਿਲ ਸਾਹਿਬ ਫੇਸਬੁੱਕ ਤੇ ਟਿਕਟੌਕ ਤੇ ਰੇਡੀਓ ਪ੍ਰੋਗਰਾਮਾਂ 'ਚ ਵੀ ਬੰਦੇ ਹੈਗੇ ਨੇ, ਪਹਿਲਾਂ ਉਹਨਾਂ ਨੇ ਚੈੱਕ ਕਰਨਾ ਤੁਹਾਨੂੰ, ਸਲੋਕ ਸੁਣਾ ਕੇ, ਗੁਰਬਾਣੀ ਦੀਆਂ ਗੱਲਾਂ ਕਰਕੇ, ਪੋਸਟ ਨੂੰ ਸਾਹਿਬ ਕਹਿ ਕੇ, ਡਾਕਟਰ ਸਾਹਿਬ ਕਹਿ ਕੇ, ਕੁਛ ਕਹਿ ਕੇ, ਅੱਛਾ ਜੀ ਆਪ ਤੁਸੀਂ ਕਿ ਤੁਹਾਡੇ ਕੋਲ ਕਿਹੜੀ ਡਿਗਰੀ ਆ, ਮੈਂ ਲਾ ਦਾਂ ਮਗਰ ਫਿਰ ਤੁਸੀਂ ਮੈਨੂੰ ਟਾਈਮ ਦੇ ਦਿਓ, ਪਰ ਉਹਦੇ ਕੋਲ ਹੁੰਦਾ ਕੁਝ ਨਹੀਂ ਗਿਲ ਸਾਹਿਬ। ਏਦਾਂ ਹੀ ਟਿਕਟੌਕ ਤੇ ਫੇਸਬੁੱਕ ਤੇ ਜਿੱਦਾਂ ਹੁਣ ਬੁੱਢਾ ਸਾਹਿਬ ਨੇ ਕੀਤਾ ਨਾ ਗਿਲ ਸਾਹਿਬ, ਇਹ ਥਾਪੜਾ ਦਿੱਤਾ ਜਾਂਦਾ ਹੈ, ਕੁਛ ਸਪੈਸ਼ਲ ਕ੍ਰੈਡਿਟ ਦਿੱਤੇ ਜਾਂਦੇ ਨੇ ਇਹਨਾਂ ਬੰਦਿਆਂ ਨੂੰ ਕਿ ਤੂੰ ਇੰਨੀ ਕੁ ਗੱਲ ਕਰਦੇ, ਇੰਨਾ ਕੁ ਸ਼ੋਅ ਨੂੰ ਬਦਲਦੇ, ਤੇਰੇ ਲਈ ਅਸੀਂ ਆਹ ਕਰਦੇ ਹਾਂ। ਇਹ ਸਭ ਥੋੜੀਆਂ ਚੀਜ਼ਾਂ ਲਈ ਵਿਕ ਜਾਂਦੇ ਨੇ। ਬੁੱਢੇ ਵਰਗੇ ਬਹੁਤ ਤੁਰੇ ਫਿਰਦੇ ਨੇ ਬਾਈ ਜੀ, ਬਹੁਤ ਤੁਰੇ ਫਿਰਦੇ ਨੇ। ਸਤਿ ਸ਼੍ਰੀ ਅਕਾਲ ਜੀ। ਥੈਂਕ ਯੂ ਜੀ। ਸੈਮੀ ਜੀ ਲਾਈਨ ਨੰਬਰ 3 ਤੁਸੀਂ ਏਅਰ ਤੇ ਹੋ। ਸਤਿ ਸ਼੍ਰੀ ਅਕਾਲ ਸਰ ਜੀ। ਸਤਿ ਸ਼੍ਰੀ ਅਕਾਲ ਜੀ। ਸਰ ਜੀ ਮੈਂ 2 ਵਿਸ਼ਿਆਂ ਤੇ ਗੱਲ ਕਰਨੀ ਹੈ, ਥੋੜੀ ਆ ਤੇ ਕਰੋ ਜੀ। ਜਿੱਦਾਂ ਆਪਾਂ ਲੋਕ ਬਹੁਤ ਘੱਟ ਜਾਣਦੇ ਹਨਾ ਵੀ ਜਿੱਦਾਂ ਸਾਡੇ ਗੁਰੂ ਆਏ ਪਹਿਲੇ, ਦੂਜੇ, ਤੀਜੇ ਹਨਾ, ਬਈ ਜਿਹੜੇ ਈਸਾ ਜੀ ਆਏ ਸੀ ਉਹ ਵੀ ਮੁਸਲਮਾਨ ਮੰਨਦੇ ਆ ਬਈ ਉਹਨਾਂ ਦੇ ਨਬੀ ਆ ਹਨਾ, ਬਈ ਲੋਕ ਬਈ ਉਹਨਾਂ ਨੂੰ ਵੱਖਰਾ ਸਮਝਦੇ, ਬਈ ਲੋਕਾਂ ਨੂੰ ਪਤਾ ਨਹੀਂ ਬਈ ਮੁਸਲਮਾਨ ਵੀ ਉਹਨਾਂ ਨੂੰ ਮੰਨਦੇ ਆ ਹਨਾ, ਤੇ ਉਹਨਾਂ ਚ ਹੀ ਸੀ ਹਨਾ। ਤੇ ਪਹਿਲਾ ਜਿਹੜਾ ਕਲਮਾ ਹਨਾ, ਅਸ਼ਹਦੁ ਅੱਲਾ ਇਲਾਹਾ ਇল্লাল্লাহ ਮੁਹੰਮਦ ਰਸੂਲ ਅੱਲਾ ਹਨਾ, ਇਹ ਸਾਡੇ ਜਪ। 1 ਮਿੰਟ ਹੋਲਡ ਕਰਿਓ ਸੈਮੀ ਜੀ, ਹੋਲਡ ਕਰਿਓ। ਹਾਂਜੀ ਸੈਮੀ ਜੀ। ਹਾਂਜੀ ਸਰ ਜੀ, ਬਈ ਮੈਂ ਜਿਹੜਾ ਕਹਿੰਦਾ ਸੀ ਨਾ ਬਈ ਜਿਹੜਾ ਪਹਿਲਾ ਕਲਮਾ ਹਨਾ, ਅਸ਼ਹਦੁ ਅੱਲਾ ਇਲਾਹਾ ਇল্লাল্লাহ ਮੁਹੰਮਦ ਰਸੂਲ ਅੱਲਾ ਹਨਾ, ਜੇ ਆਪਣੀ ਪਹਿਲੀ ਪੌੜੀ ਪੜੀਏ ਨਾ ਜਪਜੀ ਸਾਹਿਬ ਦੀ, ਇਹ ਮਾਰਦੇ ਆ ਹਨਾ ਬਈ ਕੋਈ ਫਰਕ ਨਹੀਂ, ਇੱਕ ਵੀ ਅੱਖਰ ਦਾ ਇਹਨਾਂ ਚ ਫਰਕ ਨਹੀਂ ਹੈ ਨਾ। ਵੀ ਲੋਕ ਨਹੀਂ ਸਮਝਦੇ, ਧਰਮਾਂ ਨੂੰ ਵੱਖਰੇ ਕਰਦੇ, ਉਹ ਗੱਲ ਵੱਖਰੀ ਹੈ ਨਾ। ਤੇ ਜਿਹੜੇ ਈਸਾ ਸੀ ਉਹ ਵੀ ਮੁਸਲਮਾਨ ਵੀ ਉਹਨਾਂ ਨੂੰ ਮੰਨਦੇ ਆ, ਕੋਈ ਇਹਨਾਂ ਚ ਫਰਕ ਨਹੀਂ, ਤੇ ਲੋਕ ਹੀ ਫਰਕ ਕਰਦੇ ਆ। ਦੂਜੀ ਗੱਲ ਇਹ ਜੀ, ਮੈਂ ਸ਼ਿਵ ਕੁਮਾਰ ਬਟਾਲਵੀ ਜੀ ਬਾਰੇ ਕੁਛ ਲਿਖਿਆ ਸੀ ਤੇ ਮੈਂ ਉਦੋਂ ਨਵਾਂ ਕੈਨੇਡਾ ਚ ਆਇਆ ਸੀ, ਮੈਨੂੰ ਅੱਜ ਵੀ ਯਾਦ ਹੈ 29 ਸਤੰਬਰ ਨੂੰ ਮੈਂ ਤੁਹਾਨੂੰ ਸਿਰਫ ਤੁਹਾਨੂੰ ਹੀ ਲਿਖ ਕੇ ਭੇਜਿਆ ਸੀ, ਮੇਲ ਕੀਤੀ, ਉਹ ਤੁਸੀਂ ਉਹ ਪੜ੍ਹਿਆ ਨਹੀਂ, ਤੇ ਮੈਂ ਤੁਹਾਨੂੰ ਅੱਜ WhatsApp ਵੀ ਕੀਤਾ, ਜੇ ਟਾਈਮ ਲੱਗੇ ਭੇਜ ਦਿਓ ਜੀ, ਭੇਜ ਦਿਓ ਸੈਮੀ ਜੀ, ਭੇਜ ਦਿਓ। ਮੇਰੇ ਖਿਆਲ ਨਹੀਂ ਆਇਆ, ਭੇਜ ਦਿਓ ਮੈਨੂੰ, ਫੇਰ ਭੇਜ ਦਿਓ, ਪੜ੍ਹ ਦਿੰਦਾ ਮੈਂ ਅੱਜ ਹੀ ਭੇਜਿਆ ਜੀ। ਪਲੀਜ਼ ਜੇ ਹੋਇਆ ਤਾਂ ਮਿੰਟ 2 ਮਿੰਟ, ਜੇ ਤੁਹਾਨੂੰ ਚੰਗਾ ਲੱਗਾ ਤਾਂ ਭੇਜ ਦਿਓ, ਫੇਰ ਭੇਜ ਦਿਓ। ਇੱਕ ਵਾਰ ਕਿਤੇ ਰੁਲ ਗਿਆ ਹੋਊ, ਬਹੁਤ WhatsApp ਆਉਂਦੇ ਨੇ, ਭੇਜੋ ਹੁਣੇ, ਮੈਂ ਪੜ੍ਹ ਦਿੰਦਾ ਜੀ, ਤੁਹਾਡੇ ਮਨ ਨੂੰ ਸ਼ਾਂਤੀ ਹੋਊ, ਭੇਜੋ। ਸਰ ਨਰਿੰਦਰ ਸਿੰਘ ਲਾਈਨ ਨੰਬਰ 4। ਨਰਿੰਦਰ ਸਿੰਘ ਜੀ। ਪੌਲ ਜੀ ਲਾਈਨ 5। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਈ, ਮੈਂ ਕਹਿੰਦਾ ਚਲੋ ਜਿਹੜਾ ਅੱਜ ਕੱਲ੍ਹ ਪਤਾ ਨਹੀਂ ਪੰਜਾਬ 'ਚ ਜਾ ਰਹੇ ਆ, ਮੇਰਾ ਖਿਆਲ ਕੋਈ ਖਿਲਾਰਾ ਜਿਹਾ ਭਾਈ ਰੱਖਦੇ ਹੈਗੇ ਲੋਕ ਬਣਾ ਮਤਲਬ ਤੁਸੀਂ, ਤੇ ਇਹ ਮੇਰਾ ਖਿਆਲ ਜਿਹੜੀ ਮੀਡੀਆ ਜਾਂ ਐਂਟਰਟੇਨਮੈਂਟ ਇੰਡਸਟਰੀ ਨੂੰ ਐਜ਼ ਏ ਵੈਪਨ ਯੂਜ਼ ਕੀਤਾ ਜਾ ਰਿਹਾ ਅੱਜ ਕੱਲ੍ਹ, ਜਿਹੜੇ ਧਰਮਾਂ ਦੇ ਅਗੇਂਸਟ ਜਾਂ ਆਪਣੇ ਸਮਾਜਿਕ ਕਦਰਾਂ ਕੀਮਤਾਂ ਦੇ ਜਾਂ ਫੈਮਿਲੀ ਵੈਲਿਊਜ਼ ਦੇ ਅਗੇਂਸਟ। ਉਹ ਜਿਵੇਂ ਪਤਾ ਨਹੀਂ ਆਪਾਂ ਆਪਦੇ ਆਪ ਨੂੰ ਜ਼ਿਆਦਾ ਪ੍ਰੋਗਰੈਸਿਵ ਸਮਝਦੇ, ਪੰਜਾਬ ਵਾਲੇ ਪਤਾ ਨਹੀਂ ਕੋਈ ਏਜੰਸੀਆਂ ਹੈਗੀਆਂ ਉੱਥੇ ਕੰਮ ਕਰਦੀਆਂ। ਹੁਣ ਜਿਵੇਂ ਰਾਜਸਥਾਨ ਦੇ ਵਿੱਚ ਮੈਂ ਦੇਖ ਰਿਹਾ ਸੀ, ਉੱਥੇ ਕੋਈ ਆਪਣੇ ਉਹ ਭੁੱਖੇ ਐਂ ਲੱਗਦਾ ਵੀ ਲੋਕ ਭੁੱਖੇ ਮਰਦੇ, ਪਰ ਉਹ ਉੱਥੇ ਕੋਈ ਆਉਂਦੇ ਆ ਕਿ ਆਪਣੇ ਪੰਛੀ ਆਉਂਦੇ ਬਾਹਰ ਲੈ ਰਹੇ,
ਉਹ ਪਤਾ ਨਹੀਂ ਕਿੰਨੇ ਕਹਿੰਦੇ ਅਸੀਂ ਪਤਾ ਨਹੀਂ ਕਿੰਨੇ ਟਨ ਅਸੀਂ ਉਹਨਾਂ ਨੂੰ ਦਾਣਾ ਪਾਉਂਦੇ ਹੈਗੇ। ਉਹ ਸਾਡੇ ਆਪਣੇ ਮੇਰੇ ਕਹਿੰਦੇ ਗਊ ਫਰਲੀਆਂ ਨੇ ਮਾਰ ਕੇ ਖਾ ਲਓ ਜੀ, ਜਾਂ ਕੁੱਤੇ ਫਿਰਦੇ ਉਹਨਾਂ ਨੂੰ ਵੀ ਮਾਰ ਕੇ ਖਾ ਲਓ। ਇਹ ਪਤਾ ਨਹੀਂ ਕਿਉਂ ਆਪਣੇ ਪੰਜਾਬ ਦੇ ਵਿੱਚ ਇੰਨਾ ਇਹ ਕੁਝ ਬਿਨਾਂ ਮਤਲਬ ਤੋਂ ਚਿੜੀ ਵਾਦੀ ਕੰਮ। ਮੈਂ ਇਹ ਠੀਕ ਹੈ ਜੀ, ਧੰਨਵਾਦ, ਥੈਂਕ ਯੂ। ਸਰ ਠਾਕਰ ਸਿੰਘ ਜੀ, ਲਾਈਨ ਨੰਬਰ 2। ਹੈਲੋ ਜੀ, ਸਤਿ ਸ੍ਰੀ ਅਕਾਲ। ਹਰਜੀਤ ਸਿੰਘ ਗੱਲ ਤੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਦੇਖੋ ਜੀ ਹਰਜੀਤ ਸਿੰਘ ਗੱਲ ਜੀ, ਤੁਸੀਂ ਬਹੁਤ ਵਧੀਆ ਗੱਲ ਕਹੀ ਆ ਵੀ ਜਿਹੜਾ ਕੋਈ ਧਰਮ ਆਪਦੇ ਧਰਮ 'ਚ ਕੋਈ ਚੀਜ਼ ਨੂੰ ਮੰਨਦਾ ਉਹ ਵਧੀਆ ਗੱਲ ਆ। ਜਿਵੇਂ ਹੁਣ ਉਹਨਾਂ ਨੇ ਕਿਹਾ ਵੀ ਗਾਂ ਬਾਰੇ ਕਿਹਾ, ਕੋਈ ਸੂਰ ਬਾਰੇ ਕਹਿੰਦਾ, ਕੋਈ ਕਿਸੇ ਬਾਰੇ। ਹੁਣ ਜਿਵੇਂ ਸਿੱਖ ਧਰਮ 'ਚ ਝਟਕਾ ਖਾਣਾ ਉਹਨਾਂ ਨੇ ਹਲਾਲ ਕਰਕੇ ਖਾਣਾ। ਇਹ ਜਿਹੜੇ ਸਿਆਸੀ ਲੀਡਰ ਆ ਇਹਨਾਂ ਦਾ ਰਾਮ ਘਚੋਲਾ ਪਾਇਆ ਜੀ। ਆਪੋ ਆਪਣੇ ਧਰਮ ਦਾ ਸਾਰਿਆਂ ਨੂੰ ਸਤਿਕਾਰ ਕਰਨਾ ਚਾਹੀਦਾ, ਫਰਜ਼ ਵੀ ਬਣਦਾ। ਬਾਕੀ ਦੂਜੇ ਧਰਮ ਵਾਲਿਆਂ ਨੂੰ ਵੀ ਜੇ ਸਤਿਕਾਰ ਕਰਨ ਨਾ ਦੂਜੇ ਧਰਮ ਦਾ, ਫਿਰ ਰਾਮ ਘਚੋਲਾ ਪੈਂਦਾ ਹੀ ਨਹੀਂ। ਜਿਵੇਂ ਪਾਕਿਸਤਾਨ ਬਣਨ ਤੋਂ ਪਹਿਲਾਂ ਉੱਧਰ ਆਪਣੇ ਭਾਈਚਾਰੇ ਰਹਿੰਦੇ ਸੀ, ਉਦੋਂ ਕੋਈ ਰੌਲਾ ਨਹੀਂ ਸੀ, ਸਤਿਕਾਰ ਕਰਦੇ ਸਾਰੇ ਆਪੋ ਵਿੱਚ ਹੀ। ਤੇ ਇਹ ਸਿਆਸੀ ਲੀਡਰਾਂ ਦਾ ਵੀ ਇਹਦੇ 'ਚ ਹੱਥ ਹੈਗਾ ਜੀ। ਬਾਕੀ ਉੱਧਰ ਹੀ ਕੋਈ ਰੌਲਾ ਪਵੇ ਤੇ ਫਿਰ ਸਾਡਾ ਇਹਦੇ 'ਚ ਥੋੜਾ ਜਿਹਾ ਸਾਨੂੰ ਸਿਆਸੀਆਂ ਨੂੰ ਫਾਇਦਾ ਹੋਣਾ। ਮਿਹਰਬਾਨੀ, ਸਤਿ ਸ੍ਰੀ ਅਕਾਲ ਜੀ। ਬਹੁਤ ਵਧੀਆ ਪ੍ਰੋਗਰਾਮ ਹੈ ਜੀ। ਧੰਨਵਾਦ ਜੀ। ਸ਼ਾਹ ਮਨਜੀਤ ਸਿੰਘ, ਲਾਈਨ ਨੰਬਰ 3। ਸ਼ਾਹ ਮਨਜੀਤ ਸਿੰਘ ਜੀ। ਹਾਂਜੀ, ਸਤਿ ਸ੍ਰੀ ਅਕਾਲ ਜੀ ਗਿੱਲ ਸਾਹਿਬ। ਸਤਿ ਸ੍ਰੀ ਅਕਾਲ ਵੀਰ ਜੀ। ਹਾਂ ਗਿੱਲ ਸਾਹਿਬ, ਮੈਂ ਬਾਵੇ ਦੇ ਗਾਣੇ ਬਾਰੇ ਗੱਲ ਕਰਨੀ ਸੀ। ਹਾਂਜੀ ਕਰੋ ਜੀ। ਇਹ ਹਿੰਦੂਤਾਵਾ ਜਿਹੜਾ ਇਹਨਾਂ ਨੂੰ ਕੀ ਪ੍ਰੋਬਲਮ ਹੈ? ਜੇ ਬਾਵੇ ਨੇ ਗਾਣਾ ਗਾਇਆ ਕੋਈ ਗਲਤ ਤਾਂ ਉਹਨੇ ਕੋਈ ਗੱਲ ਨਹੀਂ ਕਹੀ ਉਹਦੇ ਵਿੱਚ। ਪੱਥਰਾਂ ਤੇ ਦੁੱਧ ਡੋਲਦੇ ਆ, ਗਰੀਬ ਬੱਚਿਆਂ ਨੂੰ ਦੁੱਧ ਪੀਣ ਨੂੰ ਨਹੀਂ ਮਿਲਦਾ, ਰੋਟੀ ਨਹੀਂ ਮਿਲਦੀ। ਤੇ ਐਡੀ ਤਾਂ ਕੋਈ ਗੱਲ ਵੱਡੀ ਨਹੀਂ ਸੀ ਕਹੀ ਤੀ ਉਹਨੇ ਵੀ ਜਿਹਦੇ ਪਿੱਛੇ ਇੰਨਾ ਉੱਥੇ ਰੌਲਾ ਪਿਆ, ਮਾਫੀ ਮੰਗਣੀ ਪਈ ਆ ਉਹਨੂੰ। ਤੇ ਇਹ ਤਾਂ ਉਸ ਟਾਈਮ ਸਾਡੇ ਮਤਲਬ ਉਹਦੇ ਜਿਹੜਾ ਕਟਾਕਸ਼ ਕੀਤਾ ਤੇ ਪਰ ਉਹਦੇ ਵਿੱਚ ਕੁਛ ਅਜਿਹਾ ਨਹੀਂ ਸੀ ਜਿਹਦੇ ਲਈ ਉਹਦੇ ਤੇ ਮਤਲਬ ਕੇਸ ਕੋਈ ਦਰਜ ਹੁੰਦਾ ਹੈ। ਹਾਂਜੀ। ਉੱਥੇ ਇੱਕ ਮੈਂ ਵੀਡੀਓ ਦੇਖੀ ਸੀ, ਬਹੁਤ ਪੁਰਾਣੀ ਆ ਵੈਸੇ ਤਾਂ ਉਹ। ਅੰਮ੍ਰਿਤਸਰ ਦੇ ਵਿੱਚ ਨਾ ਹਿੰਦੂ ਇਕੱਠੇ ਹੋ ਕੇ ਸੰਤ ਜਰਨੈਲ ਸਿੰਘ ਭਿੰਡਰਾਲੇ ਦਾ ਪੁਤਲਾ ਫੂਕ ਰਹੇ ਸੀਗੇ। ਤੇ ਉੱਥੇ 3 ਸਿੰਘ ਆ ਗਏ ਤੇ ਉਹ 50 ਬੰਦਿਆਂ ਨੂੰ ਲੱਭਦਿਆਂ ਨੂੰ ਰਾਹ ਨਹੀਂ ਲੱਭਿਆ। ਹਨਾ, ਜੇ ਖੜ ਕੇ ਦੇਖਣਾ ਹੁੰਦਾ ਫਿਰ ਇਹ ਗੱਲਾਂ ਤਾਂ ਕੁਛ ਨਹੀਂ ਬਣਦਾ। ਕਿਸੇ ਤਰੀਕੇ ਗੱਲ ਹੋ ਸਕਦੀ ਹੁੰਦੀ ਆ। ਇਹ ਤਾਂ ਨਹੀਂ ਵੀ ਜੇ ਉਹਨੇ ਕੋਈ ਗੱਲ ਗਲਤ ਵੀ ਨਹੀਂ ਕੀਤੀ ਹੈਗੀ ਇਹਦੇ ਵਿੱਚ। ਮੈਨੂੰ ਤਾਂ ਕੋਈ ਗਲਤ ਨਹੀਂ ਲੱਗੀ ਜੀ। ਓਕੇ, ਥੈਂਕ ਯੂ ਵੈਰੀ ਮਚ। ਥੈਂਕ ਯੂ ਵੀਰ। ਜੇ ਤੁਸੀਂ ਹੁਣ ਉਹ ਗੱਲ ਤੋਰੇ ਲਈ ਜੇ ਤੁਸੀਂ ਘਟਨਾਵਾਂ ਦੇਖਦੇ ਹੋ ਨਾ, ਤੀਸਰੇ ਘੱਲੂਘਾਰੇ ਤੋਂ ਪਹਿਲਾਂ ਜਿਹੜਾ ਲਕਸ਼ਮੀਕਾਂਤ ਚਾਵਲਾ ਤੇ ਹਰਬੰਸ ਲਾਲ ਖੰਨਾ, ਸਤਪਾਲ ਡਾਂਗ, ਜਿਹੜਾ ਕੁਛ ਇਹਨਾਂ ਨੇ ਵਰਤਾਰੇ ਕੀਤੇ ਤੇ ਜਲੰਧਰ ਵਾਲੇ ਮਹਾਸ਼ਿਆਂ ਦੀ ਪ੍ਰੈਸ ਨੇ ਜਿਹੜਾ ਕੁਛ ਉਹਨਾਂ ਬਾਰੇ ਲਿਖਿਆ, ਉਹ ਬਹੁਤ ਹੈਰਾਨੀਜਨਕ। ਸੰਤਾਂ ਨੇ ਅੰਮ੍ਰਿਤਸਰ ਸਾਹਿਬ ਨੂੰ ਪਵਿੱਤਰ ਸ਼ਹਿਰ ਦਰਜਾ ਕਰਾਰ ਦੇਣ ਲਈ ਕਿਹਾ ਸੀ ਵੀ ਯਾਰ ਮੀਟ ਦੇ ਖੋਕੇ ਤੇ ਸ਼ਰਾਬ ਦੇ ਠੇਕੇ ਬਾਹਰ ਕੱਢ ਦਿਓ ਤੇ ਸਿਗਰਟਾਂ ਵੇਚਣੀਆਂ ਬੰਦ ਕਰ ਦਿਓ। ਤੇ ਦੂਜੇ ਦਿਨ ਸ੍ਰੀ ਸਾਹਿਬਾਂ ਦੇ ਮੂਹਰੇ ਸਿਗਰਟਾਂ ਦੀਆਂ ਡੱਬੀਆਂ ਜਿਹੜੀਆਂ ਟੰਗ ਕੇ ਕੱਛਕੜਾ ਕਿਰਪਾਨ ਭੇਜੋ ਪਾਕਿਸਤਾਨ ਦਾ, ਉਹ ਹੈਗੀ ਵੀਡੀਓ ਹਲੇ। ਹਰਬੰਸ ਲਾਲ ਖੰਨੇ ਨੇ ਗੁਰੂ ਰਾਮਦਾਸ ਪਾਤਸ਼ਾਹ ਦੀ ਫੋਟੋ ਤੇ ਨਾਲ ਹੀ ਮਾਡਲ ਜਿਹੜਾ ਦਰਬਾਰ ਸਾਹਿਬ ਦਾ ਤੋੜਿਆ ਸੀ। ਤੇ ਉਸ ਤੋਂ ਬਾਅਦ ਲਕਸ਼ਮੀਕਾਂਤ ਚਾਵਲਾ ਨੇ ਘੱਲੂਘਾਰੇ ਦੇ ਸਮੇਂ ਸ਼ਰਾਬ ਤੇ ਸਾਰਿਆਂ ਨੇ ਉੱਥੇ ਅੰਮ੍ਰਿਤਸਰ ਦੇ ਵਿੱਚ, ਨਾਲੇ ਉਹ 90% ਦੀਆਂ ਹਟੜੀਆਂ ਜਿਹੜੀਆਂ ਸਿੱਖਾਂ ਦੇ ਸਿਰ ਤੋਂ ਚੱਲਦੀਆਂ ਨੇ, ਉਹਨਾਂ ਨੂੰ ਪਤਾ ਹੈ ਕਿ ਜੇ ਇੱਥੇ ਮੱਥਾ ਟੇਕਣੇ ਆਉਂਦੇ ਨੇ ਇਹ ਸਭ ਕੁਛ ਇੱਥੋਂ ਹੀ ਖਰੀਦਦੇ ਆ। ਇਹਨਾਂ ਦੇ ਢਾਬਿਆਂ ਤੇ, ਇਹਨਾਂ ਦੁਕਾਨਾਂ ਤੇ ਚਾਹ, ਦੁੱਧ ਤੇ ਸਿੰਗਾੜਿਆਂ ਦਾ ਆਟਾ ਰਲਾ ਕੇ ਜਿਹੜੀ ਮੋਟੀ ਮਲਾਈ ਖਿਲਾਉਂਦੇ ਹੋ ਲੋਕਾਂ ਨੂੰ, ਇਹ ਅੰਦਰੋਂ ਹੀ ਆਉਂਦੇ। ਦੁਰਗਿਆਣਾ ਮੰਦਿਰ ਵੀ ਆਉਂਦੇ ਨੇ ਲੋਕ, ਉਹ ਵੀ ਜਾਂਦੇ ਨੇ। ਇਹੀ ਚੀਜ਼ਾਂ ਜਦ ਰੋਕਦੇ ਨਹੀਂ ਨਾ ਅਸੀਂ, ਜਾਂ ਰੋਕਦੇ ਨਹੀਂ ਤਾਂ ਫਿਰ ਉਹ ਕਿਸੇ ਨਾ ਕਿਸੇ ਜਾ ਕੇ ਜਾਂ ਡਬਲ ਅਸੀਂ ਰੋਲ ਪਲੇ ਕਰਦੇ ਹਾਂ। ਹੋਇਆ ਹੀ ਪੰਜਾਬ ਦੇ ਵਿੱਚ ਇਹ ਆ, ਤੁਸੀਂ ਦੇਖੋ ਸਹੀ। ਨਰਕਧਾਰੀਏ ਸ਼ਰੇਆਮ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਦੇ ਸੀ ਨਾ, ਤੇ ਉੱਚਾ ਵਹਿੰਦਾ ਸੀ ਤੇ ਸ਼ੀਨਾ ਲਿਆਂਦਾ, ਨਰਿੰਜਨ ਸਿੰਘ ਲਿਆਂਦਾ ਚੌਂਕ ਮਹਿਤੇ ਦੇ ਆਲੇ ਦੁਆਲੇ, ਤੇ ਫਿਰ ਇੱਕ ਦਿਨ ਪੂਰਾ ਸੈੱਟ ਕਰਕੇ ਉਹਨਾਂ ਨੂੰ ਕਿਹਾ ਵੀ ਲਾ ਲਓ ਤੰਬੂ,
ਚਿੱਟੇ ਕੁੜਤੇ ਪਜਾਮੇ ਤੇ ਸਿਰਾਂ ਤੇ ਚਿੱਟੀਆਂ ਕਸਰੀ ਪੱਗਾਂ ਤੇ ਬਿਲਕੁਲ ਬ੍ਰਾਂਡ ਨਿਊ ਉਹਨਾਂ ਕੋਲ ਵੈਪਨ ਸੀ ਜਿਨ੍ਹਾਂ ਦਾ ਸ਼ਹੀਦ ਹੋਏ ਸਿੰਘ। ਤੇ ਫਿਰ ਕੌਮ ਦੇ ਉਸ ਸੰਤ ਤੇ ਸਿਪਾਹੀ ਨੇ ਵੇਖ ਲਿਆ ਵੀ ਸਿਰ ਦਿੱਤਿਆਂ ਬਾਜ ਨਹੀਂ ਰਹਿਣਾ ਧਰਮ, ਸਿਰ ਦਿੱਤਿਆਂ ਬਾਜ ਨਹੀਂ ਰਹਿਣਾ। ਉਹਨੇ ਦੱਸਤਾ ਆਪਣੀ ਨਿਭਾਤੀ ਉਹਨੇ, ਉਹਨੂੰ ਕਿਹਾ ਵੀ। ਪਰ ਉਹਦੇ ਬਾਅਦ ਸਿੱਖ ਨੂੰ ਇਹ ਪਤਾ ਲੱਗ ਗਿਆ ਵੀ ਅਸੀਂ ਕੌਣ ਹੈ ਤੇ ਦੂਜੇ ਦੋਮ ਜਿਹੜੇ ਸ਼ਹਿਰੀ ਬਣ ਕੇ ਅਸੀਂ ਰਹਿਣਾ ਤਾਂ ਅਸੀਂ ਕਿਵੇਂ ਰਹਿਣਾ। ਪਰ ਮੈਂ ਜਦ ਇਹ ਗੱਲਾਂ ਦੀ ਪ੍ਰੋੜਤਾ ਕਰਦਾ ਨਾ ਉੱਥੇ ਮੇਰਾ ਨਿੱਜੀ ਆ, ਤੁਹਾਨੂੰ ਮੈਂ ਕਿਸੇ ਨੂੰ ਨਹੀਂ ਕਹਿੰਦਾ। ਮੈਨੂੰ ਇਹ ਆ ਵੀ ਤੁਸੀਂ ਜੇ ਆਪਣੀ, ਹੁਣ ਮੈਂ ਜ਼ੋਰ ਨਾਲ ਜੇ ਮੈਂ ਗੱਲ ਕਹਾਂ ਵੀ ਜ਼ੁਲਮ ਹੋਇਆ ਸਿੱਖਾਂ ਤੇ, ਪਰ ਉੱਥੇ ਹੀ ਠੀਕ ਹੈ ਦੁੱਧ ਨਹੀਂ ਮਿਲਦਾ, ਪਰ ਉਹ ਦੁੱਧ ਜਿਹੜਾ ਨਹੀਂ ਮਿਲਦਾ, ਜਿਹੜਾ ਕੋਈ ਗਊ ਮੂਤਰ ਦਾ ਸੇਵਨ ਕਰਦਾ ਉਹਦੀ ਤਾਂ ਗਲਤੀ ਨਹੀਂ ਨਾ ਹੈ, ਉਹ ਦੁੱਧ ਨਹੀਂ ਮਿਲਦਾ। ਜੇ ਉਹਦਾ ਵਿਚਾਰੇ ਗਰੀਬ ਦਾ ਕੀ ਆ, ਉਹ ਤਾਂ ਆਪ ਉਹਦਾ ਇੱਕ ਵਿਸ਼ਵਾਸ ਹੈ, ਬਸ ਉਹ ਵਿਸ਼ਵਾਸ ਉਹ ਮੰਨਦਾ। ਬਸ ਮੇਰਾ ਕਹਿਣ ਦਾ ਮਤਲਬ ਪੰਗਾ ਤਾਂ ਸਟੇਟ ਦਾ, ਜਿਹੜਾ ਗਰੀਬ ਤੱਕ ਦੁੱਧ ਨਹੀਂ ਜਾਣ ਦਿੰਦਾ ਤੇ ਸਿਰ ਦੇ ਉੱਪਰ ਉਹਦੇ ਛੱਤ ਨਹੀਂ ਰਹਿੰਦਾ, ਉਹਦਾ ਬੜਾਂਗਾ ਕਰਦਾ ਹੈ। ਆ ਜਿਹੜੇ ਹੁਣ ਉੱਜੜ ਰਹੇ ਨੇ ਪੰਜਾਬ ਦੇ ਵਿੱਚੋਂ, ਬਿਹਾਰ ਯੂਪੀ ਚੋਂ ਆਏ ਹੋਏ, ਉਹ ਹੁਣ ਜੇ ਕਹਿਣਾ ਅਸੀਂ ਸਿੱਖਾਂ ਕਰਕੇ ਉੱਜੜ ਰਹੇ ਹਾਂ, ਜਾਂ ਦਿੱਲੀੋਂ ਕੋਈ ਸਿੱਖ ਪੰਜਾਬ ਨੂੰ ਜਾਵੇ ਵੀ ਮੈਂ ਇੱਕ ਹਿੰਦੂ ਦੀ ਫੈਕਟਰੀ 'ਚੋਂ ਉੱਜੜ ਰਿਹਾ, ਨਹੀਂ, ਸਿਸਟਮ ਕਰਕੇ ਉੱਜੜ ਰਿਹਾ। ਸਿਸਟਮ ਨੂੰ ਘੇਰਨਾ ਚਾਹੀਦਾ, ਸਟੇਟ ਨੂੰ ਅਕਾਊਂਟੇਬਲ ਕਰਨਾ ਚਾਹੀਦਾ। ਇਹੀ ਸਾਡਾ ਦੁੱਖ ਹੋਇਆ, ਇਹ ਸਾਡਾ ਸੰਤਾਪ, ਜਿਹਦੇ ਕਰਕੇ ਮੋਢਿਆਂ ਤੇ ਪਰਨੇ ਰੱਖ ਕੇ ਤੁਰੇ ਘਰੋਂ। ਉਹਦਾ ਕਾਰਨ ਇਹ ਸੀ ਕਿ ਸਟੇਟ ਨੂੰ ਜਾਇਜ਼ ਠਹਿਰਾਇਆ ਉਸ ਸਮੇਂ ਲక్ష్ਮੀ ਚਾਵਲਾ ਉਹਨਾਂ ਨੇ ਤੇ ਹੰਸਪਾਲ ਖੰਨਾ ਨੇ ਤੇ ਜਗਤ ਨਾਰਾਇਣ ਨੇ, ਕਿਉਂਕਿ ਉਹਨਾਂ ਦੇ ਸਿਰ ਤੇ ਹੱਥ ਸੀ, ਖੁੱਲੀਆਂ ਉਹਨਾਂ ਨੂੰ ਕਮਾਈਆਂ ਮਿਲਦੀਆਂ। ਇਸ ਤਰ੍ਹਾਂ ਹੀ ਸਿੱਖ ਜਿਹੜੇ ਪੱਤਰਕਾਰ ਤੇ ਸਿੱਖ ਲੀਡ ਕਲਾਸ ਜਿਨ੍ਹਾਂ ਨੇ ਜਸਟੀਫਾਈ ਕੀਤਾ, ਜਿਨ੍ਹਾਂ ਨੇ ਫਿਰ ਖਿਲਾਫ ਬੋਲੇ ਇੰਦਰਾ ਦੇ ਕਤਲ ਤੇ, ਕ੍ਰਿਡ ਨਾਮਾ ਤੇ ਮਲਹੋਤਰੇ ਹਸਕਰ ਦੇ ਚੇਲੇ ਬਾਲ ਕੇ ਆਲੂ ਵਾਲੀ ਵਰਗੇ ਦੋ ਪੈਗਾਂ ਦੀ ਖਾਤਰ ਲਾਲ ਗਲੀਚਿਆਂ ਤੇ ਲਿੜਦੇ ਫਿਰਦੇ ਗਵਰਨਰ ਹਾਊਸ ਦੇ ਵਿੱਚ, ਤੇ ਉੱਥੇ ਸਾਰੇ ਨਹੀਂ ਗਏ। ਫਿਰ ਉਹ ਜੁੰਡਲੀ ਜਿਹੜੀ ਸਾਊ ਬਣ ਕੇ ਸਾਨੂੰ ਬਹੁਤ ਸਾਨੂੰ ਲੱਗਦਾ ਹਲੇ ਤੱਕ ਨਹੀਂ ਸਿੱਖਾਂ ਨੂੰ ਪਤਾ ਲੱਗਿਆ ਵੀ ਕੌਣ ਕੀ ਬੋਲ ਰਿਹਾ, ਇਹਦੀ ਗਜ਼ਲ ਦਾ ਮਤਲਬ ਕੀ ਹੈ। ਉਹ ਤੁਹਾਨੂੰ ਪੈਨੀਟਰੇਟ ਕਰਕੇ ਸਿਖਾ ਦਿੰਦੇ ਆ ਬੋਲਣਾ, ਬੇ ਨਾ ਇਹਦਾ ਬੜੀ ਸੱਭਿਅਕ ਗੱਲ ਆ, ਵਾਹ 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 ਕਿਆ ਬਾਤ ਹੈ, ਇਹ ਬੋਲੋ ਮੁੜ ਮੁੜ ਕੇ। ਫਿਰ ਜਦ ਤੁਸੀਂ ਐ ਬੋਲੋਗੇ ਤੁਸੀਂ ਫਿਰ ਖਾਸ ਇੱਕ ਕਲਾਸ ਹੈ ਤੁਹਾਡੀ, ਲੋਕ ਤੁਹਾਨੂੰ ਫਿਰ ਖਾਸ ਕਲਾਸ ਦੇ ਵਿੱਚ ਇਹ ਦੇ ਲੰਬੀ ਬਹਿਰ ਦੀ ਗਜ਼ਲ ਇਹ ਸੁਣਦਾ, ਇਹ ਸਮਝਦਾ ਹੈ, ਇਹ ਉਰਦੂ ਦੇ ਸ਼ਬਦ ਵੀ ਸਮਝਦਾ ਹੈ, ਤੇ ਫਿਰ ਤੁਸੀਂ ਉਸ ਤਰ੍ਹਾਂ ਸੈੱਟ ਕਰੋਗੇ। ਮੇਰੇ ਖਿਆਲ ਮੇਰੀ ਨਿੱਜੀ ਧਾਰਨਾ ਵੀ ਜੇ ਮੈਂ ਇਹ ਜਿਹੜਾ ਉਹਨੇ ਕੀਤਾ ਮੈਨੂੰ ਪਤਾ ਉਹ ਸੱਚ ਬੋਲਿਆ, ਤੇ ਪਰ ਮੈਨੂੰ ਉਹਦੇ ਨਾਲ ਜੇ ਮੈਂ ਹੱਕ ਦੀ ਗੱਲ ਕਰਦਾ, ਮੈਨੂੰ ਜੇ ਕੋਈ ਗਊ ਮੂਤਰ ਸੇਵਾ ਕਰਦਾ ਹੈ, ਗਊ ਮੂਤਰ ਘਰ 'ਚ ਛਿੜਕਦਾ, ਉਹ ਟਾਰਗੇਟ ਨਹੀਂ ਹੋਣਾ ਚਾਹੀਦਾ। ਦੁੱਧ ਗਰੀਬ ਤੱਕ ਜਿਹੜਾ ਨਹੀਂ ਪਹੁੰਚਾਉਂਦਾ ਉਹ ਸਟੇਟ ਦਾ ਕਨਸੈਪਟ ਹੈ। ਗਊ ਮੂਤਰ ਜਿਹੜਾ ਪੀਣ ਵਾਲੇ ਦਾ ਉਹਦੇ 'ਚ ਕੋਈ ਗਲਤੀ ਨਹੀਂ। ਮੇਰੀ ਮੱਤ ਹੈ ਇਹ, ਬਾਕੀ ਠੀਕ ਲੱਗੇ ਤੁਹਾਨੂੰ ਨਹੀਂ ਤਾਂ ਇਹ ਗੱਲ ਮੈਂ ਕਹਿਣੀ ਚਾਹੁੰਦਾ। ਅੱਜ ਦੀ ਕਹਾਣੀ ਪਿੰਡਾਂ ਦੀ ਕਹਾਣੀ ਆ। ਪਾਣੀ ਦੀ ਘੁੱਟ ਪੀ ਲੈਣ ਦੇ ਫਿਰ ਹੁਣ ਕਾਇਮ ਹੋ ਕੇ ਲੱਗਦਾ ਲੰਮੀ ਅੱਜ ਕਹਾਣੀ ਖਾਸੀ। ਨਾਵਲ ਦੇ ਵਿੱਚੋਂ ਇਹਨੂੰ ਸੈੱਟ ਕਰਨਾ ਫਿਰ ਸਿਰੇ ਤੱਕ ਲਿਜਾਣਾ ਬੜਾ ਸਮਾਂ ਲੱਗਦਾ। ਰਾਮਸੂਪ ਅਣਖੀ ਜੀ ਦੀ ਕਹਾਣੀ ਬਾਹਰਲਾ ਘਰ ਸਮਾਂ ਬੰਦੇ ਨੂੰ ਕੀ ਬਣਾ ਦਿੰਦਾ ਹੈ। ਚੰਨਣ ਹਲੇ ਮਰਿਆ ਸੀ, ਕੁਝ ਕੁ ਦਿਨਾਂ ਦੇ ਵਿੱਚ ਪਿਓ ਜੈਮਲ ਵੀ ਮਰ ਗਿਆ, ਗੱਜਣ ਰਹਿ ਗਿਆ ਤੇ ਪ੍ਰਤਾਪੀ ਰਹਿ ਗਈ ਤੇ ਗੱਜਣ ਦੀ ਭੈਣ ਰਹਿ ਗਈ। ਗੱਜਣ ਬਹੁਤ ਔਖਾ ਹੋ ਗਿਆ, ਭਾਈ ਦਾ ਸਮਾਨ ਵਿਆਹ ਨੇੜੇ ਸੀ ਤੇ ਚੰਦ ਕੌਰ ਦਾ ਮਕਲਾਵਾ ਹੀ ਲਿਆਉਣਾ ਸੀ। ਚਾਨਣ ਦੀ ਜਾਂ ਯਾਦ ਆਉਂਦੀ ਤਾਂ ਅੱਖਾਂ ਭਰ ਕੇ ਕਹਿੰਦਾ ਭਾਈਆਂ ਬਾਜ ਨਾ ਮਸਲਸਾਂ ਸੋਹਣੀਆਂ। ਗੱਜਣ ਅੱਧਾ ਰਹਿ ਗਿਆ। ਪ੍ਰਤਾਪੀ ਕਦੇ ਕਦੇ ਕਹਿੰਦੀ ਲੈ ਵਿਚਾਰੀ ਦਾ ਆ ਪਿਆ ਸਾਰਾ ਕੁਝ, ਜੇ ਉਹਨੇ ਜਹਾਨ ਤੇ ਰਹਿਣਾ ਨਹੀਂ ਤਾਂ ਆਪਾਂ ਕਾਹਨੂੰ ਵੰਜਣਾ ਸੀ, ਉਹਨੂੰ ਕਾਹਨੂੰ ਐਵੇਂ ਇੰਨੇ ਲਾੜ ਚਾਅ ਪੂਰੇ ਕੀਤੇ। ਅੰਗਾ ਸਾਕ ਨੇ ਪਿੰਡਾਂ ਦੇ ਰਿਸ਼ਤੇਦਾਰੀਆਂ ਨੇ ਲਹਿਰੇ ਵਾਲਿਆਂ ਦੀ ਖਬਰਸਾਰ ਜੋਗੀਪੁਰ ਪਹੁੰਚਦੀ ਕੀਤੀ। ਲਹਿਰੇ ਵਾਲਿਆਂ ਨੇ ਹਾਲੇ ਚੰਦ ਕੌਰ ਦਾ ਕਿਧਰੇ ਟਿਕਾਣਾ ਨਹੀਂ ਸੀ ਕੀਤਾ। ਗੱਜਣ ਨੂੰ ਨੀਂਦ ਨਾ ਆਉਂਦੀ ਰਾਤ। ਉਹਦੇ ਮਨ 'ਚ ਗੱਲ ਸੀ ਜਿਹੜੀ ਉਹਨੂੰ ਵੱਢਤੀ।
ਚਾਨਣ ਮਰੇ ਨੂੰ ਸਾਲ ਬੀਤ ਗਿਆ, ਉਹਦੀ ਨੀਂਦ ਕਿਤੇ ਨਾ ਕਿਤੇ ਉੱਡਦੀ ਰਹਿੰਦੀ। ਉਹਨੂੰ ਐ ਸੀ ਵੀ 16 ਘੁਮਾ ਜ਼ਮੀਨ ਹੈ, ਜੇ ਚੰਦਪੁਰ ਕਿਤੇ ਮਾੜੇ ਜਗ੍ਹਾ ਵਿਆਹ ਤੀ ਤੇ ਜ਼ਮੀਨ, ਕਿਉਂਕਿ ਪਿਓ ਬਿਨਾਂ ਵਸੀਅਤ ਕਰਕੇ ਮਰ ਗਿਆ, ਹੁਣ ਜ਼ਮੀਨ ਜਿਹੜੀ ਹੈ ਸਿੱਧੀ ਜਿਹੜੀ ਚੜ੍ਹ ਗਈ ਭੈਣ ਦੇ ਨਾਂ ਤੇ ਮੇਰੇ ਤੇ ਨਾਲ ਚੰਦਕੌਰ ਦੇ, ਕਿਉਂਕਿ ਚੰਨਣ ਦਾ ਵਿਆਹ ਚੰਦਕੌਰ ਨਾਲ ਹੋਇਆ ਹੋਇਆ ਸੀ। ਵਿਆਹ ਤਾਂ ਹੋਇਆ ਹੋਇਆ ਸੀ, ਮਕਲਾਵਾ ਹੀ ਲਿਆਉਣਾ। ਇੱਕ ਦਿਨ ਸਵੇਰੇ ਤਿਆਰ ਹੋਇਆ, ਨਿੱਕਾ ਜਿਹਾ ਝੋਲਾ ਫੜ ਕੇ ਪ੍ਰਤਾਪੀ ਕਹਿੰਦਾ ਮੰਡੀ ਨੂੰ ਚੱਲਿਆ ਮੈਂ, ਆਰਤੀਏ ਤੱਕ ਕੰਮ ਹੈ, ਸ਼ਾਇਦ ਮੁੜਿਆ ਮੈਂ, ਜੇ ਨਾ ਮੁੜਿਆ ਤੇ ਕੱਲ ਨੂੰ ਆ ਜੀ। ਪ੍ਰਤਾਪੀ ਕਲਪਦੀ ਦੇ ਵੀ ਇੰਨਾ ਪੈਰ ਪਚੜ ਕੇ ਜਦ ਮੰਡੀ ਜਾਂਦਾ ਸੀ ਸਧਾਰਨ ਕੱਪੜਿਆਂ ਜਾਂਦਾ ਵੀ ਅੱਜ ਤਾਂ ਤਿਆਰੀ ਕਰ ਗਈ, ਇਹ ਗੱਲ ਕੀ ਹੋਈ। ਜੇਠ ਹਾੜ ਦੇ ਦਿਨ ਮੰਡੀ ਗਿਆ, ਆੜਤੀਆਂ ਦੇ ਕੁਝ ਕੁ ਪੈਸੇ ਫੜ ਲਏ, ਫਿਰ ਆਮ ਦਾ ਨਾਂ ਲੈ ਕੇ ਲਹਿਰੇ ਵਾਲੀ ਬੱਸ ਫੜ ਲਈ। ਦਿਨ ਦਾ ਛਪਾ ਹੋ ਗਿਆ, ਚੰਨਣ ਦੇ ਸਹੁਰੀ ਜਾ ਬਣਿਆ। ਮੰਡੀ 'ਚ ਤਰੇ ਤਾਜ਼ੇ ਅੰਬ ਲੰਘਿਆ ਤਾਂ ਨੱਕ ਦੇ ਵਿੱਚ ਮਿੱਠੇ ਦੀ ਸੁਗੰਧ ਆਵੇ। ਦਸ਼ਹਿਰੀ ਪਏ, ਲੰਗੜੇ ਪਏ, ਗਧਾ ਅੰਬ ਪਿਆ। ਦਸ਼ਹਿਰੀ ਕਹਿੰਦਾ ਆਹ ਤੋਲਦੇ ਜਿੰਨੇ ਕੁ ਤੋਲਦੇ, ਬਾਈ ਸਾਹਿਬ ਭਰਦੇ ਝੋਲਾ ਜਿੰਨਾ ਭਰਦਾ। ਨੰਦਕੌਰ ਦੇ ਘਰ ਬੜਿਆ ਤਾਂ ਗੁਆਂਢਣਾ 12 'ਚ ਦੇਖਣ। ਨੰਦਕੌਰ ਛੋਟੇ ਭਾਈ ਚੰਨਣ ਜਿਹੜਾ ਮਰ ਗਿਆ ਉਹਦੀ ਸੱਸ ਸੀ। ਕੁੜੇ ਆਹ ਕੌਣ ਆ ਲਾਖਾ ਜਾ, ਇਹ ਕਿੱਥੋਂ ਆ ਗਿਆ, ਇਹ ਕੌਣ ਹੈ। ਚੰਦਕੌਰ ਨੇ ਇਹਨੂੰ ਪਛਾਣ ਲਿਆ, ਦੇਖ ਕੇ ਅੰਦਰ ਵੜ ਗਈ, ਕਿਉਂਕਿ ਭਰਜਾਈ ਲੱਗਦੀ ਛੋਟੀ। ਨੰਦਕੌਰ ਮੂੰਹ ਵੱਲ ਝਾਕੀ ਜਾਂਦੇ, ਦਿਮਾਗ 'ਚ ਨਾ ਆਵੇ, ਸੋਚਿਆ ਨਹੀਂ ਸੀ ਵੀ ਗੱਜਣ ਕਿਵੇਂ ਆ ਸਕਦਾ, ਪ੍ਰਾਹੁਣਾ ਹੀ ਨਹੀਂ ਤਾਂ ਬੜੇ ਨੇ ਕਿਵੇਂ ਆਉਣਾ। ਮੱਥਾ ਟੇਕਦਾ ਬੇਬੇ, ਮੱਥਾ ਟੇਕਦਾ ਮੈਂ, ਗੱਜਣ ਸੂਹਾਂ ਜੋਗੀਪੁਰੋਂ। ਨੰਦਕੌਰ ਨੇ ਉਹਦਾ ਸਿਰ ਪੋੜ, ਮੈਂ ਮਰ ਜਾ, ਲੈ ਮੈਂ ਮਰ ਜਾ, ਮੇਰੀ ਅਕਲ 'ਚ ਨਹੀਂ ਆਇਆ ਸਾਊ, ਫੁੱਟ ਜਾਣ ਦੀਦੇ ਮੇਰੇ, ਮੇਰੀ ਤਾਂ ਜਾਣੀ ਸੀ ਦਿਮਾਗ ਚੱਕਿਆ ਜਿੱਦਣ ਦਾ ਚੰਨਣ ਸੂਹ, ਹਾਏ ਜਿੱਦਣ ਦਾ ਪੁੱਤ ਮੇਰਾ ਗਿਆ। ਬੇਬੇ ਨੇ ਚੰਨਣ ਦਾ ਅੰਬਾਲਾ ਝੋਲਾ ਛੋਟੀ ਕੁੜੀ ਨੂੰ ਫੜਾਤਾ, ਗੱਜਣ ਜੋੜੇ ਲਾ ਕੇ ਸਵਾਰ ਕੇ ਮੰਜੇ ਤੇ ਬਹਿ ਗਿਆ। ਨੰਦਕੌਰ ਨੇ ਸਰਾਣਾ ਲਿਆ ਤਾਂ ਚੁੱਲ੍ਹੇ ਉੱਤੇ ਚਾਹ ਬਣ ਰਹੀ ਸੀ। ਚਾਹ ਪੀ ਕੇ ਨੰਦਕੌਰ ਨੇ ਗੱਜਣ ਨਾਲ ਇੱਧਰ ਉੱਧਰ ਦੀਆਂ ਗੱਲਾਂ ਕੀਤੀਆਂ। ਦਿਨ ਦਾ ਛਪਾ ਹੋ ਗਿਆ, ਕੁੜੀਆਂ ਰੋਟੀ ਟੋਕ ਕਰਨ ਲੱਗ ਗਈਆਂ ਤੇ ਗੱਜਣ ਖੂਰੇ ਖੁਹਾਰੇ ਮਾਰਦਾ ਪਿੰਡ 'ਚੋਂ ਬਾਹਰ ਨੂੰ ਤੁਰ ਗਿਆ। ਉਹਨੂੰ ਪਤਾ ਹੀ ਪਿੰਡ ਦੇ ਬਾਹਰ ਖੋਖਾ ਦੇਖ ਲਿਆ ਸੀ ਉਹਨੇ, ਲੱਤ ਜਿੱਡੀ ਬਾਂਹ ਉਹਨੇ ਖੋਖੇ 'ਚ ਨੂੰ ਕਰਤੀ ਤੇ ਅੰਦਰੋਂ ਪਟੇਰਾ ਫੜ ਕੇ ਛਕ ਕੇ ਤੇ ਆ ਗਿਆ। ਆ ਕੇ ਖੰਗੂਰੇ ਮਾਰਦਾ, ਫੇਰ ਲੰਘਿਆ ਜਾਵੇ ਗੁਆਂਢਾ, ਫੇਰ ਕਹਿੰਦੀ ਲਾਖਾ ਜਾ ਹੁਣ ਫੇਰ ਆ ਗਿਆ, ਢਹਿ ਜਾਣਾ, ਪਹਿਲਾਂ ਗਿਆ ਸੀ ਹੁਣ ਮੁੜ ਕੇ ਆ ਗਿਆ। ਚੱਲ ਤੇਰੇ ਤਾਂ ਨਹੀਂ ਘਰੇ ਵੜਦਾ, ਐ ਘੁੰਮ ਕੇ ਜਾ। ਗੱਜਣ ਨੇ ਜਾਣੀ ਇਉਂ ਹੀ ਕਿਹਾ। ਅੰਦਰ ਆ ਕੇ ਮੱਥਾ ਟੇਕਦਾ, ਫੇਰ ਬੇਬੇ ਆ ਜਾ ਪੁੱਤ ਆ ਜਾ, ਤੱਤੀ ਤੱਤੀ ਰੋਟੀ ਖਾ ਲਾ ਹੁਣੇ। ਤੇ ਨੰਦਕੌਰ ਨੇ ਮੰਜੇ ਕੋਲ ਰੱਖੇ ਨਿੱਕੇ ਮੇਜ਼ ਤੇ ਰੋਟੀ ਦੀ ਥਾਲੀ ਧਰ, ਨਿੱਕੀ ਵਾਟੀ ਸ਼ੱਕਰ ਉੱਤੇ ਦੀ ਘਿਓ ਤਾਰੀਆਂ ਮਾਰਦਾ ਸੀ। ਆਜੀ ਖਾਲੀ ਕੌਲੀ ਲਿਆਓ, ਆ ਮਿੱਠਾ ਇੰਨਾ ਨਹੀਂ ਮੇਤੋਂ ਖਾਧਾ ਜਾਣਾ। ਨਾ ਸਾਊ ਇਹ ਕਿਤੇ ਕੋਈ ਬਾਹਲਾ, ਨਾਲੇ ਪਰੌਠੀ ਚਾਹੀਦੀ ਆ ਪੁੱਤ, ਠੰਡਾ ਇਹਦੇ 'ਚ ਬਹੁਤ, ਲੱਖੋ ਕੌਲੀ ਲੈ ਆਈ। ਗੱਜਣ ਉਹਦੇ ਚਿਹਰੇ ਵੱਲ ਝਾਕਿਆ, ਉਹਨੂੰ ਲੱਗਿਆ, ਉਹਦਾ ਮਨ ਸੀ ਚੰਦਕੌਰ ਸੱਦਣੀ ਆ। ਉਹਨੇ ਕਹਿਣਾ ਆਹ ਕਿਹੜੀ ਆ ਗਈ। ਸ਼ੱਕਰ ਉਹਨੇ ਅੱਧ ਤੋਂ ਵੱਧ ਘੱਟ ਕਰਤੀ। ਦਾਲ ਠੀਕ ਸੀ, 4 ਰੋਟੀਆਂ ਖਾਧੀਆਂ ਘਰ 'ਚ ਉਹਨੇ, 5-5 6-6 ਖਾਂਦਾ। ਨਾਲੇ ਰੋਟੀਆਂ ਪ੍ਰਤਾਪੀ ਦੀਆਂ ਰੋਟੀਆਂ ਨਾਲੋਂ ਕੋ ਪਤਲੀਆਂ ਸੀ, ਪਰ ਉਹਨੂੰ ਧੁਰਕੀ ਸੀ ਵੀ ਰੋਟੀ ਦੀ ਨਹੀਂ ਗੱਲ, ਇੱਕ ਰੋਟੀ ਦਾ 4 ਦਿਓ ਤਾਂ ਨਾਲ ਥੋੜਾ ਜਿਹਾ 4 ਦਿਓ। ਕੁੜੀ ਲੱਖੋ ਫੇਰ 4 ਲੈ ਕੇ ਆ ਗਈ। ਉੱਪਰ ਨੂੰ ਝਾਕਿਆ ਹਨੇਰੇ 'ਚ, ਬੇੜਾ ਬਹਿ ਗਿਆ। ਹੱਥ ਨੇ ਮੰਜਾ ਬੈਠ ਕੇ ਡਾਹਤਾ। ਰਾਤ ਨੂੰ ਘਰ ਦਾ ਬੰਦਾ ਕੋਈ ਨਹੀਂ ਸੀ ਉਹਦੇ ਕੋਲ ਪੈਣ ਨੂੰ। ਦੁੱਖ ਨਿਬੇੜ ਕੇ ਨੰਦਕੌਰ ਦੁੱਧ ਦਾ ਛੰਨਾ ਭਰਿਆ ਤੇ ਪੱਕਾ ਮਿੱਠਾ ਪਾ ਕੇ ਗੱਜਣ ਦੇ ਸਰਾਣੇ ਬੋਲੀ, ਸੌਂ ਗਿਆ ਸਾਊ। ਉਹ ਜਾਗਦਾ ਪਿਆ, ਸੋਚਿਆ ਸੀ ਗੱਲ ਤਾਂ ਕੋਈ ਤੁਰਿਓ ਨਹੀਂ, ਹੁਣ ਕੱਲ ਨੂੰ ਮੁੜਨਾ ਪੈਣਾ। ਛੰਨਾ ਫੜ ਕੇ ਭੁੰਜੇ ਧਰ ਲਿਆ, ਦਿੱਤਾ ਸੀ। ਕਹਿੰਦਾ ਬਹਿ ਜਾਓ ਜੀ ਤੁਸੀਂ, ਮਾਸੀ ਬਹਿ ਜਾ। ਨੰਦਕੌਰ ਪੈਰਾਂ ਵਾਲੇ ਪਾਸੇ ਬਹਿ ਗਈ। ਅੱਛਾ ਚੰਦਕੌਰ ਦਾ ਬਣਿਆ ਜੀ ਕੁਛ ਨਾ ਸਾਊ, ਇਹ ਕਈ ਥਾਂ ਗੱਲ ਚੱਲੀ ਆ, ਸਿਰੇ ਨਹੀਂ ਚੜ੍ਹਦੀ, ਕਰਮੀ ਮਾੜੇ ਨੇ ਚੱਲ ਰਹੀ ਹੈ। ਇਉਂ ਤਾਂ ਮਾਸੀ ਜੀ ਉਮਰ ਲੰਘ ਜੂ ਇਹਦੀ ਵਿਚਾਰੀ ਦੀ। ਗੱਜਣ ਨੇ ਹਮਦਰਦੀ ਦਿਖਾਈ। ਹਾਂ ਭਾਈ, ਪਰ ਜੇ ਕੋਈ ਗੱਲ ਚੱਲੇ ਤਾਂ ਹੀ ਹੈ ਭਾਈ, ਕਿਸਮਤ ਕਰੇ। ਤੂੰ ਭਾਈ ਅੱਜ ਕਿੱਧਰ ਆਇਆ ਸੀ ਇੱਧਰ? ਮੈਂ ਤਾਂ ਮੰਡੀ ਆਇਆ ਸੀ, ਮੇਰੇ ਚਿੱਤ 'ਚ ਆਇਆ ਵੀ ਕੁਦਰਤੀ ਜੀ ਕੀਤਾ, ਮੈਂ ਕਿਹਾ ਲਹਿਰਾ ਹੀ ਗੇੜਾ ਮਾਰਿਆ ਕਰੀਏ, ਜੇ ਮਾ ਕੇ ਆਵਾਂ। ਜੇ ਮੇਰਾ ਭਾਈ ਵਿਆਹਿਆ ਹੁੰਦਾ ਫੇਰ ਵੀ ਮੈਂ ਜਾਂਦਾ ਹੀ। ਕੀ ਆ ਜੇ ਭਾਈ ਮੁੱਕ ਗਿਆ, ਲਹਿਰਾ ਤਾਂ ਉੱਥੇ ਹੀ ਆ, ਚੰਦਕੌਰ ਉੱਥੇ ਆ, ਮਾਸੀ ਸਾਡੀ ਉੱਥੇ ਆ। ਚੰਗਾ ਕੀਤਾ ਸਾਊ। ਕਦੇ ਉਹ ਭਾਈ ਕਹਿੰਦੀ, ਕਦੇ ਸਾਊ ਕਹਿੰਦੀ। ਕੁੜੀ ਵਾਲਾ ਰਿਸ਼ਤਾ ਦਿਮਾਗ 'ਚ ਆਉਂਦਾ, ਸਾਊ ਮੂੰਹ 'ਚੋਂ ਨਿਕਲਦਾ। ਉਹਦੇ ਲਈ ਸੁਧਾਰਨ ਆ ਗਿਆ, ਮਹਿਮਾਨ ਹੁੰਦਾ ਤਾਂ ਭਾਈ। ਗੱਜਣ ਕਦੇ ਮਾਸੀ ਕਹਿੰਦਾ, ਕਦੇ ਮਾਸੀ ਜੀ ਕਹਿੰਦਾ, 1 ਵਾਰ 2 ਵਾਰ ਬੇਬੇ ਵੀ ਕਹਿ ਗਿਆ। ਉਹਨੇ ਛੰਨਾ ਮੂੰਹ ਲਾ, ਨੰਦ ਕੌਰ ਨੇ ਉਹਨੂੰ ਟੋਇਆ,
ਤੂੰ ਹੀ ਦੱਸ ਭਾਈ ਕੋਈ ਜਗ੍ਹਾ ਮੈਂ ਤਾਂ ਹੰਬ ਕੀ ਪੁੱਤ ਲੱਭਦੀ ਜਗ੍ਹਾ ਤਾਂ ਮਿਲ ਜੂ ਮਾਸੀ ਐ ਕਿਤੇ ਚੰਦ ਕੋਲ ਬੈਠੀ ਰਹਿ ਜੂ ਰੱਬ ਆਪੇ ਵਿਦਾ ਮਿਲਦਾ ਆਜੂ ਉਹ ਵੀ ਘੜੀ ਮੈਂ ਵੀ ਦੇਖੂੰਗਾ। ਉੱਥੇ ਹੱਥ ਦੇ ਨਾਲ ਗੱਜਣ ਨੇ ਮੁੱਛਾਂ ਪਿੱਛੇ ਨੂੰ ਮੋੜੀਆਂ ਦੋਨੇ ਮੁੱਛਾਂ ਤੇ ਹੱਥ ਫੇਰ ਕੇ ਘੂਰਾ ਮਾਰ ਕੇ ਉਹਨੇ ਦੇਖਿਆ ਵੀ ਦੁੱਧ ਤੇ ਮਲਾਈ ਆ ਗਈ। ਲੋਕ ਤਾਂ ਭਾਈ 100 ਗੱਲਾਂ ਬੋਲਦੇ ਕੀ ਕਰੀਏ ਕਿਤੇ ਵੀ ਹੱਥ ਨਹੀਂ ਪੈਂਦਾ। ਜਿਹੜੀ ਰੱਬ ਨੇ ਕਰਤੀ ਬੰਦੇ ਦੀ ਕੀਤੀ ਨੂੰ ਤਾਂ ਬੰਦਾ ਸਮਾਰ ਸਕਦਾ ਹੈ ਰੱਬ ਦੀ ਕੀਤੀ ਨੂੰ ਕੌਣ ਸਮਾਰੇ। ਹੁਣ ਉਹੀ ਆ ਭਾਈ ਕਰਨ ਵਾਲਾ ਸੱਚਾ ਪਾਤਸ਼ਾਹ। ਮਾਸੀ ਜੀ ਮੇਰੀ ਇੱਕ ਮੰਨੇਗੀ ਦੱਸ ਆਊ ਮੰਨੂਗੀ ਕਿਉਂ ਨਹੀਂ। ਦੇਖ ਤੈਨੂੰ ਲੱਗੇ ਚਾਹੇ ਚੰਗੀ ਤੈਨੂੰ ਲੱਗੇ ਮਾੜੀ ਤੂੰ ਚੰਦ ਕੋ ਨੂੰ ਵੀ ਪੁੱਛ ਲਈ ਛੋਟਾ ਮੂੰਹ ਵੱਡੀ ਬਾਤ ਹੈ। ਮੈਨੂੰ ਕਹਿੰਦੇ ਸੰਗ ਵੀ ਲੱਗਦੇ ਮੇਰੇ ਮੂੰਹ ਤੇ ਗੱਲ ਆਉਂਦੀ ਬਾਹਰ ਨਹੀਂ ਨਿਕਲਦੀ। ਮਾਸੀ ਜੀ ਸੰਗਣ ਦੀ ਕਾਹਦੀ ਲੋੜ ਹੈ ਸਾਡੀ ਪੱਖ ਦੀ ਕਰੇਗਾ ਤੂੰ ਦੱਸ ਨਿਸੰਗ ਹੋ ਕੇ। ਕੁੜੀਆਂ ਦੁੱਧ ਬਾਅਦ ਮੁਕਾ ਕੇ ਕੋਠੇ ਤੇ ਚਲ ਗਈਆਂ ਉਹ ਉੱਥੇ ਪੈਂਦੀਆਂ। ਗੱਜਣ ਨੇ ਦਿਲ ਕਰੜਾ ਕੀਤਾ ਗੱਜਣ ਤੇ ਗੱਲ ਮੂੰਹ ਚ ਆਵੇ ਮੁੜ ਜੇ ਗੱਲ ਕਹਿਣ ਨੂੰ ਵੀ ਆਇਆ ਸੀ। ਨਸ਼ਾ ਵੀ ਖੋਟਾ ਹੁੰਦਾ ਜਾਂਦਾ ਹੈ ਤੇ ਉਹਨੂੰ ਐ ਸੀ ਕਿ ਰੜਕਦੀਆਂ ਨਾ ਰਹਿ ਜਾਣ ਸਵੇਰੇ ਗੱਲ ਨਹੀਂ ਹੋਣੀ। ਹੁਣ ਤਾਂ ਹਨੇਰੇ ਚ ਗੱਲ ਹੋ ਜੂ ਮੂੰਹ ਵੀ ਨਹੀਂ ਦਿਖਦਾ ਮਾਸੀ ਦਾ ਘੁੱਟ ਲਾਈ ਵੀ ਹੋਈ ਹੈ। ਕਰਾਂ ਫਿਰ ਮਾਸੀ 100 ਦੀ ਇੱਕ ਹਾਂ ਬੁੱਤ ਕਰ ਜੇ ਚੰਦਕੌਰ ਨੂੰ ਮੈਂ ਹੀ ਲੈ ਜਾ ਦੋ ਕਿਹੜਾ ਹੁੰਦੀ ਆ ਨਹੀਂ ਮੈਂ ਇਹਨੂੰ ਪ੍ਰਤਾਪੀ ਨਾਲੋਂ ਵੱਧ ਰੱਖੂ। ਜਿਵੇਂ ਕਵੀਸ਼ਰ ਬੋਲਦੇ ਨਾ ਤੇਜ਼ ਬੋਲ ਗਿਆ ਗੱਜਣ ਆਨੰਦ ਕੌਰ ਦੇ ਸਿਰ ਤੇ 100 ਘੜਾ ਪਾਣੀ ਦਾ ਪੈ ਗਿਆ। ਗੱਜਣ ਦੀ ਗੱਲ ਸੁਣ ਕੇ ਸੁਣੋਗੀ ਜੀਭ ਠਾਕੀ ਗਈ ਉਹਦੇ ਮੂੰਹ ਚ ਜਵਾਬ ਨਾ ਗੱਜਣ ਪਰ ਪਤਾ ਨਹੀਂ ਕਿਹੜੀਆਂ ਨਜ਼ਰਾਂ ਝਾਕੀ ਜਾਂਦੀ। ਹੌਲੀ ਦੇ ਕੇ ਬੇਬੇ ਜਦ ਉੱਠੀ ਤਾਂ ਕਹਿੰਦੀ ਪਾਣੀ ਰੱਖ ਜਾ ਭਾਈ ਕੀ ਆ ਰਾਤ ਨੂੰ ਤੇ ਪਾਣੀ ਦੀ ਤਾਂ ਜੀ ਹੁਣ ਜ਼ਰੂਰਤ ਹੀ ਹੈ ਕੀ ਹੈ ਕਿਤੇ ਪਾਣੀ ਦੀ ਜ਼ਰੂਰਤ ਪੈ ਜਾਏ ਮੈਨੂੰ ਰਾਤ ਨੂੰ। ਗੱਜਣ ਨੇ ਖੇਸ ਦੀ ਤਹਿ ਖੋਲੀ ਵਿੱਚ ਨੂੰ ਲੱਤਾਂ ਤੱਕਦੀ। ਗੱਜਣ ਨੂੰ ਚੇਤਾ ਵੀ ਨਹੀਂ ਸੀ ਕਿ ਅਚਾਨਕ ਬਾਪੂ ਮਰ ਜੂ ਮੰਜੇ ਤੇ ਪੈ ਕੇ ਮਰਦਾ ਤਾਂ ਲਿਖਤ ਪੜਤ ਕਰਵਾ ਦਿੰਦਾ। ਜੱਟ ਨੂੰ ਜ਼ਮੀਨ ਤੋਂ ਉੱਪਰ ਕੋਈ ਨਹੀਂ ਰਾਤ ਨੂੰ ਪਿਆ ਵੀ ਸੋਚੇ ਮਰਨਾ ਤਾਂ ਹੈਗਾ ਸੀ ਬੁੜਾ ਜੇ ਚੰਗਾ ਭਲਾ ਪਹਿਲਾਂ ਗੱਲ ਕਰ ਦਿੰਦਾ ਕੋਈ ਵਸੀਅਤ ਤੇ ਕਰਾਦਾ ਜ਼ਮੀਨ ਦਾ ਇੰਤਕਾਲ ਤਿੰਨਾਂ ਦੇ ਨਾਂ ਚੜ ਗਿਆ। ਗੱਜਣ ਉਹਦੀ ਭੈਣ ਭਾਨੋ ਤੇ ਚਾਨਣ ਦੀ ਵਿਧਵਾ ਚੰਦ ਕੌਰ ਪੱਟੇ ਜਾਵਾਂਗੇ 16 ਘਮਾਂ ਜ਼ਮੀਨ ਹੈ। ਚਲੋ ਜੀ ਸਾਰੀ ਰਾਤ ਲੰਘ ਗਈ ਸਵੇਰੇ ਮੱਥਾ ਟੇਕ ਕੇ ਚੰਗਾ ਮਾਸੀ ਮੈਂ ਤਾਂ ਚੱਲਦਾ ਫਿਰ ਤੁਸੀਂ ਦੇਖ ਲਿਓ ਵਿਚਾਰ ਕਰ ਲਿਓ। ਮੂਹਰਿਓਂ ਬੋਰਾ ਨਾ ਬੋਲੀ ਝੋਕ ਕੇ ਗੋਡੀ ਹੱਥ ਲਾਇਆ ਪਿੰਡ ਆ ਗਿਆ। ਪਿੰਡ ਇੱਕ ਰਾਤ ਰਿਹਾ ਫੇਰ ਉਹਦੇ ਮਨ ਚ ਆ ਗਿਆ ਵੀ ਬਦਰੇ ਵਾਲਿਆਂ ਦੇ ਫੁੱਫੜਾਂ ਵੱਲ ਗੇੜ ਮਾਰੀਏ। ਹੁਣ ਐ ਹੋਣਾ ਤੇ ਬਦਰੇ ਵਾਲੇ ਫੁੱਫੜ ਦੀ ਸਕੀ ਭੈਣ ਆਨੰਦ ਕੌਰ ਫੁੱਫੜ ਦੀ ਪ੍ਰਤਾਪੀ ਦੀ ਭੈਣ ਭੂਆ ਬਦਰੇ ਵਿਆਹੀ ਹੋਈ ਸੀ। ਭੂਆ ਦੀ ਨੰਦ ਦੀ ਕੁੜੀ ਸੀ ਚੰਦ ਕੌਰ। ਉਹਨੇ ਕਿਹਾ ਵੀ ਫੁੱਫੜਾਂ ਵੱਲ ਨੂੰ ਚੱਲੀਏ ਫੁੱਫੜ ਆਪਣੀ ਭੈਣ ਨੂੰ ਕਹਿਣ ਤੇ ਫੇਰ ਗੱਲ ਬਦਰੇ ਵਾਲਿਆਂ ਦੇ 4 ਸੀ ਇੱਕ ਉਹਨਾਂ ਚ ਛੜਾ ਸੀ ਉਹਨੂੰ ਬੰਤ ਬੁੱਚਾ ਕਹਿੰਦੇ ਠੱਗੀਆਂ ਮਾਰਦਾ 7 ਬੜੇ ਤਖਤ ਪੋਸ਼ ਤੇ ਸਾਫਾ ਲਾ ਕੇ ਬਹਿਦਾ ਬਡਰੂਪ ਲੱਗਦਾ। ਉਹਦਾ ਇੱਕ ਕੰਨ ਨਹੀਂ ਸੀ ਕੰਨ ਦੀ ਗਲੀ ਤਾਂ ਸੀ ਉਤਲਾ ਹਿੱਸਾ ਨਹੀਂ ਸੀ ਜਿਵੇਂ ਜਮਾਂਦਰੂ ਸੀ। 7 ਵਿੱਚ ਇਉਂ ਬੈਠੇ ਨੂੰ ਛੋਟੇ ਮੁੰਡੇ ਛੇੜਦੇ ਹੱਸ ਕੇ ਭੱਜਦੇ ਬੰਤ ਬੁੱਚਾ ਹੋਏ ਐ ਕਹਿ ਕੇ ਭਾਈ ਜੇ ਇਹਦੇ ਮੁਰਕੀ ਪਾਉਣੀ ਹੋਵੇ ਆਹ ਕੰਨ ਚ ਇਹ ਕਿਵੇਂ ਪਾਊ ਇਹਦੇ ਨਹੀਂ ਪੈਣੀ ਇੱਕ ਚ ਪਾਊ। ਜਦ ਜਵਾਕ ਕਹਿੰਦਾ ਤਾਂ ਬੰਤ ਛੜਾ ਸੀ ਆਪਣੀ ਬੇਬੇ ਨੂੰ ਭੇਜੀ ਉਹ ਪਾ ਕੇ ਜਾਊ ਦੋਨਾਂ ਚ ਤੇ ਉਹਦੇ ਨਾਲ ਲੈਂਦੇ ਨੇ ਪੰਗਾ ਉੱਚੀ ਦੇ ਕੇ ਬੰਤ ਬੁੱਚਾ ਕਹਿੰਦਾ ਜਵਾਕ ਹਿੜ ਕਰਕੇ ਭੱਜ। ਬੰਤ ਨੇ ਛੋਟੇ ਹੁੰਦੇ ਬੱਕਰੀਆਂ ਚਾਰੀਆਂ ਜਵਾਨੇ ਪਹਿਰੇ ਭੇਡਾਂ ਰੱਖੀਆਂ ਸ਼ਰਾਬ ਵੀ ਕੱਢੀ ਤੌੜੇ ਪਾਉਂਦਾ ਭੇਡਾਂ ਵੇਚਦੀਆਂ ਫੇਰ ਇਸੇ ਕੰਮ ਤੇ ਹੋ ਗਿਆ। ਠੇਕੇਦਾਰਾਂ ਨੇ ਕਈ ਵਾਰ ਤੌੜਾ ਤੜਵਾਇਆ ਪੈਸੇ ਲੈ ਕੇ ਛੱਡ ਦਿੰਦੇ ਤੇ ਦਾਰੂ ਦਾ ਕੰਮ ਛੱਡਿਆ ਫੀਮ ਵੇਚਣ ਲੱਗ ਗਿਆ। ਪਸ਼ੂਆਂ ਦੇ ਸੌਦੇ ਕਰਾਉਂਦਾ ਖਾ ਜਾਂਦਾ ਪਿੱਛੋਂ ਗੁਰਦੁਆਰੇ ਜਾ ਕੇ ਨੇਮ ਚੱਕਣਾ 1 ਮਿੰਟ ਦਾ ਕੰਮ ਸੀ। ਬਾਹਲੀ ਬਹਿਸ ਹੁੰਦੀ ਖੜਾ ਬਾਬੇ ਧੀਰੂ ਦੀ ਸਮਾਧ ਵੱਲ ਹੱਥ ਕਰ ਦਿੰਦਾ ਜੇ ਝੂਠ ਹੋਵੇ ਮੈਨੂੰ ਬਾਬਾ ਪੱਟੇ ਜਾਂ ਕਹਿਣ ਵਾਲੇ ਨੂੰ ਪੱਟੇ। ਪਿੱਛੇ ਬੜੇ ਬੰਦੇ ਖੜੇ ਗਏ ਤੇਰਾ ਕੀ ਪੱਟ ਲੂ ਨਾ ਰੰਨ ਨਾ ਕੰਨ ਤੂੰ ਕੱਲਾ ਕਿਉਂ ਨਹੀਂ ਮੇਰਾ ਸਰੀਰ ਆ ਦੇਖ ਤਾਂ ਕਿੱਡਾ ਬੰਦਾ ਖੜਾ ਕਿਸੇ ਦੀ ਮੰਨਤ। ਵੱਡੇ ਭਰਾ ਨੂੰ ਪ੍ਰਤਾਪੀ ਦੀ ਭੂਆ ਵਿਆਹੀ ਸੀ ਬੰਤੋਂ ਤੋਂ ਛੋਟਾ ਸੀ ਛੋਟੇ ਦੋਨੇ ਇੱਕੋ ਘਰ ਸੀ ਫਿਰ ਅੱਡ ਹੋ ਗਏ। ਪ੍ਰਤਾਪੀ ਦੀ ਭੂਆ ਤੋਂ ਤਿੰਨਾਂ ਦਾ ਅੱਡ ਚੁੱਲ੍ਹਾ ਅੱਡ ਖੇਤੀ ਦਾ ਕੰਮ ਛੜਾ ਸਭ ਤੋਂ ਛੋਟੇ ਕੀਤੂ ਦੇ ਚੁੱਲ੍ਹੇ ਤੇ ਰਹਿੰਦਾ। ਕੀਤੂ ਨਾਲ ਪਿਓ ਕੀਤੂ ਦੇ ਘਰ ਵਾਲੀ ਦੇਸੀ ਘਿਓ ਦੀ ਚੂਰੀ ਉਹਨੂੰ ਕੁੱਟ ਕੇ ਦਿੰਦੀ। ਉਹਨੂੰ ਪਤਾ ਸੀ ਜ਼ਮੀਨ 4 ਕਿੱਲੇ ਆਉਂਦੀ ਆ ਕਿਤੇ ਨਹੀਂ ਜਾਣਦਾ।
ਕਦੇ ਕਦੇ ਉਹ ਬੜੀ ਨੂੰ ਗਾਲਾਂ ਕੱਢਦਾ ਪ੍ਰਤਾਪੀ ਦੀ ਭੂਆ ਨੂੰ, ਮਾਲਾ ਵਾਲੀ ਤਾਂ ਡੈਣ ਆ ਡੈਣ, ਇਹ ਤੋਂ ਰੱਬ ਡਰੇ, ਇਹਨੇ ਆ ਕੇ ਸਾਰਾ ਘਰ ਖਖੜੀਆਂ ਕਰੇਲੇ ਕਰਤਾ, ਕੱਲੇ ਕੱਲੇ ਕਰਤੇ, ਮੈਨੂੰ ਤਾਂ ਇੱਕ ਦਿਨ ਸਿੱਧੇ ਮੂੰਹ ਰੋਟੀ ਨਹੀਂ ਫੜਾਈ। ਐਡੀ ਮਾੜੀ ਪੁੱਠੇ ਪੈਰ ਵਾਲੀ ਤੁਰਦੀ ਦੇਖ, ਪੈਰ ਬਾਹਰ ਨੂੰ ਕਰਕੇ ਤੁਰਦੀ ਆ, ਜਮਾ ਹੀ ਜਾੜ ਭਾਲਦੀ ਆ। ਬੁੱਚਾ ਕਈ ਵਾਰ ਬੜੀ ਤੇ ਔਖਾ ਹੁੰਦਾ। ਪ੍ਰਤਾਪੀ ਦੀ ਭੂਆ ਦੇ ਨੇੜੇ ਨਾ ਲੱਗਣ ਦਿੱਤਾ ਬੁੱਚਾ ਜਮਾ ਹੀ। ਬਹੁਤ ਸੁਨੱਖੀ ਸੀ ਪ੍ਰਤਾਪੀ ਦੀ ਭੂਆ। ਛੋਟੀ ਕੀਤੋ ਜਿਹੜੀ ਸੀ ਘਸਮੈਲੇ ਜੇ ਰੰਗ ਦੀ ਕੀਤੂ ਦੇ ਘਰ ਵਾਲੀ, ਉੱਥੇ ਰੋਟੀ ਦਾ ਟੁੱਕ ਮਿਲਣ ਲੱਗ ਗਿਆ। ਤੇ ਗੱਜਣ ਬਦਰੇ ਆਉਂਦਾ ਜਾਂਦਾ ਰਹਿੰਦਾ ਫੁੱਫੜ ਕੋਲ, ਬਦਰੇ ਨਾਲ ਬੁੱਚੇ ਨਾਲ ਬਣਦੀ। ਬੁੱਚਾ ਕਈ ਵਾਰ ਦੱਸੀ ਕਦੇ ਜਵਾਈ ਭਾਈ ਆ ਜਿੱਦਣ ਦੱਸੀ, ਪਰ ਤੂੰ ਜਾਣ ਇਹ ਦੇਖ ਲਈ ਵੇਚ ਵੇਚ ਬੰਦੇ ਖਾਧੇ, ਇੰਨੀ ਪਵਰ ਆ ਮੇਰੇ ਚ। ਬੰਤ ਕਈ ਵਾਰ ਫੜ ਮਾਰਾ, ਚੰਗਾ ਫੁੱਫੜਾ ਦੇਖ ਲਾਂਗੇ, ਵਰਤ ਲਾਂਗੇ ਤੇਰੇ, ਕਦੇ ਤੇਰੇ ਨਾਲ ਗੱਲ ਕਰ ਲਾਂਗੇ। ਜਦ ਉਹਨਾਂ ਦੀ ਭੈਣ ਆਨੰਦ ਕੌਰ ਰੰਡੀ ਹੋ ਗਈ ਤਾਂ ਉਹ ਲਹਿਰੇ ਬਹੁਤ ਜਾਂਦਾ। ਬੰਤ ਬੁੱਚੇ ਨੂੰ ਸਾਰਾ ਪਿੰਡ ਮਾਮਾ ਕਹਿੰਦਾ। ਤੇ ਅੱਜ ਰਾਤ ਨੂੰ ਪੈ ਨੂੰ ਗੱਜਣ ਨੂੰ ਬੰਤ ਬੁੱਚਾ ਯਾਦ ਆਇਆ ਵੀ ਮਾਮੇ ਕੋਲ ਫੁੱਫੜ ਕੋਲ ਚੱਲ। ਤੇ ਦੂਜੇ ਦਿਨ ਪ੍ਰਤਾਪੀ ਨੂੰ ਕਹਿੰਦਾ ਮੈਂ ਤਾਂ ਫੁੱਫੜ ਨੂੰ ਮਿਲ ਕੇ ਆਉਣਾ। ਜਦੇ ਹੀ ਭੂਆ ਦੇ ਪ੍ਰਤਾਪੀ ਦੇ ਭੂਆ ਦੇ ਸਹੁਰਿਆਂ ਨੂੰ ਤੁਰ ਗਿਆ। ਸਿੱਧਾ ਹੀ ਗਿਆ ਤਾਂ ਘਰੇ ਪਹੁੰਚਿਆ। ਘਰੇ ਪਹੁੰਚ ਕੇ ਪਤਾ ਕੀਤਾ ਵੀ ਫੁੱਫੜ ਤਾਂ ਬਾਹਰਲੀ ਮੰਦਿਰ ਦੇ ਥੱਲੇ ਇੱਕ ਜਿਹੜੀ ਬੜੀ ਬਣੀ ਹੋਈ ਹੈ, ਇੱਕ ਮੰਦਿਰ ਦੇ ਨਾਲ ਕੁਟੀਆ ਦੇ ਬਾਹਰਲੇ ਪਾਸੇ ਜਿਹੜੀ ਜਗ੍ਹਾ ਹੈ, ਉੱਥੇ ਬੈਠੇ ਤਾਸ਼ ਖੇਡਦੇ। ਸਿੱਧਾ ਹੀ ਗਿਆ ਜਾ ਕੇ, ਹਲੇ ਪੌੜੀਆਂ ਚੜ੍ਹਦੇ ਸੀ, ਬੰਤ ਦੇਖ ਲਿਆ ਬੁੱਚਾ ਖੇਲਣ ਲੱਗਿਆ ਹੈ ਕਿਸੇ ਨਾਲ ਦੂਸਰ ਚ, ਤਾਂ ਸਰਾ ਕੁੱਟਣ ਲੱਗਿਆ ਜਾ ਕੇ। ਸਤਿ ਸ੍ਰੀ ਅਕਾਲ ਫੁੱਫੜਾ। ਜਦ ਉੱਪਰ ਦੇਖਿਆ ਬੱਲੇ ਗੱਜਣ ਸਿੰਘ ਕਿਵੇਂ ਆ। ਜਦੇ ਯਾਦ ਆ ਗਿਆ ਬੁੱਚੇ ਨੂੰ ਵੀ ਅੱਜ ਦੀ ਆਥਣ ਕਲਾਰੀ ਹੋ ਗਿਆ। ਕਦ ਕਾਇਆ ਬਾ ਹੁਣੇ ਤੁਰਿਆ, ਬਸ ਨਿਬਾੜਦੀ ਬਾਜੀ, ਚੱਲਦੇ ਆ। ਰਾਹ ਚ ਬੰਤ ਨੇ ਫਸਲੀ ਬਾਤ ਪੁੱਛੀ, ਕਾਲਾ ਪਿਆ ਸੀ ਵੀ ਇਹ ਕਿਵੇਂ ਆ ਗਿਆ। ਘਰੇ ਜਾ ਕੇ ਬੈਠ ਕੇ ਚਾਹ ਦੀ ਘੁੱਟ ਪੀਤੀ। ਕੀਤੂ ਘਰੇ ਸੀ, ਕੀਤੂ ਦੀ ਬਹੂ ਨੇ ਚਾਹ ਧਰ ਲਈ। ਪਹਿਲਾਂ ਇਉਂ ਦੱਸ ਆਇਆ ਕਿਵੇਂ ਆ। ਉਹਨੇ ਚਾਦਰਾ ਗੋਡਿਆਂ ਦੇ ਸੰਨ ਚ ਦੇ ਲਿਆ। ਬਹੁ ਹੀ ਚਿੱਤ ਸੀ, ਮੈਂ ਕਿਹਾ ਮਿਲਿਆ ਹੀ ਫੁੱਫੜ ਨੂੰ, ਇੰਨੀ ਰਾਰੀ ਗੱਲ ਹੈ। ਕੰਮ ਹੋਊ ਕੋਈ। ਬੁੱਚਾ ਸੱਤ ਪਤਣਾ ਦਾ ਕੰਮ ਧੰਦਿਆਂ ਕਿੱਥੇ ਨਿਕਲ ਹੁੰਦਾ ਫੁੱਫੜਾ। ਫਿਰ ਮੈਂ ਕਿਹਾ ਜਿਆਦਾ ਚੰਨਣ ਮੁੱਕਿਆ, ਮਨ ਨਹੀਂ ਸੀ। ਮੈਂ ਕਿਹਾ ਜਾ ਤਾਂ ਆਈਏ, ਨਾਲੇ ਸਕੀਰੀ ਬਰਤਨ ਦੀ ਆ। ਉਹੀ ਤਾਂ ਮੈਂ ਕਹਿੰਦਾ ਕੰਮ ਕਿੱਥੇ ਨਿਕਲ ਦਿੰਦੇ ਨੇ। ਜਾਂ ਸੂਤ ਹੋ ਕੇ ਬੈਠ, ਉਕੜੂ ਜਿਹਾ ਕਿਉਂ ਬੈਠਾ, ਸਿੱਧਾ ਹੋ ਕੇ ਬੈਠ। ਪਰਲੇ ਨਾਲੇ ਐ ਚਾਹ ਚੂਹ ਤਾਂ ਪੀਣ, ਪਰਲੇ ਕਵਾੜ ਬਚਨਾ ਬੁੜਾ ਕੱਢਦਾ ਹੁੰਦਾ, ਚੰਗੀ ਚੀਜ਼ ਬਣਾਉਂਦਾ, ਉਹਦੇ ਕੋਲ ਜਾ ਕੇ ਆਉਣਾ। ਹਲੇ ਚਾਹ ਪੀਤੀ ਨਹੀਂ, ਪਹਿਲਾਂ ਹੀ ਗੱਲ। ਜਾਨੂੰ ਕੀਤੂ ਦੀ ਬਹੂ ਆ ਗਈ ਤਾਂ ਉਹ ਵੀ ਕੋਲ ਬਹਿ ਗਈ ਆ ਕੇ। ਹੁਣ ਦੇਖ ਲਾ ਭਾਈ ਗੱਜਣਾ, ਹਾਂ ਭੂਆ, ਉਹ ਉਹਨੂੰ ਭੂਆ ਹੀ ਕਹਿੰਦਾ। ਆ ਦੇਖ ਲਾ ਹੁਣ ਤੇਰੇ ਵਾਲਾ ਫੁੱਫੜ, ਇਹਦੇ ਪੈਰਾਂ ਹੇਠ ਅੱਗ ਮੱਚਦੀ ਆ, ਹੁਣ ਇਹਨੇ ਬਚਨੇ ਦੇ ਜਾਣਾ। ਬਹਿ ਜਾ, ਜਵਾਈ ਭਾਈ ਆਇਆ, ਹੀਲਾ ਕਰਨਾ ਪੈਣਾ, ਐ ਨੀ ਗੱਲ ਹੈ। ਪਰ ਜਾਨੂੰ ਲੈ ਆਇਆ ਅੰਦਰ ਵੜ ਕੇ, ਕੌਲੀ ਅਚਾਰ ਦੀ ਤੇ ਗੰਢੇ ਦੇ ਤੇ ਸੌਣ ਦਾ ਮਹੀਨਾ, 2-2 ਪੈਗ ਹਲੇ ਲੱਗੇ, ਦਾਰੂ ਚੰਗੀ ਸੀ। ਬੰਤ ਨੇ ਗੱਲ ਵਧਰਾਈ, ਹਾਂ ਹੁਣ ਦੱਸ ਬਈ ਸੂਤ ਹੋ ਗਏ, ਕੰਮ ਕੀ ਹੈ। ਉਹ ਮੈਂ ਉਹੀਓ ਮਿਲਣਾ ਆਇਆ ਫੁੱਫੜਾ। ਨਾ ਗੱਲ ਦੱਸ ਪਿਛਲੀ, ਬਸ ਇਹ ਬਲਦਾ ਫਿਰ ਕਹਾਣੀ ਤੇਰੇ ਹੱਥ ਹੈ। ਬੰਤ ਨੇ ਹੋਰ 2 ਗਲਾਸਾਂ ਚ ਪਾ ਲਈ। ਪਹਿਲਾਂ ਇਹ ਪੀ, ਅਜੇ ਕੱਚਾ ਹੈ, ਗੱਲ ਤੇਰੇ ਸੰਗ ਚੜੀ ਹੋਈ ਹੈ। ਤੇਰੇ ਅਰਗਿਆਂ ਨਾਲ ਮੈਂ ਜਾਂਦਾ ਰਿਹਾ, ਸਾਰੇ ਬਾਂਗਰ ਬਨਾਸ ਘੁੰਮਿਆ ਹੈ। ਗੱਲ ਵਿਚਲੀ ਦੱਸ। ਗੱਜਣੇ ਦਿਮਾਗ ਤੇ ਬੋਝ ਪਾਇਆ ਵੀ ਹੁਣੇ ਕਹਾਂ ਕਿ ਹਲੇ ਹੋਰ ਕੈੜਾ ਕਰਦੇ ਆ। ਤੇ ਗੱਲਾਂ ਕਰਦੇ ਕਰਦੇ, ਅੱਛਾ ਹੋਰ ਟੱਬਰ ਦਾ ਕੀ ਹਾਲ ਆ ਆਪਣੇ ਲਹਿਰੇ ਵਾਲਿਆਂ ਦਾ? ਬਸ ਕਾਹਦਾ ਹਾਲ ਹੈ, ਚੰਦਕੁਰ ਦਾ ਬਹੁਤ ਫਿਕਰ ਰਹਿੰਦਾ। ਕੋਈ ਧਾਜ ਦੀ ਧਰਦਾ ਦਹਾਜੂ ਕਹਿੰਦੇ ਨੇ। ਚੰਦਕੁਰ ਕੀ ਆਂਦੀ ਹੈ? ਗੱਜਣ ਨੇ ਕਿਹਾ। ਉਹਦੇ ਵਿਚਾਰੀ ਨੇ ਕੀ ਆਖਣਾ, ਜਿੱਥੇ ਬਿਠਾ ਦਾਂਗੇ ਤਾਂ ਬੈਠ ਜੂਗੀ। ਤਾਂ ਫਿਰ ਮੈਂ ਵੀ ਇਹੀ ਕੰਮ ਆਇਆ। ਗੱਜਣ ਨੇ ਜਦ ਗੱਲ ਕੀਤੀ, ਕਿਵੇਂ ਮੇਰੀ ਅਕਲ ਚ ਨਹੀਂ ਬੈਠੀ ਤੇਰੀ ਗੱਲ। ਵੈਸੇ ਵੀ ਤੂੰ ਆਪਦੀ ਭੈਣ ਨੂੰ ਮਨਾ, ਤੂੰ ਸਭ ਕਰ ਸਕਦਾ। ਕੰਨ ਦੇ ਕੋਲ ਉਹਨੇ ਬੁੱਚੇ ਦੇ ਕਿਹਾ, ਜਿਹੜੀ ਕੰਨ ਦੇ ਬਾਹਰਲਾ ਹਿੱਸਾ ਹੈ ਨਹੀਂ, ਉਹਦੀ ਗਲੀ ਦੇ ਕੋਲ ਗੱਜਣ ਨੇ ਮੂੰਹ ਕਰਕੇ ਗੱਲ ਕੀਤੀ ਜਿਵੇਂ ਸੀਟੀ ਵਜਾਉਂਦਾ ਹੁੰਦਾ। ਗੱਜਣਾ ਅੱਜ ਕਹਾਣੀਆਂ ਬਹੁਤ ਪੜਾਉਣਾ ਯਾਰ, ਗੱਲ ਕਰ ਸਿੱਧੀ ਤੂੰ। ਸਿੱਧੀ ਗੱਲ ਇਹ ਆ ਫਿਰ, ਆਹ ਸੱਚਾ ਪਾਤਸ਼ਾਹ ਦੇਖਦਾ ਚੰਦਕੌਰ ਨੂੰ ਪ੍ਰਤਾਪੀ ਨਾਲੋਂ ਤੋੜੀ ਰੱਖੂ।
ਇੰਨੀ ਉਹ ਤੇਜ਼ ਗੱਜਣ ਨੇ ਆਨੰਦ ਕੌਰ ਕੋਲ ਗੱਲ ਕੀਤੀ ਸੀ, ਲੈ ਤੂੰ ਇਹ ਸਿਰੇ ਲਾ ਦੇ, ਤੂੰ ਲਾ ਸਕਦਾ, ਬਸ ਤੇਰੇ ਕਰਨ ਦੀ ਗੱਲ ਆ, ਮੈਂ ਸਾਰੀ ਉਮਰ ਤੇਰੇ ਪੈਰ ਧੋਤੇ, ਪਿਉ ਫੁੱਫੜਾ ਉਹਦੇ ਪੈਰ ਵੱਲ ਨੂੰ ਗਿਆ। ਬਸ 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 ਬੰਤ ਨੇ ਸਿਰ ਦਾ ਸਾਫਾ ਲਾ ਲਿਆ, ਕੇਸਾਂ 'ਚ ਖੁਰਕ ਕੀਤੀ, ਬੁੱਚੇ ਕੰਦੇ ਗਲੀ 'ਚ ਚੀਚੀ ਪਾ ਲਈ, ਜਿਵੇਂ ਭੰਗੀਆਂ ਵਾਲੀ ਤੋਪ ਚਲਾਉਣੀ ਹੁੰਦੀ ਆ। ਗੱਜਣ ਵੱਲ ਕਨੱਖਾ ਝਾਕਿਆ, ਐ ਤਾਂ ਪ੍ਰਾਹੁਣਿਆ ਮੇਰੀ ਦਾਰੂ ਹੀ ਲਾਤੀ ਯਾਰ, ਹਾਕ ਤੂੰ ਕਿਹੜੀ ਗੱਲ ਕਰਤੀ, ਅਸੀਂ ਇੱਜ਼ਤਦਾਰ ਬੰਦੇ ਨਹੀਂ ਹੈ, ਤੂੰ ਵਿਆਹਿਆ ਹੋਇਆ, ਸਾਡੀ ਪਹਿਲਾ ਭਤੀਜੀ ਤੇਰੇ ਘਰ ਹੈ, ਉਧਰੋਂ ਸਾਡੀ ਭਾਣਜੀ ਅੜੰਗਣ ਨੂੰ ਫਿਰਦਾ ਤੂੰ, ਜਾਣੀ ਤੂੰ ਇਹ ਚੱਕਰ 'ਚ ਵੀ ਤੈਨੂੰ 16 ਘੁਮਾ ਦੇ ਵਿੱਚੋਂ ਕੁੜੀ ਨੂੰ ਜਿਹੜੀ 5 ਘੁਮਾ ਆਉਂਦਾ ਆ ਉਹ ਰਗੜ ਨੂੰ ਫਿਰਦਾ। ਬੁੱਚੇ ਨੇ ਗੱਲ ਸਿੱਧੀ ਕਰ, ਬੁੱਚਾ ਸੱਤ ਪਤਨਾ ਤਾਂ ਉਹ ਨਹੀਂ ਫੁੱਫੜਾ, ਉਹ ਜ਼ਮੀਨ ਦੀ ਨਹੀਂ ਯਾਰ ਗੱਲ ਕੋਈ, ਮੇਰੇ ਤੇ ਕੁੜੀ ਦਾ ਸੰਤਾਪ ਨਹੀਂ ਦੇਖ ਹੁੰਦਾ ਯਾਰ, ਉਹ ਗੱਲ ਨਹੀਂ ਸੁਣਦਾ ਵਿਚਲੀ ਗੱਲ, ਤੂੰ ਇਉਂ ਕਰ ਯਾਰ, ਹਲੇ ਤੂੰ ਕੱਚਾ, ਲੈ ਫੜ ਫੁੱਫੜਾ ਫੜ, ਤੂੰ ਇੱਕ ਦਾਰੂ ਦੀ ਬੋਤਲ ਹੋਰ ਲਿਆ। ਬੁੱਚਾ ਵੀ ਐਂ ਕਹਿੰਦਾ ਸੀ ਇੰਨੀ ਕੱਚੀ ਤੇ ਗੱਲ ਕਿਵੇਂ ਕਰ ਲਈਏ। ਉਹ ਨਾ ਨਾ ਦਾਰੂ ਤਾਂ ਬੇਆਮ ਪਈ ਆ ਘਰੇ, ਤੂੰ ਪੈਸੇ ਨਾ ਕੱਢ, ਜਮਾਈ ਪਾਈ ਆ। ਨਾ 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 ਇਹ ਨਹੀਂ ਗੱਲ। ਜਦ ਅੰਦਰਲੀ ਜੇਬ ਦੇ ਵਿੱਚੋਂ ਮੂਹਰੇ ਝੱਗੇ ਦੇ ਵਿੱਚ ਦੀ ਹੱਥ ਪਾ ਕੇ ਕੱਛ ਵਾਲੀ ਜੇਬ ਦੇ ਵਿੱਚੋਂ ਢਾਠੀ ਕੱਢੀ ਗੱਜਣ ਨੇ, ਢਾਠੀ ਖੋਲੀ, ਵਿੱਚ 100 ਦੇ ਗਾਂਧੀ ਵਾਲੇ ਨੋਟ, ਬੱਕਰੀ ਦੇ ਕੰਨ ਜਿੱਡੇ ਜਿੱਡੇ ਚੌੜੇ ਸੀ ਤੇ ਖਾਸੇ ਲਪੇਟੇ ਉਹਦੀ। ਬੁੱਚੇ ਨੇ ਨਿਗਾਹ ਮਾਰ, ਦਾਲ ਦੀ ਕੌਲੀ 'ਚ ਖਾਸਾ ਘਿਓ ਪਵਾ ਕੇ ਲੈ ਆਇਆ ਬਗੀਚੇ 'ਚ ਜਾ ਕੇ, ਲੈ ਤੂੰ ਪਾ ਪੇਕ ਪਹਿਲਾਂ, ਨਾਲੇ ਨੋਟ ਦੇਖ ਕੇ। ਇੰਨੇ ਨੋਟ ਇਕੱਠੇ ਦੇਖ ਕੇ ਬੁੱਚਾ ਜਿਹੜਾ ਤੋਲਾ ਤੋਲਾ ਫੀਮ ਦੇਖ ਕੇ ਵੇਚ ਕੇ ਕਮਾਈ ਕਰਦਾ, ਦਾਰੂ ਵੇਚ ਕੇ ਕਮਾਈ ਕਰਦਾ, ਉਹਦੇ ਖਾਜ ਹੋਣ ਲੱਗ। ਦੇਖ ਲਈ ਬਾਕੀ ਤੇਰੀ ਕਹਾਣੀ ਹੈ ਫੁੱਫੜਾ, ਮੈਂ ਤਾਂ ਜਾਣੀ ਤੇਰੇ ਕੋਲ ਵੱਡੇ ਬਜ਼ੁਰਗ ਕੋਲੇ ਕਹਿਣਾ ਸੀ, ਜਾਣੀ ਉਹ ਕਹਿਤਾ ਜ਼ੋਰ ਲਾਉਣਾ ਪਊ ਭਾਈ, ਐ ਨਹੀਂ ਗੱਲ ਸਿੱਟਣੀ ਗਾਹਾਂ ਜਾਣੀ, ਇਹ ਗੱਲ ਗਾਹਾਂ ਆ ਤੋੜਨੀ ਪਊ। ਪਹਿਲਾਂ ਐ ਕਰੀਏ ਅੰਡੇ ਤੜਕਾਵਾਂ 5-7 ਪਹਿਲਾਂ, ਫਿਰ ਦਿਮਾਗ ਤੇ ਜ਼ੋਰ ਪਊ। ਲੈ ਫੁੱਫੜਾ ਅੰਡੇ ਵੀ ਮੰਗਾ ਲਾ। 5 ਦਾ ਨੋਟ ਕੱਢ ਕੇ ਗੱਜਣ ਨੇ ਹੋਰ ਜਾ, ਉਹ ਆਖੋ ਬਨਾਰਸੀ ਦੇ ਅੰਡੇ ਲੈ ਜਾਓ 6, ਇਹ ਉਹ ਬੰਤ ਨੇ ਮੰਗਾਏ ਨੇ, ਤਾਇਆ ਜੀ ਨੇ। ਜਵਾਕ ਖੜੇ ਪੈਰ ਰੇਸ ਦੇ ਗਏ, ਉਹਨਾਂ ਨੂੰ ਪਤਾ ਝੂੰਗਾ ਆਊ ਕੁਛ। ਅੰਡੇ ਤੜਕ ਕੇ ਲਿਆਤੇ ਤੇ ਇੱਕ ਇੱਕ ਪੈਗ ਪੀਤਾ। ਤਰਾਰੇ 'ਚ ਹੋ ਕੇ ਗੱਜਣ ਨੇ ਤੈਅ ਕੀਤੇ ਹੋਏ 500 ਦੇ ਨੋਟਾਂ ਨੂੰ ਚੌਰੀ ਹੱਥ 'ਚ ਰੱਖਿਆ ਸੀ, ਕੰਬਦੇ ਜੇ ਹੱਥ ਨਾਲ ਬੰਤ ਦੇ ਹੱਥ 'ਚ ਬੋਲਿਆ ਫੁੱਫੜਾ ਜੇ ਕਿਤੇ ਤੈਨੂੰ ਲੋੜ ਪੈ ਜੀ। ਇਹ ਕੀ ਹੈ, ਇਹ ਕੀ ਹੈ? ਮੈਂ ਬੋਲਣਾ ਨਹੀਂ, ਤੂੰ ਜਾਣ, ਤੇਰਾ ਕੰਮ ਜਾਣ, ਮੈਂ ਸੁਰਖੂ। ਨਾ 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 ਇਹ ਨਹੀਂ ਗੱਲ ਕਰਦੀ। ਨਾਲੇ ਹੱਥ ਘੁੱਟ ਲਵੇ 5 ਨੋਟਾਂ ਦੇ ਨਾਲ, ਨਾਲੇ ਛੱਡ ਦੇਵੇ, ਨਾਲੇ ਘੁੱਟ ਲਵੇ ਚਾਹੇ ਛੱਡ ਦੇਵੇ, ਜਿਵੇਂ ਪ੍ਰੈਸ਼ਰ ਪੁਆਇੰਟ ਦੱਬਦਾ ਹੁੰਦਾ ਐ ਬੰਤ ਬੁੱਚਾ ਕਰਨ ਲੱਗਿਆ ਹੈ। ਨਾ ਫੁੱਫੜਾ ਤੂੰ ਐ ਜੇਲ੍ਹ 'ਚ ਪਾ ਯਾਰ, ਜਵਾਕ ਆ ਜਾਂਦੇ ਹੁੰਦੇ ਨੇ, ਜੇਲ੍ਹ 'ਚ ਪਾ। ਹੱਥ ਚਕਾ ਕੇ ਗੱਜਣ ਨੇ ਬੰਤ ਬੁੱਚੇ ਦੀ ਜੇਲ੍ਹ 'ਚ ਪਾ। ਗੱਜਣ ਪਿੰਡ ਨੂੰ ਮੁੜਿਆ ਆ। ਬੰਤ ਬੁੱਚਾ ਦੂਜੇ ਦਿਨ ਲਹਿਰੇ ਜਦ ਪਹੁੰਚਿਆ ਤਾਂ ਆਥਣ ਹੋ ਗਿਆ। ਹੁਣ 500 ਰੁਪਇਆ ਜੇਬ 'ਚ। ਤਰਾਰੇ 'ਚ ਜਦ ਵੜ ਕੇ ਅੰਦਰ ਜਾ ਕੇ ਗਿਆ ਤਾਂ ਆਨੰਦਪੁਰ ਬੈਠਾ, ਜਾ ਕੇ ਗੋਡੀ ਹੱਥ ਬੜੀ ਭੈਣ ਦੀ ਮੱਥਾ ਟੇਕਦਾ। ਬੀਬੀ ਆਹ ਟਾਈਮ ਇੰਨੇ ਨੇਰੇ, ਬਸ ਮਾੜਾ ਜਿਹਾ ਮੰਡੀ ਪੈਰ ਮਲ ਲਿਆ ਸੀ, ਦੇਖਦਾ ਪੈਰ ਮਲਿਆ ਹੋਇਆ ਕਿਵੇਂ ਹਵਾੜ ਆਉਂਦੀ ਆ। ਉਹ ਕੇਲੇ ਛੱਲੀਆਂ ਵੀ ਲਿਆਇਆ ਭੈਣ ਖਾਤਰ। ਭਾਣਜੀਓ ਚੱਕੋ ਕੇਲੇ ਛੱਲੀਆਂ। ਜਵਾਕਾਂ ਨੂੰ ਸੱਦ ਕੇ ਚੰਦ ਕੁਰਦੀ ਦੀਦੀ ਆਹ ਜਿਹੜਾ ਤੇਰੇ ਕੋਲ ਬੈਠੀ, ਓਹੋ ਉਹ ਪੁੱਤ ਕੋਲੇ ਬੈਠਾ, ਪਤਾ ਹੀ ਨਹੀਂ ਲੱਗਿਆ। ਲੈ ਪੁੱਤ ਫੜੋ ਚਲੋ। ਸਾਰੇ ਜਵਾਕ ਤੁਰ ਗਏ। ਜਦ ਚੰਦ ਕੁਰ ਦੋਨੇ ਕੁੜੀਆਂ ਛੋਟੀਆਂ, ਜਦੇ ਹੁਣ ਪੀਤੀ ਹੋਈ ਸੀ, ਪਹਿਲੇ ਗੇਰ ਜਦੋਂ 6ਵੇਂ 'ਚ ਗਿਆ। ਚੰਦ ਕੁਰ ਦਾ ਕੀ ਸੋਚਿਆ ਭੈਣੇ ਤੈਂ? ਕੀ ਰਸਮ ਪੁੱਛਿਆ, ਕਿਧਰੇ ਹੱਥ ਨਹੀਂ ਪੈਂਦਾ। ਉਧਰ ਬਲਵੀਰੋ ਤਦਾਰ ਹੋਈ ਜਾਂਦੀ ਹੈ, ਮੰਗਣ ਵਿਆਹੁਣ ਦੀ ਇਹਦੀ ਇੱਧਰ ਉਮਰ ਟੱਪ ਗਈ। ਭਾਈ ਤੂੰ ਕੁਛ ਸੋਚ, ਅਸੀਂ ਕੀ ਕਰੀਏ? ਮੈਂ ਤਾਂ ਪੱਟੀ ਜਾਊ, ਮੈਂ ਤਾਂ ਤੁਹਾਡੇ ਸਿਰ ਤੇ ਬੈਠੀ ਆ। ਜਿੱਦਣ ਦਾ ਤੁਹਾਡਾ ਪ੍ਰਾਹੁਣਾ ਗੁਜ਼ਰਿਆ ਮੈਂ ਤਾਂ ਕੱਲੀ ਐ। ਇਹ ਤਾਂ ਕਰਨਾ ਪਊ ਹੀਲਾ। ਇਉਂ ਕਰ ਫਿਰ, ਹੁਣ ਮੈਂ ਗੱਲ ਹੁਣੇ ਹੀ ਕਰਦੇ ਆ, ਇਹਨੂੰ ਚੁੱਪਚਾਪ ਕਰਕੇ ਜੋਗੀਪੁਰ ਤੋਰ ਦੇ। ਵਾਧਾ ਨਾ ਪੁੱਛਣਾ, ਹਿੰਗ ਲੱਗੇ ਨਾ ਫਟਕੀ, ਆਪਦੀ ਕਿਸਮਤ ਪਊਗੀ। ਸਾਊ ਟੱਬਰ ਹੈ, ਗੱਜਣ ਤੇ ਪ੍ਰਤਾਪੀ ਨੂੰ ਸਾਂਭ ਲਵਾਂਗੇ। ਗਾਹਾਂ ਉਹ ਰਿਸ਼ਤੇਦਾਰ ਆ ਆਪਣੀ, ਪ੍ਰਤਾਪੀ ਕਿਹੜਾ ਦੂਰੋਂ ਹੈ, ਭਤੀਜੀ ਲੱਗਦੀ ਹੈ, ਇਹ ਭਾਣਜੀ ਲੱਗਦੀ ਹੈ, ਦੋਨੇ ਭੈਣਾਂ ਨੇ। ਤੇ ਗੱਜਣ ਦਾ ਖੈਰ ਸਾਂਭ ਲੂ, ਦੋ ਕਿਹੜੀਆਂ ਹੁੰਦੀਆਂ ਨਹੀਂ, ਪਰ ਪ੍ਰਤਾਪੀ ਦੇ ਜਵਾਕ ਨੇ। ਜਵਾਕ ਦਾ ਹੁੰਦਾ ਤਾਂ ਗੱਲ ਖਾਨੇ ਵੜਦੀ ਵੀ ਲਾਦ ਖਾਤਰ ਲੈ ਆਇਆ। ਉਹ ਜਵਾਕ ਦਾ ਨਿਆਣੇ ਨੇ ਹਲੇ,
ਬੜਾ ਮੁੰਡਾ 11-12 ਸਾਲ ਦਾ ਮਸਾ ਆਉਣਾ ਰਹੀ ਗੱਲ ਪ੍ਰਤਾਪੀ ਦੀ। ਉਹਦਾ ਤੂੰ ਸੋਚ ਜਦ ਬੰਦਾ ਚਾਹੁੰਦਾ ਹੈ ਟੀਵੀ ਦੀ ਬਜਾ ਲਾ ਕਿ ਉਲਟ ਚੱਲ ਜੇ ਗੱਜਣ ਕਹਿਆ ਹੋਵੇ। ਤੁਹਾਡੇ ਕੋਲ ਆਇਆ ਸੀ ਕੋਈ ਜੋਗੀਪੁਰ ਵਾਲਿਆਂ ਦਾ? ਆਨੰਦਪੁਰ ਨੇ ਪੁੱਛਿਆ। ਆਇਆ ਤਾਂ ਕੋਈ ਨਹੀਂ, ਪਰ ਗੱਲਾਂ ਪਹੁੰਚੀਆਂ ਪਿੰਡ ਮੇਰੇ ਕੋਲ। ਗੱਲਾਂ ਤਾਂ ਇੱਥੇ ਵੀ ਪਹੁੰਚੀਆਂ। ਆਨੰਦਪੁਰ ਨੇ ਕਿਹਾ ਇੱਥੇ ਕੌਣ ਆਇਆ ਸੀ? ਗੱਜਣਾ ਆਪ ਆ ਕੇ ਗਿਆ। ਕਿੱਦੇ? 4 ਦਿਨ ਪਹਿਲਾਂ। ਬਦਰੇ ਵੀ ਗੱਜਣੇ ਹੀ ਆਇਆ ਸੀ। ਤੂੰ ਛੋਟੀਏ ਬੜੀ ਭੈਣੇ, ਤਾਂ ਹੀ ਮੈਂ ਤੇਰੇ ਕੋਲ ਆਇਆ ਬੰਤ ਨੇ ਗੱਲ ਤੋਂ। ਹੱਥ ਨੇ ਰਾਤ ਲੰਘੀ, ਸਵੇਰੇ ਚੰਦ ਕੌਰ ਨਾਲ ਜਦ ਬਿਠਾ ਕੇ ਗੱਲ ਕੀਤੀ ਤਾਂ ਚੰਦ ਕੌਰ ਨੇ ਪੁੜਪੜੀ ਉੱਤੇ ਹਥੇਲੀਆਂ ਰੱਖ ਕੇ ਸਿਰ ਨੀਵਾ ਕਰ ਲਿਆ। ਸੰਜੂ ਧਰਤੀ ਉੱਤੇ ਟਿਪ ਟਿਪ ਡਿੱਗਣ ਲੱਗੇ, ਮੂੰਹੋਂ ਕਾਲਜ ਛੁਰੀਆਂ ਵੱਜਣ ਲੱਗੀਆਂ। ਆਨੰਦ ਕੌਰ ਦਾ ਚੇਤਾ ਵੀ ਭੈੜਾ ਗਿਆ। ਤੇਰੀ ਮਰਜ਼ੀ ਆ ਸਾਊ ਭਾਈ, ਨਹੀਂ ਚਾਹੁੰਦੀ ਆਪਾਂ ਨਹੀਂ ਕਰਦੇ ਡੱਡੇ, ਸੋਚ ਲਾ ਹੋਰ ਕਿਤੇ ਕਰ ਦਾਂਗੇ। ਪਰ ਉਮਰ ਬੀਤਦੀ ਜਾਂਦੀ ਹੈ ਪੁੱਤ, ਉਹ ਭੈਣ ਲੱਗਦੀ ਹੈ ਤੇਰੀ। ਤੇਰੇ ਆ ਮਾਮਾ ਜੀ ਜਿਹੜੇ ਬੜਾ ਹੈ ਉਹਨੂੰ ਪ੍ਰਤਾਪੀ ਦੀ ਦੇਖ ਲਾ ਭੂਆ ਵਿਆਹੀ ਹੈ, ਰਿਸ਼ਤਾ ਵੀ ਤਾਂ ਹੀ ਹੋਇਆ, ਭੈਣਾਂ ਹੀ ਉਦੋਂ ਦੇ ਤੁਸੀਂ। ਗੱਲਾਂ ਕਰਦੇ ਕਰਾਉਂਦੇ ਜੀ, ਸਾਰਾ ਦਿਨ ਇੱਧਰ ਉੱਧਰ ਗੱਲ ਹੁੰਦੀ ਰਹੀ। ਚੌਥੇ ਦਿਨ ਚੰਦ ਕੌਰ ਨੇ ਬੈਠੀ ਬੈਠੀ ਨੇ ਪੈਰ ਦੇ ਗੂਠੇ ਨਾਲ ਲੀਕ ਬਾਹ ਕੇ ਕਿਹਾ ਤੁਹਾਡੀ ਗੱਲ ਤੇਰੀ ਮਰਜ਼ੀ ਹੈ ਬੇਬੇ, ਦੇਖ ਲਾ। ਸਾਰਾ ਦਿਨ ਪਿੰਡ 'ਚ ਇੱਧਰ ਉੱਧਰ ਜਾਣ ਕਰ ਬੰਦਿਆਂ ਕੋਲ ਬੈਠਾ ਰਿਹਾ। ਹੀਰ ਅਗਲੇ ਦਿਨ ਆਨੰਦ ਕੌਰ ਤੜਕੇ ਹੀ ਬੰਤ ਨੂੰ ਚਾਹ ਦੀ ਗੜਬੀ ਦੇਣੀ, ਉਹਦੇ ਪੈਂਦੀ ਬਹਿ ਗਈ। ਦੱਸਿਆ ਕਿ ਚੰਦ ਕੌਰ ਮੰਨ ਗਈ, ਉੱਥੇ ਸਿੱਧਾ ਹੀ ਜੋਗੀਪੁਰ ਜਾਵੇ, ਗੱਜਣ ਨਾਲ ਗੱਲ ਨਿਬੇੜ ਲਈ, ਆਪੇ ਹੀ ਲੈ ਜਾਵੇ, ਗੱਲ ਨਹੀਂ ਕਰਨੀ, ਵਿਚਲਾ ਬੰਦਾ ਨਹੀਂ ਚਾਹੁੰਦਾ। ਸਿੱਧਾ ਹੀ ਬੁੱਚਾ ਤੀਜੇ ਦਿਨ ਜੋਗੀਪੁਰ। ਹਫ਼ਤੇ ਦੇ ਵਿੱਚ ਕੰਮ ਨਿਬੜ ਗਿਆ। ਗੱਜਣ ਚੰਦ ਕੌਰ ਨੂੰ ਲੈ ਕੇ ਪਿੰਡ ਜਾ ਵੜੇ। ਸੱਥ ਦੇ ਵਿੱਚ ਦਵਿਡੇ ਖੂਹ ਦੀ ਚੌਂਕੜੀ ਤੇ ਆਥਣ ਵੇਲੇ ਬੰਦੇ ਬੈਠੇ ਘੁਸਰ ਮੁਸਾ ਕਰ। ਜੈਮਲਕਾ ਕਹਿੰਦੇ ਕੱਲ ਚਾਨਣ ਦੀ ਬਹੂ ਲੈ। ਕਹਿੰਦੇ ਕੀ ਹੈ? ਪੱਕੀ ਗੱਲ ਹੈ, ਨਾਲੇ ਉਹ ਥੋੜਾ ਪੱਕਾ ਕੰਮ ਕਰਕੇ ਲਿਆਂਦੀ ਆ। ਪੱਕਾ ਕਿਵੇਂ? ਦੋਨਾਂ ਨੂੰ ਰੱਖੂ, ਉਹ ਵੀ ਤੇ ਇਹ ਵੀ। ਤੇ ਪ੍ਰਤਾਪੀ ਦੀ ਰਜਾਮੰਦੀ ਹੈ। ਰਜਾਮੰਦੀ ਹੋਵੇ ਨਾ ਹੋਵੇ, ਬਿਠਾ ਟੀਕੇ ਦਾ ਚੁੱਲ੍ਹੇ ਤੇ ਲੈ ਕੇ ਆਉਣ ਵਾਲੀ ਨੇ ਵੀ ਲੋੜਾ ਹੀ ਮਾਰਿਆ। ਮੰਨ ਕਿਵੇਂ ਗਈ ਯਾਰ? ਤੀਵੀਂ ਦਾ ਕੀ ਹੁੰਦਾ ਹੈ? ਲਾਲਚ ਦੇ ਤਾਂ ਭਾਈ ਸਾਗ ਸ਼ਕੀ ਦਾ ਜੋੜ ਚੜ ਗਿਆ। ਯਾਰ ਤੁਸੀਂ ਵਿਚਲੀ ਗੱਲ ਨਹੀਂ ਫੜਦੇ। ਇੱਕ ਵਡੇਰਾ ਵਕੀਲ ਬਣਿਆ ਬੈਠਾ ਸੀ ਤੇ ਉਂਗਲੀ ਸਿੱਧੀ ਐ ਤੂਈ ਵਰਗੀ ਕੀਤੀ ਹੋਈ ਸੀ। ਤੀਵੀਂ ਦਾ ਲਾਲਚ ਹੈ, ਤੀਵੀਂ ਦਾ ਨਹੀਂ। ਓਏ ਜ਼ਮੀਨ ਦਾ 16 ਕਮਾ। ਜੈਮਲ ਦਾ ਬਾਣ ਮਰੇ ਤੋਂ ਤਿੰਨਾਂ ਦੇ ਨਾਂ ਚੜ ਗਏ ਸੀ। ਗੱਜਣ ਇੱਕ ਕੁੜੀ ਪਾਨੋ, ਤੀਜਾ ਹਿੱਸਾ ਚਾਨਣਾ ਬਹੂ ਦੇ ਨਾਂ। ਅੱਛਾ ਆਹ ਗੱਲ ਹੈ ਵਿਚਲੀ। ਆ ਤੇਰਾ ਬੇੜਾ ਬਹਿ ਗਿਆ। ਤੇਰਾ ਕਿਉਂ ਹੈ ਬੇੜਾ? ਕਿਉਂ ਬਹਿ ਗਿਆ? ਆਹੀ ਕੀਤਾ ਉਹਨੇ। ਜ਼ਮੀਨ ਖਾਤਰ ਕੁੜੀ ਲੈ ਤੇਰੇ ਸੂਲ ਹੁੰਦਾ। ਜ਼ਮੀਨ ਵੀ ਉਹਦੇ ਭੈਣ ਦੇ ਭਾਈ ਦੇ ਘਰ ਵਾਲੀ ਸੀ। ਲਓ ਜੀ ਗੱਲਾਂ ਗੁੱਝੀਆਂ ਨਹੀਂ ਰਹਿੰਦੀਆਂ। 5ਵੇਂ ਦਿਨ ਮਹਿਲਾ ਵਾਲਿਆਂ ਨੂੰ ਪਤਾ ਲੱਗ ਗਿਆ। ਗੱਜਣ ਤੇ ਮਾੜੂ ਖੇਸ ਸੀ। ਪ੍ਰਤਾਪੀ ਦਾ ਬਾਪੂ ਮੈਂਗਲ ਤੇ ਦਿਆਲੋ ਆ ਗਏ। ਜਦ ਆ ਕੇ ਦਰਵਾਜ਼ਾ ਖੋਲਿਆ ਤਾਂ ਸਾਹਮਣੇ ਪ੍ਰਤਾਪੀ ਨੇ ਦੇਖਿਆ ਬੇਬੇ ਬਾਪੂ ਆ ਗਏ। ਹੈ ਨੀ ਮੈਂ ਤਾਂ ਜਮਾਈ ਦੀ ਮਕਾਨ ਆਈਆਂ, ਹੈ ਨੀ ਮੈਂ ਰੰਡੀ ਹੋ ਗਈ ਧੀਏ। ਆਉਂਦਾ ਹੀ ਬੇਬੇ ਨੇ ਰੌਲਾ ਪਾ ਲਿਆ, ਕਿੱਥੇ ਆ ਪਾਪੀ? ਮੈਂਗਲ ਨੇ ਖੜੇ ਖੜੇ ਨੇ ਕੀਤਾ। ਪ੍ਰਤਾਪੀ ਕੋਲ ਕੋਈ ਜਵਾਬ ਨਹੀਂ ਸੀ, ਰੋਂਦੀ ਜਾਂਦੀ ਸੀ। ਦਿਆਲੋ ਚੰਦ ਕੌਰ ਨੂੰ ਲੱਭਣ ਲੱਗੀ, ਬੈਠਦਾ ਬਾਹਰ ਖੋਲ ਕੇ ਅੰਦਰ ਗਈ। ਚੰਦ ਕੌਰ ਮੰਜੇ ਤੋਂ ਉੱਠੀ। ਦਿਆਲੋ ਨੇ ਭੱਜ ਕੇ ਉਹਦੇ ਢਿੱਡ 'ਚ ਟੱਕਰ ਮਾਰਨੀ ਚਾਹੀ। ਉਹਨੇ ਬੇਬੇ ਫੜ ਲਈ, ਜਵਾਨ ਸੀ। ਨਾ ਬੇਬੇ ਤੂੰ ਆ ਕੀ ਕਰਦੀ ਐ? ਨਹੀਂ ਪਾਪਣੇ ਤੈਂ ਕੀ ਖੱਟ ਲਿਆ ਮੇਰੀ ਧੀ ਉੱਥੋਂ ਦੀ ਆ ਕੇ? ਨਹੀਂ ਤੂੰ ਮੇਰਾ ਜਮਾਈ ਖਾ ਗਈ, ਮੇਰੀ ਧੀ ਰੰਡੀ ਕਰਤੀ। ਨਹੀਂ ਤੇਰਾ ਕਿਹੜੇ ਯੁੱਗ 'ਚ ਭਲਾ ਹੋਊ? ਬੇਬੇ ਚਾਬੀ ਵਾਲੇ ਬਾਬੇ ਵਾਂਗੂ ਬੋਲੇ। ਮਾਂ ਮੇਰਾ ਕੀ ਦੋਸ਼ ਹੈ? ਮੇਰਾ ਦੁੱਖ ਸੁਣਨ ਵਾਲਾ ਕੋਈ ਵੀ ਨਹੀਂ। ਮੈਨੂੰ ਇਹ ਆਪੇ ਲੈ ਕੇ ਜੇ ਮੇਰਾ ਕਸੂਰ ਹੋਵੇ ਹੁਣ ਗੱਲ ਵੱਢਦੇ ਦਾਤ ਨਾਲ ਮੇਰਾ। ਆਥਣ ਹੋ ਗਿਆ। ਪ੍ਰਤਾਪੀ ਨੇ ਚਾਹ ਧਰਤੀ, ਬਰਾਂਡੇ 'ਚ ਬੈਠ ਕੇ ਗੱਲਾਂ ਹੋਣ ਲੱਗੀ। ਸੱਸ ਸਹੁਰਾ ਗੱਜ ਨੂੰ ਉਡੀਕਣ ਲੱਗੇ। ਪ੍ਰਤਾਪੀ ਆਖਰੀ ਰੱਬ ਦਾ ਜੀ ਆ, ਮੈਂ ਇਹਨੂੰ ਕਿਵੇਂ ਕੱਢ ਦੇਵਾਂ? ਤੂੰ ਬੇਬੇ ਕਹੀ ਜਾਂਦੀ ਆ, ਕੱਲ ਨੂੰ ਮੈਨੂੰ ਡੱਕਰ ਤੂੰ ਇਹਦੇ ਪਿੱਛੇ। ਬਾਹਲਾ ਨਾ ਉੱਚੀ ਬੋਲੀ ਤੇ ਮੈਂ ਤੇ ਅਸੀਂ ਮਰ ਗਏ। ਮੈਂਗਲ ਨੇ ਕਿਹਾ ਤੁਸੀਂ ਤੁਹਾਡੇ ਹੁੰਦੇ ਹੀ ਲੈ ਕੇ ਆਇਆ। ਪ੍ਰਤਾਪੀ ਨੂੰ ਪਤਾ ਲੱਗਿਆ ਇਹ ਕੰਡੇ ਬਦਰੇ ਵਾਲੇ ਬੰਤ ਨੇ ਬੀਜੇ, ਬੁੱਚੇ ਨੇ ਬੀਜੇ ਨੇ। 3 ਦਿਨ ਬਾਅਦ ਜਦ ਸੁਨੇਹਾ ਦੇਤਾ ਵੀ ਮੈਂਗਲ ਤੇ ਸੱਸ ਤੇ ਸਹੁਰਾ ਆ ਕੇ, ਗੱਜਣ ਉੱਥੋਂ ਹੀ ਟਿਪ ਗਿਆ। ਕਹਿੰਦਾ ਮੈਂ ਨਹੀਂ ਆਉਂਦਾ, 4 ਦਿਨ ਤੁਸੀਂ ਸਾਂਭਿਓ ਮਾਰੂ। ਕਹਿੰਦਾ ਪ੍ਰਤਾਪੀ ਨੂੰ ਪਤਾ ਲੱਗਿਆ ਬਦਰੇ ਵਾਲੇ ਬੰਤ ਬੁੱਚੇ ਨੇ ਬੀਜੇ ਨੇ, ਉਹ ਲੈ ਕੇ ਜਵਾਕ ਬਦਰੇ ਜਾ ਪੜੇ। ਕੀੜੇ ਪੈਸੇ ਬਣੇਗਾ ਦੋਸਤਾ, ਮੇਰੀ ਭਤੀਜੀ ਨੂੰ ਅੱਖ ਪੀਚਤਾ। ਤੇਰਾ ਕਿਸੇ ਜੋਗੇ ਭਲਾ ਨਹੀਂ ਹੋਣਾ। ਜੋਗੀਪੁਰ ਵਾਲੇ ਤੋਂ ਹੱਡ ਖਾ ਕੇ ਆਹ ਕੰਮ ਕੀਤਾ। ਪ੍ਰਤਾਪੀ ਦੀ ਭੂਆ
ਬੱਚੇ ਨੂੰ ਕਿਉਂ ਭੌਂਕਦੀ ਹੈ, ਕਾਹਦੇ ਲਈ ਭੌਂਕਦੀ ਹੈ? ਕੁੜੀ ਦਾ ਘਰ ਬਾਜੂ, ਦੋਨੇ ਭੈਣਾਂ ਬੈਠਣਗੀਆਂ, ਕਿਹਨੇ ਵਿਆਹੁਣੀ ਸੀ? ਸਾਡੀ ਭਾਣਜੀ ਆ, ਤੇਰਾ ਠੇਕਾ ਲਿਆ ਹੋਇਆ ਚੌਥੇ ਪਾਸੇ। ਤੂੰ ਕੌਣ ਹੈ ਸਾਡੇ ਟੱਬਰ 'ਚ ਬੋਲਣ ਵਾਲੀ? ਸਾਡੀ ਭਾਣਜੀ ਹੈ, ਤੂੰ ਕੌਣ ਹੈ? ਤੂੰ ਪ੍ਰਤਾਪੀ ਦੀ ਆਪਣੀ ਦੀ ਗੱਲ ਕਰ। ਅਸੀਂ ਆਪਣੀ ਭਾਣਜੀ ਵਿਆਹੀ ਆ, ਪ੍ਰਤਾਪੀ ਦੇ ਖਸਮ ਨੂੰ ਹੀ ਭਾਣਜੀ ਵਿਆਹੀ ਆ, ਢਾਏ ਜਾਣੇ ਆ। ਆਹੋ ਉਹ ਗੱਲ ਮੈਂ ਮੰਨਦਾ, ਪਰ ਗੱਜਣ ਨੂੰ ਦੋਨੇ ਵਿਆਹ ਦੀਆਂ ਲੱਖੀਆਂ ਸੀ। ਕਿਸੇ ਦੀ ਸੁਣਨੀ ਸੀ ਰਿਹਾ। ਅਖੀਰ ਆਥਣੇ ਆ ਗਈ, ਪ੍ਰਤਾਪੀ ਵੀ ਢਾਲੀ ਹੋ ਗਈ। ਕੀਤੂ ਦੀ ਬਹੂ ਕੁਛ ਨਾ ਬੋਲੀ। ਜਦੋਂ ਪ੍ਰਤਾਪੀ ਹੌਲੀ ਹੋ ਗਈ, ਕੀਤੂ ਦੀ ਘਰ ਵਾਲੀ ਜਿਹਦਾ ਬੱਚਾ ਨੇ, ਦੇਖ ਪੁੱਤ ਤੂੰ ਸਾਡੀ ਧੀਆਂ ਵਰਗੀ ਹੈ, ਬੜੀ ਦੀ ਤੂੰ ਭਤੀਜੀਆਂ ਤਾਂ ਮੇਰੀ ਧੀਆਂ, ਸਮਾ ਕੇ ਟਾਈਮ ਕੱਢੀਦਾ, ਮਰੌਲਾ ਨਹੀਂ ਪਾਈਦਾ, ਤੇਰੇ ਟੱਬਰ ਟੀਹਰ ਵਾਲੀਆਂ ਤੂੰ, ਇਹਦੇ ਗਾਹਾਂ ਕਿਹੜਾ ਕੁਛ ਜਵਾਕ ਹੋਣਾ? ਗੱਜਣ ਦੀ ਉਮਰ ਕਿੰਨੀ ਆ, ਚੰਦਕੌਰ ਦੀ ਉਮਰ ਕਿੰਨੀ ਆ? ਤੇਰੇ ਕੋਲੇ ਰਹਿ ਜਾਣਾ, ਸਾਰੀ ਜ਼ਮੀਨ ਤੇਰੇ ਪੁੱਤ ਨੂੰ, ਵਿਗਾੜੀ ਦੀ ਨਹੀਂ ਕਿਸੇ ਨਾਲ, ਤੇ ਉਹ ਨਾਲ ਰਹੇ। ਦੁਪਹਿਰੇ ਗਈ, ਹੱਥ ਨੂੰ ਪਿੰਡ ਆ ਗਈ, ਭੂਆ ਨੇ ਬਹੁਤ ਸਮਝਾਈਆਂ ਗੱਲਾਂ, ਸਾਰਾ ਕੁਛ। ਗੱਜਣ ਦਾ ਡੰਗਰ ਪਸ਼ੂ ਬਾਹਰਲੇ ਘਰ ਬੰਨਿਆ ਹੁੰਦਾ ਸੀ, ਪਸ਼ੂਆਂ ਕੋਲ ਪਾਲੀ ਪੈਂਦਾ। ਪਾਲੀ ਮੁੰਡਾ ਮਾੜੂ ਚਮਿਆਰ ਦਾ ਭਤੀਜਾ, ਘੋਗੀ ਸੀ ਨਾ। ਗੱਜਣ ਨੇ ਘੋਗੀ ਨੂੰ ਕਿਹਾ ਆਪਣੇ ਘਰ ਪਿਆ ਕਰ ਜਾ ਕੇ, ਓਏ ਪਸ਼ੂਆਂ ਕੋਲ ਹੁਣ ਮੈਂ ਪਿਆ ਕਰਨਾ। ਬਾਹਰਲੇ ਘਰ ਇੱਕ ਲੰਬਾ ਬਰਾਂਡਾ ਸੀ, ਇੱਕ ਖੁਰਲੀ ਸੀ, ਲੰਮੀ ਖੁਰਲੀ 'ਚ ਵਿਹੜੇ ਸੀ, ਘਰ ਦੇ ਬਾਹਰ ਨਾਲ ਖਿੜਕਾ ਲੱਗਿਆ ਸੀ, ਇੱਕ ਪਾਸੇ ਪੱਕੀ ਬੈਠ। ਗੱਜਣ ਨੇ ਬੈਠਕ ਨਾਲ ਲਗਮੀ ਝਲਾਨੀ ਪਾਤੀ, ਚੰਦਕੌਰ ਅੰਦਰਲੇ ਘਰੋਂ ਬਾਹਰਲੇ ਘਰ ਬਿਠਾਤੀ ਜਾ ਕੇ। ਬਾਹਰਲੇ ਘਰ ਬੈਠਾ ਰਹਿੰਦਾ, ਅੰਦਰਲੇ ਘਰ ਵੀ ਆਉਂਦਾ ਜਾਂਦਾ। ਪ੍ਰਤਾਪੀ ਨਾਲ ਵਾਧੂ ਜਿਹਾ ਇੱਧਰ ਉੱਧਰ ਗੱਲਾਂ ਮਾਰੀ ਜਾਂਦਾ, ਖੰਗੂਰੇ ਮਾਰਦਾ ਫਿਰੀ ਜਾਂਦਾ। ਪ੍ਰਤਾਪੀ ਵੀ ਨਾ ਕਹਿੰਦੀ ਵੀ ਇੱਕ ਬਹੁਤ ਪਤਲਾ ਜਿਹਾ ਪਰਦਾ ਇਹਦੇ ਵਿੱਚ ਦੀ ਲੰਘੀ ਜਾਣਾ। ਪ੍ਰਤਾਪੀ ਨੇ ਸਬਰ ਕਰ ਲਿਆ। ਬਾਬੂ ਮੁੰਦਰਾਣਾ ਉਹਦੇ ਘਰ 5ਵੇਂ 7ਵੇਂ ਦਿਨ ਗੇੜਾ ਮਾਰਦਾ। ਪ੍ਰਤਾਪੀ ਸੁਣਾਉਣ ਲੱਗਾ, ਭਾਈ ਬਹੂ ਆਰਤੀ ਸੀ। ਪ੍ਰਤਾਪ ਉਹਦੇ ਤੂੰ ਭੋਰਾ ਸੰਸਨਾ ਕਰੀ, ਆਪਣੇ ਜਵਾਕ ਪਲ, ਗੱਭਰੂ ਕੱਲ ਨੂੰ ਜਵਾਕ ਜਵਾਨ ਹੋ ਗਏ, ਸਾਰਾ ਚੱਕ ਲੈਣਗੇ, ਸਾਰਾ ਟੇਢੀ ਮਾਰ ਦੂੰ ਮੈਂ ਤਾਂ ਬਹੀ ਤੇ, ਸਾਰਾ ਕੁਛ ਤੇਰੇ ਪੁੱਤ ਦਾ ਹੀ ਆ, ਰੌਲਾ ਨਾ ਪਾਈ। ਉਹ ਜਵਾਨ ਕੁੜੀ ਆ, ਕਿਤੇ ਦੇਖੀ ਤੈਨੂੰ ਛੱਡ ਕੇ ਗੱਜਣ ਉੱਥੇ ਨਾ ਬਹਿ ਜਾਵੇ, ਤੇਰੇ ਕੋਲ ਕੁਛ ਨਹੀਂ ਹੋਣਾ। ਉਹਨੇ ਰੇਮਤੀ ਸਵਾਰ ਕੇ ਗੱਜਣ ਨੇ ਕਿਹਾ ਵੀ ਜੇ ਪੈਸੇ ਛੇਤੀ ਮੜਵਾਉਣੇ ਨੇ, ਘਰ ਵਾਲੀ ਮੇਰੀ ਨੂੰ ਸਮਝਾ ਕੇ ਜਾ। ਪਹਿਲਾਂ ਤਾਂ ਚੰਦਕੌਰ ਵਾਸਤੇ ਰੋਟੀ ਅੰਦਰੋਂ ਆਉਣ ਲੱਗੀ, ਚਾਹ ਵੀ ਅੰਦਰਲੇ ਘਰੋਂ ਆਉਂਦੀ, ਮੁੰਡੇ ਦੇ ਜਾਂਦੇ ਤੇ ਕੁੜੀ ਬੀਬੋ। ਗੱਜਣ ਆਪ ਵਿੱਚ ਰੋਟੀ ਚਾਹ ਫੜਾਇਆ ਆਉਂਦਾ। ਗੱਜਣ ਨੇ ਇੱਕ ਦਿਨ ਆਟੇ ਦਾ ਗੱਟਾ ਪਿਆ ਕੇ ਬਾਹਰਲੇ ਘਰ ਛੱਡਤਾ, ਰੋਟੀ ਟੁੱਕਦਾ, ਬਾਕੀ ਕੁੱਲ ਸਮਾਨ ਵੀ, ਚਾਹ ਵੀ ਉੱਥੇ ਬਣ ਲੱਗੀ। ਚੰਦਕੌਰ ਨੇ ਇੱਕ ਤਰ੍ਹਾਂ ਨਵਾਂ ਘਰ ਬਾਹਰ ਬੰਨ ਲਿਆ। ਬਾਹਰਲੇ ਘਰ ਦਾ ਗੋਹਾ ਕੂੜਾ ਕਰਦੀ, ਮਹਿੰਦੀ ਧਾਰ ਉਹ ਕੱਢਦੀ, ਕੱਖ ਇਕੱਠਾ ਪਾਉਣ ਨੂੰ ਪਾਲੀ ਹੈਗਾ ਸੀ, ਮਾੜੂ ਵੀ ਹੱਥ ਪੱਲਾ ਹਿਲਾ ਜਾਂਦਾ। ਤਿੰਨੇ ਜਵਾਕ ਬਾਹਰਲੇ ਆ ਕੇ ਘਰੇ ਘੇਰਦੇ, ਦੋਨੇ ਬੜਾ ਮੁੰਡਾ, ਦੋਨੇ ਕੁੜੀਆਂ ਪ੍ਰਤਾਪੀ ਦੀਆਂ ਮਾਸੀ ਮਾਸੀ ਕਹਿੰਦੇ, ਉਹ ਵੀ ਬੁੱਕਲ 'ਚ ਲੈ ਕੇ ਕਰਦੀ। ਗੱਜਣ ਕਦੇ ਅੰਦਰਲੇ ਘਰ, ਕਦੇ ਬਾਹਰਲੇ ਘਰ। ਹੌਲੀ ਹੌਲੀ 6 ਮਹੀਨੇ ਲੰਘ ਗਏ। ਇੱਕ ਦਿਨ ਬਾਹਰਲੇ ਘਰ ਬੈਠਾ ਤੇ ਪ੍ਰਤਾਪੀ ਜਵਾਕਾਂ ਨੂੰ ਦੇਖਣ ਆ ਗਈ। ਆ ਜਾ ਬਹਿ ਜਾ, ਜਾਂ ਮੁੜਨ ਲੱਗੀ। ਉਹ ਜਦੋਂ ਮੁੜਨ ਲੱਗੀ, ਚੰਦਕੌਰ ਨੇ ਮੂਹਰੇ ਹੋ ਕੇ ਭੈਣਾ ਬੜੀ ਚਾਹ ਧਰਦੀ, ਮੈਂ ਬਹਿ ਜਾ। ਹੱਥ ਨੇ ਇੱਕੋ ਹੀ ਮੰਜੇ ਤੇ ਤਿੰਨੇ ਬਹਿ ਗਏ। ਜਾਂ ਚਾਹ ਦੇ ਗਲਾਸ ਲਿਆ ਕੇ ਚੰਦਕੌਰ ਨੂੰ ਰੱਖੇ। ਪ੍ਰਤਾਪੀ ਨੇ ਗਲਾਸ ਪਾ ਲਿਆ, ਗੱਜਣ ਨੇ ਪਰਨਾ ਲਾ ਕੇ ਉਹਦੇ ਵਿੱਚ ਪਿੱਤਲ ਦਾ ਗਲਾਸ ਪਾ ਲਿਆ। ਨਾਲੇ ਤਾਂ ਸੜਾਕੇ ਮਾਰੇ ਸਰ ਸਰ ਕਰੇ, ਨਾਲੇ ਕਹਿੰਦਾ ਐਵੇਂ ਘਰ ਬੰਨੀ ਬੈਠੇ ਹੋ ਦੋ, ਜੇ ਸਿਆਣੀਆਂ ਹੋਵੋ ਚਾਹੇ ਬਾਹਰਲੇ ਘਰ ਹੋ ਜਾਓ ਇਕੱਠੀ, ਚਾਹੇ ਅੰਦਰਲੇ ਘਰ ਹੋ ਜਾਓ ਇਕੱਠੀਆਂ। ਇੰਨੀ ਗੱਲ ਕਹੀ। ਪ੍ਰਤਾਪੀ ਵੀ ਹੱਸ ਪਈ, ਚੰਦਕੌਰ ਵੀ ਹੱਸ ਪਈ। ਚਲੋ ਚੱਕੋ ਬਾਹਰਲੇ ਘਰ ਵਾਲਾ ਸਮਾਨ, ਅੰਦਰਲੇ ਘਰ ਹੀ ਚੱਲਦੇ ਆ। ਮੂਹਰੇ ਤੁਰਿਆ ਜਾਂਦਾ ਸੀ, ਪਿੱਛੇ ਪ੍ਰਤਾਪੀ ਤੇ ਚੰਦਕੌਰ ਤੁਰੇ ਜਾਂਦੇ। ਆਸ ਹੈ ਤੁਸੀਂ ਕਹਾਣੀ ਪਸੰਦ ਕੀਤੀ ਹੋਗੀ ਬੰਤ ਬੁੱਚੇ ਦੀ ਪ੍ਰਤਾਪੀ ਨਾਵਲ ਦੇ ਵਿੱਚੋਂ। ਇਹ ਸੀ ਅੱਜ ਦਾ ਪ੍ਰੋਗਰਾਮ ਦੀ। ਆਸ ਹੈ ਪਸੰਦ ਕੀਤਾ ਹੋਵੇਗਾ ਤੇ ਕੱਲ ਨੂੰ 11 ਵਜੇ